ओके, सो गुड इवनिंग एवरीवन। आवाज आ रही है जी मेरी? हाँ जी सर। यस सर, यस सर। ठीक है, तो करते हैं ਆਪਾਂ ਸ਼ੁਰੂ ਅੱਗੇ ਆਪਣਾ ਕੰਮ। ਅੱਜ ਆਪਾਂ ਕਹਿੰਦੇ ਡੈਫੀਨਿਟ ਇੰਡੀਕੇਸ਼ਨ ਨੂੰ ਖਤਮ ਕਰਨਾ, ਥੋੜਾ ਜਿਹਾ ਕੰਮ ਰਹਿੰਦਾ ਹੈ, ਬਹੁਤਾ ਕੁਝ ਖਾਸ ਨਹੀਂ ਰਹਿ ਗਿਆ ਆਪਣਾ ਡੈਫੀਨਿਟ ਇੰਡੀਕੇਸ਼ਨ ਦੇ ਵਿੱਚ। ਤੇ ਨਾਲ ਦੇ ਨਾਲ ਆਪਾਂ ਕੀ ਕਰਨਾ ਹੈ ਕਿ ਜੋ ਬਾਕੀ ਪੋਰਸ਼ਨ ਰਹਿ ਗਿਆ ਆਪਣਾ, ਜਿਸ ਚੋਂ ਹਾਲਾਂਕਿ ਕੁਐਸਚਨ ਬਹੁਤ ਘੱਟ ਆਉਂਦੇ ਨੇ ਬਟ ਫਿਰ ਵੀ ਆਪਾਂ ਉਹਨੂੰ ਕੰਪਲੀਟ ਕਰਾਂਗੇ। ਇੱਕ ਡਬਲ ਇੰਟੀਗਰਲ ਹੈ, ਟ੍ਰਿਪਲ ਇੰਟੀਗਰਲ ਹੈ, ਏਰੀਆ ਐਂਡ ਵੋਲਿਊਮ ਯੂਜ਼ਿੰਗ ਡਬਲ ਐਂਡ ਟ੍ਰਿਪਲ ਇੰਟੀਗਰਲ, ਚੇਂਜ ਆਫ ਵੇਰੀਏਬਲਸ, ਜੈਕੋਬੀਅਨਸ ਐਂਡ ਚੇਂਜ ਆਫ ਆਰਡਰ। ਨਾਲ ਦੋ ਚੀਜ਼ਾਂ ਹੋਰ ਨੇ ਆਪਣੇ ਕੋਲ, ਮੂਵਮੈਂਟ ਆਫ ਇਨਰਸ਼ੀਆ, ਸੈਂਟਰ ਆਫ ਗ੍ਰੈਵਿਟੀ ਐਂਡ ਬਸ ਇਹੀ ਦੋ ਟੌਪਿਕਸ ਨੇ। ਇਹਨਾਂ ਜੋ ਸਵਾਲ ਜ਼ਿਆਦਾ ਕਦੋਂ ਸਿਰਫ ਇੱਕ ਅੱਧੀ ਵਾਰ ਆਇਆ ਜਾਂ ਕਦੀ ਨਹੀਂ ਆਇਆ, ਬਟ ਫਿਰ ਵੀ ਆਪਾਂ ਟੌਪਿਕ ਸੇ ਕਰਨੇ ਨੇ ਕਿ ਪਤਾ ਨਹੀਂ ਹੁੰਦਾ ਮਾੜੇ ਸਮੇਂ ਦਾ ਜਾਂ ਕਿ ਕਿੱਦਾਂ ਦਾ ਸਵਾਲ ਕਿੱਥੋਂ ਆ ਰਹਿਣਾ, ਪਰ ਫਿਰ ਸਟਿਲ ਆਪਾਂ ਇਹਨਾਂ ਪੋਰਸ਼ਨਸ ਨੂੰ ਕੰਪਲੀਟ ਕਰਾਂਗੇ। ਠੀਕ ਹੈ ਜੀ, ਇੱਕ ਮਿੰਟ ਦਿਓ, ਆਪਾਂ ਕਰਦੇ ਹਾਂ ਸ਼ੁਰੂ। ਅੱਛਾ, ਡੈਫੀਨਿਟ ਇੰਟੀਗਰਲ ਜਾਂ ਡਬਲ ਇੰਟੀਗਰਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾ ਕੁਝ 2-4 ਸਵਾਲ ਕਰਾਉਣਾ ਚਾਹੁੰਦਾ। ਮੈਨੂੰ ਲੱਗਦਾ ਜਿਨ੍ਹਾਂ ਨੂੰ ਥੋੜੇ ਸੌਖੇ ਤਰੀਕੇ ਨਾਲ ਹੋ ਜਾਂਦੇ ਨੇ, ਆਪਾਂ ਨੂੰ ਬਹੁਤਾ ਕੁਝ ਕਰਨਾ ਨਹੀਂ ਪੈਂਦਾ ਇਹਨਾਂ 'ਚ। ਸੋ ਇਹ ਵੇਖੋ ਜ਼ਰਾ ਇਸ ਵਾਰ। ਹਾਂਜੀ, ਇੱਕ ਡਾਊਟ ਸੀਗਾ ਥੋੜਾ ਜਿਹਾ ਉੱਪਰ, ਉਹ ਪਹਿਲੇ ਦੱਸ ਦੋ। ਜਿਹੜਾ ਮੋਡ ਆਫ x ਸਕੁਅਰ ਮਾਈਨਸ x ਵਾਲਾ ਕਰਨਾ। ਹਾਂ, ਨੀਚੇ ਲੰਘ ਗਿਆ, ਨੀਚੇ ਲੰਘ ਗਿਆ। ਹਾਂਜੀ, ਇਹ ਵਾਲਾ ਇਹਦੇ ਵਿੱਚ ਜਿਵੇਂ ਫਰਸਟ ਜਿਹੜਾ ਹੈਗਾ ਪੋਜ਼ਿਟਿਵ ਲਿੱਤਾ ਹੈ, ਸੈਕਿੰਡ ਨੈਗੇਟਿਵ, ਫਿਰ ਥਰਡ ਪੋਜ਼ਿਟਿਵ। ਇਹ ਮਤਲਬ ਮੈਨੂੰ ਇਹ ਲੈਣਾ ਨਹੀਂ ਆਇਆ ਜਦੋਂ ਮੈਂ ਆਪ ਸੋਲਵ ਕੀਤਾ ਨਾ। ਓਕੇ ਫਰਸਟ ਤਾਂ ਮੈਂ ਪੋਜ਼ਿਟਿਵ ਲੈ ਲਿਆ, ਸੈਕਿੰਡ ਤੇ ਥਰਡ ਪੋਜ਼ਿਟਿਵ ਆਪਣੇ ਕੋਲੋਂ ਨਹੀਂ ਲੈਣਾ। ਆਪਾਂ ਇੱਥੋਂ ਕੋਈ ਇਸ ਇੰਟਰਵਲ ਚੋਂ ਨਾ ਇਹੀ ਇੰਟਰਵਲ ਬਣਦੇ, ਕਿੰਨੇ ਪੁਆਇੰਟ ਪੁੱਟ ਕਰਕੇ ਵੇਖਿਆ ਕਿ -2 ਤੋਂ ਸ਼ੁਰੂ ਹੁੰਦਾ ਹੈ, 2 ਤੱਕ ਜਾਂਦਾ ਆਪਣਾ ਇੰਟਰਵਲ। ਠੀਕ ਹੈ ਜੀ, ਬਾਕੀ ਵਿੱਚ ਪੁਆਇੰਟ ਕਿਹੜੇ ਹੁੰਦੇ ਕਿੱਥੋਂ ਕੱਢ ਕੇ ਵੇਖੇ। ਇੱਕ x=0 ਹੁੰਦਾ, ਇੱਕ x=1 ਦਾ ਮਾਰਕ ਕਰ ਲਏ। ਆਪਣੇ ਕੋਲ -2 ਤੋਂ ਲੈ ਕੇ 2 ਤੱਕ ਇੰਟਰਵਲ ਹੈ, ਤਿੰਨ ਹਿੱਸਿਆਂ ਵਿੱਚ ਟੁੱਟ ਗਿਆ ਆਪਣੇ ਕੋਲ, -2 ਤੋਂ 0, 0 to 1 ਤੇ 1 to 2। ਹੁਣ ਆਪਾਂ ਚੈੱਕ ਕਰਨਾ ਕਿ ਇਹਦੇ ਵਿੱਚ ਆਪਣੇ ਫੰਕਸ਼ਨ ਦਾ ਕੀ ਸਾਈਨ ਹੈ। ਠੀਕ ਹੈ ਜੀ, ਉਹ ਆਪਣਾ ਹੈਲਪ ਕਰੇਗਾ ਇੱਥੇ। ਹੁਣ ਵੇਖੋ -2 ਤੋਂ ਲੈ ਕੇ 0 ਦੇ ਵਿੱਚ ਕੋਈ ਪੁਆਇੰਟ ਪੁੱਟ ਕਰੋ। ਕਿਹੜਾ ਪੁਆਇੰਟ ਪੁੱਟ ਕਰੋ? -1 ਪੁੱਟ ਕਰ ਲਓ ਇੱਥੇ, ਤੇ ਬਣ ਜਾਏਗਾ -1, ਬਣ ਜਾਏਗਾ -1 ਪੋਜ਼ਿਟਿਵ ਆ ਗਿਆ ਆਂਸਰ। ਹਾਂਜੀ ਸਰ। ਸੋ ਦੈਟਸ ਵਾਈ ਇਟਸ ਪੋਜ਼ਿਟਿਵ। ਅੱਗੇ ਫਿਰ ਸਾਈਨ ਜਿਹੜੇ ਲਾਉਣੇ ਆਪਾਂ ਆਲਟਰਨੇਟ ਸਾਈਨ ਲਾ ਦਿਓ ਅੱਗੇ। ਠੀਕ ਹੈ ਜੀ, ਇਹ ਵਾਲਾ ਤਾਂ ਆ ਗਿਆ ਸੀ, ਇਹ ਵਾਲਾ ਕਰ ਲਿਆ। ਉਸ ਤੋਂ ਨੈਕਸਟ ਜਿਹੜੇ 2 ਪੋਰਸ਼ਨ ਹੈ 0 to 1 ਐਂਡ 1 to 2। ਓਕੇ, ਦੇਖੋ ਇਹ ਪੋਜ਼ਿਟਿਵ ਆ ਗਿਆ, ਅੱਗੇ ਆਲਟਰਨੇਟ ਸਾਈਨ ਲਾਉਣੇ ਆਪਾਂ, ਪਲੱਸ ਮਾਈਨਸ ਇਦਾਂ। ਠੀਕ ਹੈ, ਜਿੱਥੇ ਪਲੱਸ ਆਇਆ 0 to 1 ਦੇ ਵਿੱਚ 1/2 ਪੁੱਟ ਕਰਕੇ ਮੈਂ ਕਹਿੰਦਾ ਮੈਡਮ ਪੁੱਟ ਕਰਕੇ ਵੇਖਣਾ ਨਹੀਂ ਅੱਗੇ। ਆਪਾਂ ਪਹਿਲਾਂ ਪਲੱਸ ਆ ਗਿਆ, ਅੱਗੇ ਆਲਟਰਨੇਟ ਸਾਈਨ ਲਾ ਦਿਓ। ਅਗਰ ਪਲੱਸ ਸੀਗਾ ਫਿਰ ਮਾਈਨਸ, ਫਿਰ ਪਲੱਸ। ਅਗਰ ਇੱਥੇ ਮਾਈਨਸ ਆਉਂਦਾ ਨੈਕਸਟ ਵਾਲਾ ਪਲੱਸ, ਫਿਰ ਅਗਲਾ ਮਾਈਨਸ, ਫਿਰ ਅਗਲਾ ਪਲੱਸ, ਫਿਰ ਅਗਲਾ ਮਾਈਨਸ, ਇਦਾਂ। ਠੀਕ ਹੈ ਸਰ। ਠੀਕ ਹੈ, ਪੁੱਟ ਕਰਕੇ ਨਹੀਂ ਵੇਖਣਾ ਬਾਅਦ ਚ। ਠੀਕ ਹੈ ਸਰ। ਸਿਰਫ ਪਹਿਲਾਂ ਪੁੱਟ ਕਰਕੇ ਵੇਖੋ। ਸਰ ਇਹ ਲਿਮਿਟ -2, 0 ਔਰ 1 ਦੇ ਸਾਈਨ ਚੈੱਕ ਕਰਨੇ ਨਾ, -2 ਐਂਡ 2 ਦੇ ਸਾਈਨ ਨਹੀਂ ਚੈੱਕ ਕਰਨੇ ਨਾ ਇਹਦੇ ਵਿੱਚ। ਨਾ ਮੈਂ ਜਿਹੜੇ ਇੰਟਰਵਲ ਆਏ ਆਪਣੇ ਕੋਲ, ਇਹਨਾਂ ਚ ਕਿਸੇ ਇੱਕ ਦਾ ਕਰ ਲਓ ਚੈੱਕ, ਜਾਂ ਇਹਦਾ ਕਰ ਲਓ, ਜਾਂ ਇਹਦਾ ਕਰ ਲਓ, ਜਾਂ ਇਹਦੇ ਵਿੱਚ ਕਰ ਲਓ ਚੈੱਕ, ਕਿਸੇ ਇੱਕ ਵਿੱਚ ਚੈੱਕ ਕਰ ਲਓ। ਠੀਕ ਹੈ, -2 ਤੋਂ ਬਾਹਰ ਵਾਲੀ ਸਾਈਡ ਤੋਂ ਥੋੜੀ ਸਟਾਰਟ ਕਰਨੇ। ਨਹੀਂ ਇੱਥੋਂ ਕਰਨਾ ਸਟਾਰਟ ਜੀ। ਇਹ ਇੰਟਰਵਲ ਆਪਣੇ, ਇਹ ਇੰਟਰਵਲ ਆਇਆ ਨਾ ਆਪਣੇ ਕੋਲ, ਇਹਦੇ ਅੰਦਰ ਕਰਨਾ। -2 ਇੱਧਰ ਨਹੀਂ ਕਰਨਾ। ਆਪਣੀ ਇੰਡੀਕੇਸ਼ਨ ਹੈ -2 ਤੋਂ ਲੈ ਕੇ 2 ਤੱਕ ਹੈ। -2 ਤੋਂ ਪਿੱਛੇ ਨਹੀਂ ਜਾਣਾ, 2 ਤੋਂ ਅੱਗੇ ਨਹੀਂ ਜਾਣਾ ਆਪਾਂ। ਠੀਕ ਹੈ ਜੀ, ਹਾਂਜੀ। और एक सर 50.5 वाला 1 मिनट दसियो सर, ऊपर करियो। हाँ जी, ये वाला सर। ओके, सो ਆਪਾਂ ਕੱਲ ਇਹਨਾਂ ਦੱਸਦਾ ਸੀ ਕਿ 0 to n ਜਿਨ ਟੈਕਸ ਦੀ ਅਗਰ ਇੰਟੀਗ੍ਰੇਸ਼ਨ ਹੁੰਦੀ ਹੈ ਦਾ ਫਾਰਮੂਲਾ ਲਿਖਾਦਾ ਸਿੱਧਾ ਆਪਾਂ, ਦਿਸ ਇਜ਼ n into n minus 1/2। ਇਹ ਕੱਲ ਫਾਰਮੂਲਾ ਲਿਖਾਇਆ ਸੀ ਆਪਾਂ। ਠੀਕ ਹੈ ਜੀ, ਪਰ ਕਦੋਂ n ਇੰਟੀਜਰ ਉਦੋਂ ਆਪਣਾ ਹੋਲਡ ਕਰਦਾ ਹੈ, ਅਦਰਵਾਈਜ਼ ਹੋਲਡ ਨਹੀਂ ਕਰਦਾ। ਆਪਣੇ ਕੋਲ ਇੱਥੇ ਪੁੱਛੀ ਸੀ ਕਿ 101 ਹੈ ਨਾ, 101/2 50.5 ਸੀਗਾ ਇੱਥੇ। ਤੁਹਾਨੂੰ ਤੋੜ ਦੋ 0 to 50 and 50 to 50.5। ਇਹ ਤੁਹਾਨੂੰ ਕੱਢਣਾ ਆਸਾਨ ਹੈ ਕਿਦਾਂ, ਇਸ ਫਾਰਮੂਲੇ ਦੇ ਨਾਲ। ਠੀਕ ਹੈ ਜੀ, ਹਾਂਜੀ ਸਰ। ਬਾਕੀ ਸਿਰਫ ਇਹਨਾਂ ਪੋਰਸ਼ਨ ਰਹਿ ਗਿਆ ਕੈਲਕੂਲੇਟ ਕਰਨ ਵਾਲਾ। ਠੀਕ ਹੈ, ਸਰ। ਹੁਣ ਧਿਆਨ ਨਾਲ ਵੇਖੋ, ਇਸ ਇੱਥੇ ਆਪਣਾ x ਕਿੱਥੇ ਲਾਈ ਕਰਦਾ ਹੈ ਜੀ, 50 ਤੋਂ ਵੱਡਾ ਤੇ 50.5 ਤੋਂ ਛੋਟਾ ਹੈ। ਸੋ ਫਿਰ ਇਸ ਕੇਸ ਚ ਸਿੰਟੈਕਸ ਕਿੰਨਾ ਹੋਊਗਾ? 50 ਸਰ। 50 ਆ ਜਾਊਗਾ, ਉਹਦੀ ਵੈਲਿਊ 50 ਪੁੱਟ ਕਰਤੀ ਮੈਂ। 50 ਕਾਂਸਟੈਂਟ ਕਰਕੇ ਬਾਹਰ ਆ ਗਿਆ, ਇਹਦੀ ਇੰਟੀਗ੍ਰੇਸ਼ਨ ਹੈ dx ਦੀ x ਆ ਗਈ, 50.5 - 50.5 ਆ ਗਿਆ, ਤਾਂ 1/2। ਠੀਕ ਹੈ ਜੀ,
ਓਕੇ ਸਰ, ਇਹਨੂੰ ਬ੍ਰੇਕ ਹਮੇਸ਼ਾ ਏਦਾਂ ਹੀ ਕਰਨਾ ਜ਼ਿੰਟ x ਜੇ ਫ੍ਰੈਕਸ਼ਨਲ ਪਾਰਟ p ਬਾਈ q ਫਾਰਮ ਚ ਹੈਗੇ। ਇੰਟੀਜਰ ਦੇ ਲਾਗੇ ਉਹਨੂੰ ਕਰ ਲਓ ਬ੍ਰੇਕ। ਆਪਣੇ ਕੋਲ ਸਵਾਲ ਆਏਗਾ ਨਾ ਇਦਾਂ ਦਾ ਹੀ ਸਵਾਲ ਆਏਗਾ, ਮਤਲਬ ਉਹ ਚੇਂਜ ਨਹੀਂ ਹੋਏਗਾ ਬਹੁਤਾ ਸਵਾਲ। ਠੀਕ ਹੈ ਜੀ। ਓਕੇ ਹਾਂਜੀ ਸਰ। ਜਿੰਟ ਵਿੱਚ ਜਾਂ ਫ੍ਰੈਕਸ਼ਨ ਵਿੱਚ ਤੁਹਾਨੂੰ ਬਹੁਤਾ ਨਹੀਂ ਘੁਮਾਏਗਾ। ਓਕੇ ਓਕੇ ਠੀਕ ਹੈ। ਅਗਰ ਤੁਹਾਨੂੰ ਮੈਂ ਕਹਾਂ ਇਹ ਕੈਲਕੂਲੇਟ ਕਰੋ ਦੈਟ 0 to pi by 2, ਤੁਸੀਂ ਇਦਾਂ ਕਰ ਲਓ 0 to pi ਕਰ ਲਓ। ਹਾਂਜੀ ਕੈਲਕੂਲੇਟ ਕਰੋ, ਮੈਨੂੰ ਆਨਸਰ ਦੱਸੋ ਕਿੰਨਾ ਆਉਂਦਾ। ਸਾਰੇ ਕਰਨਗੇ ਆਪਣਾ ਆਪਣਾ ਔਰ ਆਨਸਰ ਟਾਈਪ ਕਰਨਗੇ ਆਪਣਾ ਚੈਟ ਬਾਕਸ ਦੇ ਵਿੱਚ। ਇੱਥੇ ਆਰ ਸਕੇਅਰ ਕਰ ਲਓ। ਹੋ ਗਿਆ ਸਭ ਦਾ ਜੀ। ਇੰਨਾ ਟਾਈਮ ਨਹੀਂ ਲੱਗਣਾ ਚਾਹੀਦਾ ਜੀ ਇਸ ਸਵਾਲ ਨੂੰ। pi by 2 root of ਠੀਕ ਹੈ r square minus pi square. ਕਿਦਾਂ ਕੀਤਾ ਜੀ ਇਹਨੂੰ? ਫਾਰਮੂਲਾ ਆਇਆ ਹੈਗਾ a ਸਕੁਅਰ ਮਾਈਨਸ x ਸਕੁਅਰ ਦਾ। ਨਹੀਂ ਸਰ, ਠੀਕ ਉਹਦਾ ਫਾਰਮੂਲਾ ਦੂਜੇ ਲੋਟ ਪਤਾ ਸੀਗਾ ਜਿਹੜਾ ਆਪਣੇ ਕੋਲ a square minus x square ਵਾਲਾ। ਹਾਂਜੀ ਸਰ ਉਹੀ ਲਾਇਆ ਨਾ। ਠੀਕ ਹੈ ਮਿਹਨਤ ਕਰਨ ਦਾ ਹਾਂਜੀ ਇੱਕ ਹੋਰ ਤਰੀਕਾ ਤੁਹਾਨੂੰ ਦੱਸਦਾ। ਠੀਕ ਹੈ ਥੋੜਾ ਐਕਸਪਲੇਨ ਕਰੂੰਗਾ ਫਿਰ ਤੁਹਾਨੂੰ ਮਤਲਬ ਅਗਲੀ ਵਾਰ ਤੋਂ ਸੌਖਾ ਲੱਗਣ ਲੱਗ ਜਾਏਗਾ। ਇਹਨੂੰ ਨਾ ਜ਼ਰਾ ਵਾਈ ਪੁੱਟ ਕਰੋ ਇੱਕ ਵਾਰ। ਇਹ ਅੰਦਰ ਵਾਲੀ ਜੋ ਵੀ ਟਰਮ ਇਹਨੂੰ ਵਾਈ ਪੁੱਟ ਕਰ ਦਿਓ। ਇਹ ਆਪਣੇ ਕੋਲ ਕੀ ਬਣ ਜਾਏਗਾ? ਦਿਸ ਵਿਲ ਬੀ 0 to pi। ਠੀਕ ਹੈ ਜੀ y dx ਜਾਂ fx dx ਕੁਝ ਲਿਖ ਲਓ। ਠੀਕ ਹੈ ਸੋ ਮੇਰੇ ਕੋਲ ਕੀ ਇੱਥੇ y ਕਿੰਨਾ ਜੀ? ਰੂਟ r ਸਕੁਅਰ ਮਾਈਨਸ x ਸਕੁਅਰ। ਠੀਕ ਹੈ ਮਤਲਬ ਇਹ ਚੀਜ਼ ਇਵੈਲੂਏਟ ਕਰਨੀ ਆਪਾਂ। ਇਹ ਕੀ ਆ? ਇਹ ਹੈਗਾ ਏਰੀਆ ਅੰਡਰ y ਇਕੁਅਲ ਟੂ fx x ਫਰੋਮ 0 to pi। ਠੀਕ ਹੈ ਇਹਦੇ ਅੰਡਰ ਏਰੀਆ ਨਾਲ ਕਿਹਦੇ ਅੰਡਰ ਨਾਲ x ਐਕਸਿਸ ਦੇ ਜਿੰਨਾ ਵੀ ਏਰੀਆ ਹੁੰਦਾ ਉਹ ਆ। ਔਰ ਧਿਆਨ ਨਾਲ ਵੇਖੋ ਕਰਵ ਕੀ ਆ? ਸਕੁਅਰਿੰਗ ਕਰੋ ਤੁਹਾਡੇ ਕੋਲ ਬਣ ਜਾਏਗਾ x ਸਕੁਅਰ ਪਲੱਸ y ਸਕੁਅਰ ਇਕੁਅਲ ਟੂ r। ਠੀਕ ਹੈ ਸੋ ਬੇਸਿਕਲੀ ਆਪਾਂ ਲੱਭਣਾ ਕੀ ਆ? ਇਸ ਕਰਵ ਦਾ ਏਰੀਆ ਫਰੋਮ 0 to pi ਐਂਡ x ਐਕਸਿਸ। ਠੀਕ ਹੈ ਜੀ ਸੋ ਆਪਣੇ ਕੋਲ ਕੀ ਹੈ ਜੀ? ਇਹ ਕਰਵ ਇਦਾਂ ਸਰਕਲ ਹੈ ਤੇ। ਠੀਕ ਹੈ ਜੀ 0 ਤੋਂ ਲੈ ਕੇ ਪਾਈ ਤੱਕ ਏਰੀਆ ਲੱਭਣਾ ਆਪਾਂ x ਐਕਸਿਸ ਦੇ ਨਾਲ ਕਿਹੜਾ ਇੰਕਲੂਡ ਹੋਇਆ ਜਿਹੜਾ। ਠੀਕ ਹੈ ਧਿਆਨ ਰਵੇ y ਕਿੰਨਾ ਇੱਥੇ ਪੋਜ਼ਿਟਿਵ ਆ। ਸੋ ਇਹ ਵਾਲੀ ਬ੍ਰਾਂਚ ਦਾ ਏਰੀਆ ਲੱਭਣਾ, ਇਹ ਵਾਲੀ ਬ੍ਰਾਂਚ ਦਾ ਆਪਾਂ ਇਹ ਲੱਭ ਰਹੇ ਆਪਾਂ। ਠੀਕ ਹੈ ਜੀ ਤਾਂ ਇਹ ਏਰੀਆ ਕਿੰਨਾ? ਇਹ ਸੈਮੀ ਸਰਕਲ ਦਾ ਏਰੀਆ। ਸਰਕਲ ਦਾ ਰੇਡੀਅਸ r ਹੋਏ ਉਹਦਾ ਏਰੀਆ ਕਿੰਨਾ ਹੁੰਦਾ ਹੈ? ਪਾਈ r ਸਕੁਅਰ। ਇਹ ਸੈਮੀ ਸਰਕਲ ਹੈ, ਇਹਦਾ ਏਰੀਆ ਫਿਰ ਕਿੰਨਾ ਹੋਏਗਾ ਜੀ? ਪਾਈ r ਸਕੁਅਰ ਬਾय 2। ਠੀਕ ਹੈ ਜੀ yes sir. ਓਕੇ ਸੋ ਇਹ ਸਭ ਨੂੰ ਯਾਦ ਰਹੇ। ਹੁਣ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿੱਦਾਂ ਕੈਲਕੂਲੇਟ ਕੀਤਾ ਸੀ ਆਪਾਂ। ਇਹ ਸਭ ਨੂੰ ਯਾਦ ਰਹਿਣਾ ਚਾਹੀਦਾ। ठीक है तो फिर ये भी कैलकुलेट करो जरा। जरा सॉरी से चेंज करो। x की वैल्यू 0 to r चाहिए सी। ठीक है x ਨੂੰ 0 to r करो।
ਜਾਂ ਤੁਸੀਂ ਇਦਾਂ ਕਰੋ x ਨੂੰ -r ਕਰੋ, ਗਲਤੀ ਹੋਈ ਠੀਕ ਹੈ ਆਪਣੀ ਇੱਥੇ ਕਿ -r ਤੋਂ ਲੈ ਕੇ ਇਹ ਦਿਸ ਇਜ਼ ਯੋਰ ਪੁਆਇੰਟ -r, ਇਹ ਆਪਣਾ ਪੁਆਇੰਟ r ਇੱਥੇ ਤੱਕ ਏਰੀਆ ਕੱਢਿਆ ਆਪਾਂ, ਠੀਕ ਹੈ ਜੀ, ਇਹ ਆਇਆ ਆਪਣੇ ਕੋਲ ਏਰੀਆ -r। ਓਕੇ, ਨੈਕਸਟ ਫਿਰ ਇਹ ਵੀ ਕੈਲਕੂਲੇਟ ਕਰੋ। ਇਹ ਕਿੰਨਾ ਹੁੰਦਾ ਆਪਣੇ ਕੋਲ? Sir, pi r square by 4. ਬਿਲਕੁਲ ਜੀ, ਦੇਖੋ ਹੁਣ ਆਪਣੇ ਕੀ ਸੇਮ ਚੀਜ਼ ਹੈ, ਏਰੀਆ ਸਰਕਲ ਦਾ ਹੀ ਆ ਜੀ, ਠੀਕ ਹੈ, ਪੋਜ਼ਿਟਿਵ ਬ੍ਰਾਂਚ ਦਾ, ਐਂਡ x ਵੇਰੀਜ਼ ਫਰਮ 0 to r, ਸਿਰਫ ਇਨ ਇਸ ਦੇ ਵਿੱਚ, ਤਾਂ ਫਿਰ ਇੱਥੇ ਏਰੀਆ ਕਿੰਨਾ ਹੈਗਾ, ਇੰਨਾ ਸਾਰਾ ਏਰੀਆ ਆ ਜਾਏਗਾ, ਐਂਡ ਇਹ ਕਿੰਨਾ ਜੀ, ਚੌਥਾ ਇਸ ਏਰੀਆ ਦੇ ਸਰਕਲ ਦੇ ਏਰੀਆ ਦਾ, ਸੋ ਸਰਕਲ ਦਾ ਏਰੀਆ ਕਿੰਨਾ ਜੀ, ਪਾਈ r ਸਕੁਅਰ, ਐਂਡ ਇਹ ਹੋ ਜਾਏਗਾ ਪਾਈ r ਸਕੁਅਰ ਬਾय 4, ਇਹਨੂੰ ਯਾਦ ਰੱਖਣਾ ਜੀ ਸਾਰਿਆਂ ਨੇ, ਠੀਕ ਹੈ ਜੀ। ਜ਼ਰਾ ਕੈਲਕੂਲੇਟ ਕਰਿਓ ਕਿੰਨਾ ਹੁੰਦਾ ਇੱਕ ਵਾਰ। ਪਾਈ a by 2, ਨਾਲ ਬਾਹਰ ਇੱਕ b ਵੀ ਹੈਗਾ, ਇਹ 'ਚ ਵੀ ਧਿਆਨ ਰੱਖੋ ਜ਼ਰਾ। ਠੀਕ ਹੈ सर पाई a by 2 किस तरह सर ये एलिप्स बनेगा ना, ਹਾਂਜੀ ਹਾਂਜੀ, एलिप्स का ਪਾਈ, हाफ एलिप्स का एरिया सर पाई a भी नहीं ਇੱਕ ਮਿੰਟ ਨਾ ਮੇਰੇ ਸੁਣ ਤੇ ਲਓ, ਉਹ ਕਿਸੇ ਨੇ ਲਿਖਿਆ ਸੀ ਪਾਈ a by 2, ਮੈਂ ਦੱਸਿਆ ਕਿ ਪਾਈ a by 2 ਉਹਨਾਂ ਨੇ ਬੋਲਿਆ, ਧਿਆਨ ਨਾਲ b ਵੇਖੋ ਨਾਲ ਲੱਗਾ ਹੈ, ਉਹਨਾਂ ਨੂੰ ਕਹਿ ਰਿਹਾ ਮੈਂ, ਆਨਸਰ ਨਹੀਂ ਪਾਈ a by 2 ਕਿਆ, ਠੀਕ ਹੈ ਜੀ। ਓਕੇ, ਧਿਆਨ ਨਾਲ ਵੇਖੋ ਇਲਿਪਸ ਹੈਗਾ ਜੀ, ਇਹਨੂੰ y ਪੁੱਟ ਕਰਾਂਗੇ ਆਪਣੇ ਕੋਲ ਬਣ ਜਾਣਾ ਪਾਈ ਫਰਮ 1 - x ਸਕੁਅਰ by a ਸਕੁਅਰ, ਠੀਕ ਹੈ ਜੀ। ਸੋ ਆਪਣੇ ਕੋਲ ਬਣ ਜਾਏਗਾ y ਸਕੁਅਰ by b ਸਕੁਅਰ ਇਕੁਅਲ ਟੂ 1 - x ਸਕੁਅਰ by a ਸਕੁਅਰ, ਐਂਡ ਦਿਸ ਇਜ਼ x ਸਕੁਅਰ by a ਸਕੁਅਰ plus y ਸਕੁਅਰ by b ਸਕੁਅਰ ਇਕੁਅਲ ਟੂ 1। ਇਲਿਪਸ ਹੈ, ਇਲਿਪਸ ਦਾ ਏਰੀਆ ਕੱਢਣਾ ਸਿਰਫ ਪੋਜ਼ਿਟਿਵ ਵਾਲੇ ਪੋਰਸ਼ਨ ਦਾ, ਠੀਕ ਹੈ, ਇਹਦਾ ਸਿਰਫ ਪੋਜ਼ਿਟਿਵ ਵਾਲੇ ਦਾ, ਠੀਕ ਹੈ। ਸੋ ਇਲਿਪਸ ਦਾ ਏਰੀਆ ਕਿੰਨਾ ਹੁੰਦਾ, ਪਾਈ ab, ਇਹਦਾ ਆਪਣਾ ਹਾਫ ਆਏਗਾ, ਸੋ ਦਿਸ ਵਿਲ ਬੀ ਪਾਈ ab by 2, ਠੀਕ ਹੈ ਜੀ। ਸੋ ਅਗਰ ਇਦਾਂ ਨੂੰ ਨਹੀਂ ਦੇਖਣਾ, ਤੇ ਆਪਣੇ ਸਰਕਲ ਵਾਲੇ ਤਰੀਕੇ ਨਾਲ ਵੀ ਇਹਨੇ ਹੋ ਜਾਣਾ ਸੀਗਾ, ਇਸ ਤਰੀਕੇ ਨਾਲ। ਕਿਦਾਂ, ਧਿਆਨ ਨਾਲ ਵੇਖੋ ਕਿ ਨੀਚੋਂ b ਇਹ ਬਾਹਰ ਲੈ ਲਓਗੇ, ਤੁਹਾਡੇ ਕੋਲ ਆ ਜਾਏਗਾ -a to a root a ਸਕੁਅਰ minus x ਸਕੁਅਰ dx, ਹਾਂਜੀ, ਤੇ ਇਹ ਏਰੀਆ ਕਿੰਨਾ ਹੈ ਜੀ, ਦਿਸ ਇਜ਼ ਪਾਈ a ਸਕੁਅਰ by 2, ਇੱਕ ਇੱਥੇ ਕੈਨਸਲ ਹੋ ਜਾਏਗਾ, ਇੱਥੇ ਆਪਣੇ ਕੋਲ ਆ ਜਾਏਗਾ ਜੀ ਪਾਈ ab by 2, ਜਿਸ ਤਰੀਕੇ ਨੂੰ ਮਰਜ਼ੀ ਕਰ ਲਓ, ਠੀਕ ਹੈ ਜੀ। ਅਗਰ ਇੱਥੇ b ਨਹੀਂ ਹੋਏਗਾ ਤਾਂ ਕੱਲਾ ਆ ਜਾਏਗਾ ਜੀ ਪਾਈ a by 2। ਸੋ ਇਹਨਾਂ ਨੂੰ ਬਹਿ ਕੇ ਪੇਪਰ 'ਚ ਕੈਲਕੂਲੇਟ ਨਹੀਂ ਕਰਨਾ, ਇਹਨਾਂ ਨੂੰ ਤੁਸੀਂ ਯਾਦ ਹੀ ਕਰ ਲੈਣਾ ਜੀ।
ठीक है। सेम अगर इत्थे 0 to a हो जांदा तो फिर आना सीगा पाई ab by 4। ओके जी, तो ये थोड़े फॉर्मूले सी ਜਿਹੜੇ ਜ਼ਰੂਰੀ ਸੀ ਆਪਣੇ ਲਈ ਕਰਨੇ। ओके, नेक्स्ट सवाल देना मैं, खोल करो जी। हाँ जी, कितना आएगा जी आंसर? इन्हों 2 मिनट लाओ, दसो मेरा आंसर की आएगा जी। हाँ जी, हो गया जी। इधर देखो ध्यान ना, ये करो, इस इंटीग्रल को तोड़ दो। ठीक है जी, ध्यान ना देखो, ये ਜਿਹੜਾ फंक्शन है ये ऑड फंक्शन है ना, अगर मैं x ਨੂੰ -x ਨਾਲ रिप्लेस कर दूंगा तो -x बाहर आ जाएगा। ध्यान ना देखो, अगर f(x) मेरे को a है तो f of -x मेरे को a आ जाएगा। सबने लग रहा है, पता है? ठीक है जी, तो इट मींस फंक्शन ਜਿਹੜਾ ਹੈ ਆਪਣੇ ऑड फंक्शन है। सो ये ਕੀ ਹੈ ਜੀ, ऑड फंक्शन। ਤੇ ਆਪਾਂ ਨੂੰ ਪਤਾ ऑड फंक्शन ਦਾ ਏਰੀਆ ਜਾਂ ਇੰਟੀਗ੍ਰੇਸ਼ਨ ਫਰਮ -a to a ਕਿੰਨੀ ਹੁੰਦੀ ਹੈ ਜੀ? 0। ਸੋ ਪਹਿਲੀ ਵਾਲੀ ਟਰਮ ਤੇ 0 ਹੋਗੀ। ਨੈਕਸਟ ਆਪਣੇ ਕੋ ਬਚਿਆ ਜੀ, ਇਹ ਵੇਖੋ 1/2 ਬਾਹਰ ਹੈ, ਇਹ ਕੀ ਹੈ ਜੀ? ਸੈਮੀ ਸਰਕਲ ਦਾ ਏਰੀਆ, रेडियस कितना है 2, so this will be pi r square by 2, so ये कितना आ गया आंसर पाई। ठीक है जी, ओके, इजी, कोई ज्यादा औखा काम है कुछ नहीं है। सर ऑड फंक्शन किवें पता लग गया, दोबारा दस। ओके जी, मैं दसदा। ठीक है, ओके, ऑड फंक्शन ਆਪਾਂ ਕਿੱਦਾਂ ਵੇਖਨੇ ਨੇ? ਅਗਰ ਆਪਣੇ ਕੋ f of -x ਕੀ ਆ ਜੀ? -f of x ਦੇ ਬਰਾਬਰ ਆ ਜੀ। ਠੀਕ ਹੈ, ਇਸ ਕੇਸ ਆਪਣੇ ਕੋ f of x ਕੀ ਸੀਗਾ? ਧਿਆਨ ਨਾਲ ਵੇਖੋ, f of x ਆਪਣੇ ਕੋ ਹੈਗਾ ਸੀਗਾ x³ cos x by 2 √4 - x square। जरा x ਨੂੰ -x ਨਾਲ ਰਿਪਲੇਸ ਕਰੋ, ਤੁਹਾਡੇ ਕੋਲ ਕੀ ਬਣ ਜਾਏਗਾ? -x ਦਾ ਕਿਊਬ cos of -x by 2 and root of 4 - x ਦਾ ਸਕੁਅਰ। ਇਹ -x ਦਾ ਕਿਊਬ ਮਾਈਨਸ ਤੇ ਬਾਹਰ ਆ ਜਾਏਗਾ, ਹੈ ਨਾ? एंड cos of -x cos x ही ਹੁੰਦਾ ਹੈ, ਇਹ cos x by 2 ਹੀ ਆ ਗਿਆ। एंड ਇੱਥੇ ਪਰ ਸਕੁਅਰ ਹੈ, ਇੱਥੇ ਨੈਗੇਟਿਵ ਨੂੰ ਕੋਈ ਫਰਕ ਨਹੀਂ ਪੈਣਾ।
ठीक है जी, अंदर फिर वो की बन गया fx बन गया, सो बाहर नेगेटिव, सो अपने को आ गया f of minus x is equals to minus f of x, इट मींस f की है जी ऑड फंक्शन। ठीक है जी, ठीक है सर, सर थैंक थोड़ा पीछे दिखा दो एक बार। एक मिनट जी। ਐਕਸਕਿਊਜ਼ ਮੀ ਸਰ। हाँ जी, ਸਰ ਸੈਕਿੰਡ ਵਾਲਾ ਇੰਟੈਗਰਲ ਤੁਸੀਂ 0 to 2 ਲੈ ਕੇ ਕੀਤਾ ਹੈ ਨਾ, ਈਵਨ ਫੰਕਸ਼ਨ ਬਣ ਜਾਏਗਾ ਇਹ। ਕਿਹੜੇ ਵਾਲਾ ਜੀ? ਸਰ ਏਰੀਆ ਆਫ ਸਰਕਲ ਵਾਲਾ, ਸੈਮੀ ਸਰਕਲ ਵਾਲਾ। 0 to 2 ਲੈਣ ਦੀ ਲੋੜ ਕੋਈ ਨਹੀਂ ਨਾ, ਬਾਹਰ 1/2 ਨੂੰ ਬਾਹਰ 1/2 ਪਿਆ ਰਹਿਣ ਦੋ, ਅੰਦਰ ਵਾਲਾ ਕੀ ਹੈ -2 ਤੋਂ ਲੈ ਕੇ 2 ਤੱਕ ਏਰੀਆ ਹੈ ਸੈਮੀ ਸਰਕਲ ਦਾ ਸਿੱਧਾ ਹੀ, ਇਹਨਾਂ ਨੇ ਪਾ ਕੀਤਾ ਨਾ ਪਰੇ ਵਾਲਾ। ਓ ਯੈਸ ਸਰ, ਠੀਕ ਹੈ ਜੀ, ਠੀਕ ਹੈ ਸਰ। ਉਹ ਈਵਨ ਵਾਲਾ ਉਹ ਲਾਉਣ ਦੀ ਲੋੜ ਜ਼ਰੂਰਤ ਕੋਈ ਨਹੀਂ ਹੈਗੀ। फोर्थ ठीक है दिखाना, जी। एक मिनट, फोर्थ दिखाना। ठीक है सर। ठीक है जी, नेक्स्ट इज एरिया बिटवीन टू कर्व्स। area between two curves, okay। Be two positive curves, then area such that fx ਜਿਹੜਾ ਆਪਣਾ ਵੱਡਾ ਹੈ gx ਤੋਂ, then area enclosed between y equal to fx y equal to gx, x equal to a and x equal to b is what a ਹੁੰਦਾ ਜੀ ਆਪਣੇ ਕੋ। ठीक है जी, अगर पॉजिटिव वगैरह नहीं पता सीधा तो मॉड याद रख लिया करो। ठीक है जी, ये रख लो, ठीक है, तो मॉड कर दिया करो, एरिया हो जाता है। ठीक है, फिर अपन पॉजिटिव नेगेटिव वाला केस वेखਣ ਦੀ ਕੋਈ ਲੋੜ ਨਹੀਂ ਪੈਂਦੀ ਸੀ, ਤੁਸੀਂ ਸਿੱਧਾ ਲਿਖ ਲਓ ਇੱਥੇ। ये ਹੁੰਦਾ ਜੀ ਆਪਣੇ ਏਰੀਆ ਬਿਟਵੀਨ ਟੂ ਕਰਵਸ। ਠੀਕ ਹੈ, ਸਵਾਲ ਲਿਖੋ ਫਿਰ ਇੱਕ। ਸਰ ਸਾਰੇ ਨੇ ਕੁਐਸਚਨ ਕਰੋ, ਦੱਸੋ ਕੀ ਆਨਸਰ ਆਉਂਦਾ ਜੀ। ਏਰੀਆ ਬਿਟਵੀਨ y equal to root x and y equal to x square between 0 to 1। सर एक मिनट ऊपर करना।
4 ऊपर नहीं, ये तो हो गया मेरा थोड़ा थल्ले 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 ओ हो गया ऊपर ला ਤੁਸੀਂ ਨਾਲ ਨੋਟ ਕਰ ਰਹੇ ਹੋ? नहीं ਹਾਂਜੀ गुड़िया नु संभाल रही है ना ਓਕੇ ठीक है चलिए आगे ओके ਆਪਾਂ ਇਹ ਲੱਭਣਾ ਹੈ ਜੀ √x ਤੇ x ਸਕੁਅਰ ਦੇ ਵਿਚਕਾਰ ਠੀਕ ਹੈ 0 to 1 ਬਟ ਥੋੜਾ ਜਿਹਾ ਵੇਖਣ ਵਾਲੀ ਗੱਲ ਇਹ ਹੋਊਗੀ ਕਿ 0 to 1 ਦੇ ਵਿੱਚ √x ਵੱਡਾ ਹੈ ਜਾਂ x ਸਕੁਅਰ ਵੱਡਾ ਹੈ ਹਾਂਜੀ ਕਿਹੜਾ ਦੋਵਾਂ ਚੋਂ ਕਿਹੜਾ ਫੰਕਸ਼ਨ ਵੱਡਾ ਹੈ x स्क्वायर ਧਿਆਨ ਨਾਲ ਦੇਖੋ ਫਿਰ ਇੱਕ ਵਾਰ x ਨੂੰ ਨਾ ਜ਼ਰਾ 1/4 ਲਓ ਤੇ √x ਕੱਢ ਕੇ ਵੇਖੋ ਕਿੰਨਾ ਹੁੰਦਾ ਹੈ √x ਤੁਹਾਡੇ ਕੋਲ ਆ ਜਾਏਗਾ 1/2 ਐਂਡ x ਸਕੁਅਰ ਤੁਹਾਡੇ ਕੋਲ ਆ ਜਾਏਗਾ ਜੀ 1/16 ਹੁਣ ਵੱਡਾ ਕੌਣ ਹੈ 1/2 ਵੱਡਾ ਹੈ ਕਿ 1/16 ਵੱਡਾ ਹੈ 1/2 1/2 ਸੋ √x ਵੱਡਾ ਹੈ 0 to 1 ਦੇ ਵਿੱਚ √x ਵੱਡਾ ਹੈ ਅਗਲੇ ਬੰਨੇ x ਸਕੁਅਰ ਵੱਡਾ ਹੈ ਠੀਕ ਹੈ ਜੀ ਧਿਆਨ ਰਹੇ ਅਗਰ 1 ਤੋਂ ਅੱਗੇ x ਸਕੁਅਰ ਵੱਡਾ ਹੈ √x ਤੋਂ ਲੇਕਿਨ 0 to 1 ਦੇ ਵਿੱਚ ਰਿਲੇਸ਼ਨ ਦਾ ਉਲਟਾ ਹੈ √x ਉਹ ਵੱਡਾ ਹੈ ਸੋ ਏਰੀਆ ਕੀ ਆਏਗਾ ਜੀ ਏਰੀਆ ਆਪਣੇ ਕੋਲ ਥੋੜਾ ਧਿਆਨ ਰੱਖਣ ਦੀ ਲੋੜ ਹੈ ਏਰੀਆ ਵਿਲ ਬੀ from 0 to 1 ਹਾਂਜੀ ਵੱਡੇ ਤੋਂ ਛੋਟਾ ਮਾਈਨਸ ਕਰਨਾ ਹੈ √x minus x square dx ਠੀਕ ਹੈ ਜੀ ਸੋ ਆਪਣੇ ਕੋਲ ਕੀ ਆ ਜਾਏਗਾ ਜੀ ਇਟ ਵਿਲ ਬੀ √x ਦੇ ਇੰਟੀਗ੍ਰੇਸ਼ਨ ਕਿੰਨੀ ਆ ਜਾਏਗੀ ਜੀ x ਦੀ ਪਾਵਰ 3/2 minus x cube by 3 ठीक है 0 to 1 so it will be 2/3 minus 1/3 and this is 1/3 square units ठीक है जी ਸਰ ਇਹ ਦੋਨੋਂ ਪੈਰਾਬੋਲ ਹੈ ਨਾ ਸੇਮ ਸੈਂਟਰ ਤੇ ਹਾਂਜੀ ਹੈਗੇ ਤੇ ਪੈਰਾਬੋਲੇ ਨੇ ਸਰ ਫਿਰ ਆਪਾਂ ਇਸ ਦੇ ਵਿੱਚ ਕਿਸ ਨੂੰ ਵੱਡਾ ਕਿਸ ਤਰ੍ਹਾਂ ਕਹਿ ਦਿੰਦੇ ਆ ਕਿਸ ਤਰ੍ਹਾਂ ਕਹਿ ਰਹੇ ਹੋ ਤੁਸੀਂ ਵੱਡਾ ਕਿਵੇਂ ਇਹ ਕਿੱਦਾਂ ਜਾ ਰਿਹਾ ਨਾ 0 to 1 ਦੇ ਵਿੱਚ ਏਰੀਆ ਤਾਂ ਸੇਮ ਜਿਹੜਾ ਉੱਪਰ ਹੈ ਉਹ ਵੱਡਾ ਹੈ ਠੀਕ ਹੈ ਜੀ ਓਕੇ ਠੀਕ ਹੈ ਜੀ ਠੀਕ ਹੈ ਓਕੇ ਇੱਕ ਚੀਜ਼ ਹੋਰ ਲਿਖ ਲਓ ਫਿਰ ਛੋਟੀ ਜਿਹੀ ਮੈਨੂੰ ਯਾਦ ਆ ਗਈ ਮੈਨੂੰ ਦੱਸੋ y ਸਕੁਅਰ ਇਕੁਅਲ ਟੂ 4ax ਤੇ x ਸਕੁਅਰ ਇਕੁਅਲ ਟੂ 4ay ਇਹਦਾ ਇੰਟਰਸੈਕਸ਼ਨ ਪੁਆਇੰਟ ਕਿਹੜੇ ਕਿਹੜੇ ਹੁੰਦੇ ਆ ਸਰ 4a 4a ਦੋ ਹੁੰਦੇ ਨੇ ਸਰ 4a 4a ਇੱਕ ਪੁਆਇੰਟ ਤੇ ਹੋ ਗਿਆ 0, ਸਰ ਇੱਕ 0,0 ਇੱਕ 4a 4a ਹਾਂਜੀ ਠੀਕ ਹੈ ਜੀ ਇਹ ਦੋ ਪੁਆਇੰਟ ਆਫ ਇੰਟਰਸੈਕਸ਼ਨ ਹੁੰਦੇ ਨੇ ਸੋ ਏਰੀਆ enclosed between y square equal to 4ax and x square equal to 4ay from x equal to 0 and x equal to 4a is equal to what? This is the formula. ਦੱਸਦਾ ਜੀ ਯਾਦ ਰੱਖਣਾ ਹੈ ਆਪਾਂ 16a square by 3 ਠੀਕ ਹੈ ਜੀ ਇਹ ਫਾਰਮੂਲਾ ਯਾਦ ਰੱਖਣਾ ਹੈ ਪਰ ਇਸ ਫਾਰਮੂਲਾ ਕੀ ਹੈ ਜੀ 16a square by 3 ਠੀਕ ਹੈ ਜਾਂ ਤੁਸੀਂ ਇਦਾਂ ਯਾਦ ਰੱਖ ਲਓ 4a ਦਾ ਸਕੁਅਰ by 3 4a ਦਾ ਸਕੁਅਰ by 3 ਇਹਨੂੰ ਇਦਾਂ ਲਿਖਿਆ ਜਿੱਦਾਂ ਲਿਖਿਆ ਇਹਦੇ ਸੇਮ ਨੇ ਪਰ ਮੈਂ ਇਦਾਂ ਕਿਉਂ ਲਿਖਿਆ ਇਦਾਂ ਲਿਖਣ ਚ ਸੌਖਾ ਹੈ ਆਪਣੇ ਕੋਲ ਕਿਉਂਕਿ ਜਿੰਨੀ ਵੀ ਟਰਮ ਇੱਥੇ ਐਕਸਟਰਾ ਲੱਗੀ ਆ ਉਹਦਾ ਸਕੁਅਰ ਕਰੋ ਉਹਨੂੰ 3 ਨਾਲ ਡਿਵਾਈਡ ਕਰ ਦਿਓ ਤੁਹਾਡੇ ਕੋਲ ਏਰੀਆ ਆ ਜਾਏਗਾ ਠੀਕ ਹੈ ਜੀ ਹੁਣ ਵੇਖੋ ਆਪਣੇ ਕੋਲ ਸਵਾਲ ਸੀਗਾ y equal to √x ਤੇ y equal to x square ਇਹ ਬੇਸਿਕਲੀ ਕੀ ਹੈ y square equal to x ਸੀਗਾ ਤੇ ਠੀਕ ਹੈ ਇਸ ਕੇਸ ਆਪਣਾ ਇਧਰ ਕਿੰਨਾ ਲੱਗਾ x ਦੇ ਨਾਲ ਕਿੰਨਾ ਲੱਗਾ 1 ਲੱਗਾ ਨਾ 1 ਦਾ ਕਰੋ ਸਕੁਅਰ 3 ਨਾਲ ਕਰ ਦਿਓ ਡਿਵਾਈਡ ਏਰੀਆ ਕਿੰਨਾ ਆ ਗਿਆ ਜੀ 1/3 ਸੌਖਾ ਲੱਗਿਆ ਪਤਾ ਸਿਸਟਮ ਹੁਣ
यस सर इंटीग्रेशन भी नहीं करनी, सीधा फॉर्मूला याद रखना है। एक्स ਨਾਲ ਜਿਹੜੀ ਵੀ ਟਰਮ ਲੱਗੀ ਆ ਉਹਦਾ ਸਕੁਅਰ ਕਰੋ, 3 ਨਾਲ ਡਿਵਾਈਡ ਕਰ ਦਿਓ, ਤੁਹਾਡਾ ਏਰੀਆ ਆ ਜਾਏਗਾ ਜੀ। ਠੀਕ ਹੈ ਜੀ। यस सर ਤੇ ਇੱਕ ਡਾਇਗਰਾਮ ਬਣਾਉਂਦੇ ਆ ਇਹਦੇ ਰਿਲੇਟਡ, ਦੋ ਉੱਥੋਂ ਆਪਾਂ ਹੋਰ ਏਰੀਆ ਕੱਢਣੇ ਆ। ਬੜੀ ਵਧੀਆ ਚੀਜ਼ ਸਾਹਮਣੇ ਆ ਗਈ ਆਪਣੇ ਕੋਲ। ਓਕੇ, ਧਿਆਨ ਨਾਲ ਵੇਖੋ ਨਾ, 3 ਏਰੀਆ ਬਣਦੇ ਆਪਣੇ ਕੋਲ ਇੱਥੇ। ਨੰਬਰ 1 ਇਹ ਵਾਲਾ, ਨੰਬਰ 2 ਇੱਕ ਏਰੀਆ ਬਣਿਆ, ਇੱਕ ਆਪਣੇ ਕੋਲ ਏਰੀਆ ਬਣਦਾ ਹੈ। ਤੀਜਾ ਏਰੀਆ ਆਪਣੇ ਕੋਲ ਹੋਰ ਬਣਦਾ ਇੱਕ, ਇਹ ਵਾਲਾ ਏਰੀਆ। ਸੇਮ ਹੋ ਗਿਆ ਕਲਰ ਨਾ, ਲਾ ਦਿੰਦੇ ਆਪਾਂ। ਠੀਕ ਹੈ, ਧਿਆਨ ਨਾਲ ਵੇਖੋ, ਇਹ ਪੁਆਇੰਟ ਆਪਣਾ ਸੀਗਾ 0,0, ਇਹ ਪੁਆਇੰਟ ਆਪਣਾ ਹੈਗਾ 4a,0, ਇਹ ਪੁਆਇੰਟ 0,4a, ਐਂਡ ਇਹ ਪੁਆਇੰਟ ਕਿੰਨਾ ਜੀ 4a,4a। ਠੀਕ ਹੈ, ਇਹ ਏਰੀਆ ਆਪਾਂ ਕੱਢਿਆ ਕਿੰਨਾ ਸੀਗਾ 16a²/3 ਆਇਆ। ਠੀਕ ਹੈ, ਇਹ ਗੱਲ ਹੋਰ ਨਾਲ ਯਾਦ ਰੱਖੋ, ਜਿਹੜਾ ਇਹ ਅਗਰ ਆਪਾਂ ਨੂੰ ਇਹ ਵਾਲਾ ਏਰੀਆ ਪੁੱਛ ਲੇ ਪੇਪਰ 'ਚ ਕੋਈ, ਇਹ ਵੀ ਕਿੰਨਾ ਹੁੰਦਾ, ਇਹ ਵੀ 16a² 3 ਹੁੰਦਾ ਹੈ। ਠੀਕ ਹੈ ਜੀ, ਐਂਡ ਇਹ ਵੀ ਕਿੰਨਾ ਹੁੰਦਾ, ਇਹ ਵੀ 16a² 3 ਹੁੰਦਾ ਹੈ। ਤੇ ਪੂਰਾ ਜਿਹੜਾ ਪੂਰਾ ਏਰੀਆ ਕਿੰਨਾ ਆਉਣਾ, ਉਹ ਆਪਾਂ ਨੂੰ ਪਤਾ ਹੀ ਹੈ ਜੀ ਕਿੰਨਾ ਆਏਗਾ, 16a² ਆਏਗਾ, ਕਿਉਂਕਿ ਉਹ ਕੀ ਹੈ ਜੀ ਆਪਣੇ ਕੋਲ ਸਕੁਅਰ ਹੈ, ਜਿਹਦੀ ਸਾਈਡ ਕਿੰਨੀ ਆ 4a। ਸੋ ਬੇਸਿਕਲੀ ਕੀ ਹੈ ਜੀ, ਜਿਹੜਾ ਆਪਣੇ ਕੋਲ ਸਕੁਅਰ ਬਣਦਾ ਹੈ, ਇਹਨੂੰ ਇਹ ਜਿਹੜੇ ਦੋ ਪੈਰਾਬੋਲਾ ਨੇ ਇਹਨੂੰ 3 ਹਿੱਸਿਆਂ 'ਚ ਵੰਡ ਦਿੰਦੇ ਨੇ, ਤਿੰਨਾਂ ਦਾ ਏਰੀਆ ਕਿੰਨਾ ਹੁੰਦਾ ਜੀ, ਸੇਮ ਹੁੰਦਾ ਹੈ। ਠੀਕ ਹੈ ਜੀ, ਤੋ ਇਹਨੂੰ ਯਾਦ ਰੱਖਣਾ ਥੋੜਾ ਜਿਹਾ। ਮੇਨਲੀ ਚੀਜ਼ ਇਹ ਯਾਦ ਰੱਖਣੀ ਆਪਾਂ ਕਿ y² = 4ax and x² = 4ay। ਇਦਾਂ ਦੇ ਵਿੱਚ ਏਰੀਆ ਕਿੰਨਾ ਹੈ, ਜਿੰਨੀ x ਨਾਲ ਟਰਮ ਲੱਗੀ ਹੈ ਉਹਦਾ ਸਕੁਅਰ ਕਰੋ, 3 ਨਾਲ ਕਰ ਦਿਓ ਡਿਵਾਈਡ, ਗੱਲ ਖਤਮ। ਓਕੇ ਜੀ, ਜੇ ਮੰਨ ਲਓ ਆਪਣੇ ਕੋਲ ਇਹਦਾ ਏਰੀਆ ਪੁੱਛ ਲਿਆ, y² = 9x and x² = 9y। ਧਿਆਨ ਨਾਲ ਰਹੇ, ਸੇਮ ਹੋਣੇ ਚਾਹੀਦੇ ਇਹ ਦੋ ਟਰਮ। ਠੀਕ ਹੈ, ਤਾਂ ਇਹਦਾ ਫਾਰਮੂਲਾ ਲੱਗਦਾ ਹੈ, ਅਦਰਵਾਈਜ਼ ਨਹੀਂ ਲੱਗੇਗਾ। ਸੋ ਏਰੀਆ ਕਿੰਨਾ ਆਏਗਾ, 9 ਦਾ ਸਕੁਅਰ ਕੀਤਾ 81, 81/3 ਕਿੰਨਾ ਆਏਗਾ ਜੀ 27 ਸਕੁਅਰ ਯੂਨਿਟਸ ਏਰੀਆ। ਕੋਈ ਆਪਾਂ ਨੂੰ ਕੈਲਕੂਲੇਸ਼ਨ ਕਰਨ ਦੀ ਕੋਈ ਲੋੜ ਨਹੀਂ, ਕੁਝ ਨਹੀਂ ਕਰਨਾ ਆਪਾਂ। ਓਕੇ ਜੀ, ओके सर ਮੇਰੇ ਖਿਆਲ ਨਾਲ these are enough ਕਿ ਡੈਫੀਨਿਟ ਚ ਬਹੁਤ ਮਿਨਫ ਕੰਮ ਆਪਾਂ ਕਰ ਚੁੱਕੇ ਹਾਂ। ਠੀਕ ਹੈ ਜੀ, ਨੈਕਸਟ ਆਪਾਂ ਚੱਲਦੇ ਹਾਂ ਫਿਰ ਆਪਣੇ ਨੈਕਸਟ ਕੰਮ ਪਰ। 1 ਮਿੰਟ ਦਿਓ ਮੈਨੂੰ ਬਸ। ਸਰ ਜੇ ਤੁਸੀਂ 27 ਕੱਢਿਆ ਸੀਗਾ, ਉਹ ਏਰੀਆ ਇਨਕਲੋਜ਼ਡ ਆਇਆ ਸੀਗਾ ਜੇ ਤੁਸੀਂ ਹਾਂ, ਏਰੀਆ ਇਹ ਵਾਲਾ, ਇਹੀ ਵਾਲਾ ਕੱਢਦੇ ਆਪਾਂ, ਇਹ ਵਾਲਾ ਏਰੀਆ। 27 ਹੈ ਨਾ ਸਰ? ਹਾਂਜੀ, ਕਿ ਮਤਲਬ ਇਹ ਲੱਗਦਾ ਨਾ y² = 9x ਤੇ x² = 9y। ਇਹ ਦੋ ਪੈਰਾਬੋਲਾ ਦੇ ਵਿਚਕਾਰ ਜਿਹੜਾ ਏਰੀਆ ਬਣੇਗਾ, ਜੋ ਵੀ ਡਾਇਗਰਾਮ ਬਣੇਗੀ। ਠੀਕ ਹੈ, ਕੁਝ ਨਹੀਂ ਕਰਨਾ ਕਿ ਇਹ ਟਰਮ ਦਾ ਸਕੁਅਰ ਕਰੋ, 3 ਨਾਲ ਡਿਵਾਈਡ ਕਰੋ। ਓਕੇ ਸਰ। ਠੀਕ ਹੈ ਜੀ, ਓਕੇ, 1 ਮਿੰਟ ਦਿਓ ਬਸ ਮੈਨੂੰ, ਆਪਾਂ ਕਰਦੇ ਹਾਂ ਸ਼ੁਰੂ ਆਪਣਾ ਅਗਲਾ ਕੰਮ। ਓਕੇ, ਨੈਕਸਟ ਆਪਣੇ ਕੋਲ ਹੈ ਡਬਲ ਐਂਡ ਟ੍ਰਿਪਲ ਇੰਟੀਗਰਲਸ। ਪਹਿਲਾਂ ਡਬਲ ਇੰਟੀਗਰਲ ਕਰ ਲੈਂਦੇ ਹਾਂ, ਫਿਰ ਟ੍ਰਿਪਲ ਤੇ ਜਾਂਦੇ ਹਾਂ ਆਪਾਂ।
ਓਕੇ ਠੀਕ ਹੈ। ਜਿਵੇਂ ਆਪਾਂ ਆਪਣੀ ਸਿੰਪਲ ਇੰਟੀਗ੍ਰੇਸ਼ਨ ਕਰਦੇ ਆ ਨਾ, ਡੈਫੀਨਿਟ ਇੰਟੀਗ੍ਰੇਸ਼ਨ ਆਪਾਂ ਇੰਟਰਵਲ ਦੇ ਉੱਪਰ ਕਰਦੇ ਆ, ਠੀਕ ਹੈ ਜੀ। ਪਰ ਜਿਹੜੀ ਆਪਣੀ ਈਵਨ ਇੰਟੀਗ੍ਰੇਸ਼ਨ ਹੁੰਦੀ ਹੈ, ਡਬਲ ਇੰਟੀਗ੍ਰੇਸ਼ਨ, ਉਹਦੀ ਡੋਮੇਨ ਹੁੰਦੀ ਹੈ ਇੱਕ ਸਰਫੇਸ ਏਰੀਆ, ਠੀਕ ਹੈ ਜੀ, ਐਕਸ ਵਾਈ ਪਲੇਨ ਦੇ ਵਿੱਚ ਹੁੰਦਾ। ਸੋ ਸਪੋਜ਼ ਆਪਾਂ ਨੂੰ ਜਿਹੜਾ ਸਰਫੇਸ ਏਰੀਆ ਇਹ ਗਿਵਨ ਹੈ, ਲੈਟ A is equal to this, ਠੀਕ ਹੈ ਜੀ। ਇਹ ਏਰੀਆ ਆਪਾਂ ਨੂੰ ਫੰਕਸ਼ਨ ਦਿੱਤਾ ਹੈ ਵਾਲਾ, ਬਸ ਕਿਹੜੇ ਫੰਕਸ਼ਨ ਦੀ ਕਰਨੀ, ਮੰਨ ਲਓ ਆਪਾਂ f ਦੀ ਇੰਟੀਗ੍ਰੇਸ਼ਨ ਕਰਨੀ ਹੈ ਆਪਾਂ। ਹੁਣ ਅਗੇ ਆਪਣੇ ਕੋਲ ਸਿੰਗਲ ਵੇਰੀਏਬਲ ਦਾ ਫੰਕਸ਼ਨ ਹੁੰਦਾ ਸੀਗਾ, ਹੁਣ ਆਪਣੇ ਕੋਲ ਦੋ ਵੇਰੀਏਬਲਸ ਦਾ ਫੰਕਸ਼ਨ ਹੋਏਗਾ। ਸੋ ਡਬਲ ਇੰਟੀਗਰਲ ਆਪਾਂ ਇਦਾਂ ਕੱਢਾਂਗੇ ਜੀ, ਓਵਰ ਏਰੀਆ A of f x, y dx dy ਜਾਂ dA ਕਹਿ ਲਓ, ਠੀਕ ਹੈ, ਓਵਰ ਦਾ ਏਰੀਆ A। ਇਹ ਕਿੰਦਾ ਹੁੰਦਾ ਆਪਣੇ ਕੋਲ fx y ਦੀ ਇੰਟੀਗ੍ਰੇਸ਼ਨ ਕਰਨੀ ਹੈ ਆਪਾਂ। ਪਹਿਲਾਂ ਵੇਖੋ y ਦੀਆਂ ਟਰਮਸ ਜਿਹੜਾ ਆਪਣੇ ਕੋਲ ਇਨ ਟਰਮਸ ਆਫ x, ਸੋ ਪਹਿਲਾਂ y ਦੀ ਲਿਮਿਟ ਆਏਗੀ, ਠੀਕ ਹੈ ਜੀ। ਸੋ y ਦੀ ਇੰਟੀਗ੍ਰੇਸ਼ਨ ਕਰ ਲਾਂਗੇ ਆਪਾਂ ਫਰੋਮ g1x ਤੋਂ ਲੈ ਕੇ g2x ਤੱਕ, ਠੀਕ ਹੈ। ਬਾਅਦ ਚ ਆਪਾਂ ਕਦੀ ਲਾਉਣੀ ਆਪਾਂ x ਦੀ, ਕਿਉਂਕਿ x ਦੇ ਲਿਮਿਟ ਕਾਂਸਟੈਂਟ ਨੇ, ਜਿਹਦੀਆਂ ਲਿਮਿਟਸ ਕਾਂਸਟੈਂਟ ਨੇ ਉਹਨੂੰ ਬਾਅਦ ਚ ਲਾਉਣਾ ਹੈ ਆਪਾਂ। ਸੋ a to b, ਠੀਕ ਹੈ। ਇਹਨੂੰ ਆਪਾਂ ਸਿੰਪਲ ਇਦਾਂ ਵੀ ਲਿਖ ਦਿੰਨੇ ਆ, ਠੀਕ ਹੈ ਜੀ। ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ, ਓਕੇ। ਇਹਨੂੰ ਆਪਾਂ ਜਿਵੇਂ ਆਪਣੇ ਕੋਲ ਸੀਗਾ ਇੱਥੇ y ਦੀਆਂ ਟਰਮਸ ਦਿੱਤੀਆਂ ਪਹਿਲਾਂ ਇਨ ਟਰਮਸ ਆਫ x, y ਦੀ ਲਿਮਿਟਸ, ਉਲਟਾ ਵੀ ਮਿਲ ਸਕਦਾ ਹੈ ਆਪਾਂ ਨੂੰ। ਤੋ ਇਹ ਸੀਗਾ 1 ਕੇਸ। ਨੰਬਰ 2 ਹੋ ਸਕਦਾ ਆਪਣੇ ਕੋਲ ਉਲਟਾ ਹੋਵੇ, ਆਪਾਂ ਨੂੰ x ਇਨ ਟਰਮਸ ਆਫ y ਦਿੱਤਾ ਹੋਏ, ਐਂਡ y ਜਿਹੜਾ ਹੈ ਉਹ ਆਪਾਂ ਨੂੰ ਕਾਂਸਟੈਂਟ ਦਿੱਤਾ ਹੋਏ, ਠੀਕ ਹੈ ਜੀ। ਸੋ ਤੇ ਫੰਕਸ਼ਨ ਆਪਣੇ ਕੋਲ ਹੀ ਹੈ ਜੀ f of x, y। ਇਸ ਕੇਸ ਆਪਣੇ ਕੋਲ ਕੀ ਹੁੰਦਾ ਹੈ, ਠੀਕ ਹੈ। ਹੁਣ ਆਪਾਂ ਨੂੰ y ਦੀਆਂ ਲਿਮਿਟਸ ਕਾਂਸਟੈਂਟ ਨੇ, y ਨਾਲ ਬਾਅਦ ਕਰਨਾ, ਪਹਿਲਾਂ x ਨਾਲ ਕਰਨੀ ਇੰਟੀਗ੍ਰੇਸ਼ਨ, ਠੀਕ ਹੈ। ਐਂਡ x ਕਿੱਥੋਂ ਲੈ ਕੇ g1 y ਤੋਂ g2 y, ਐਂਡ ਬਾਅਦ ਕਰਨੀ y ਨਾਲ, ਐਂਡ y ਆਪਣਾ ਇਸ ਫਰਮ a to b, ਠੀਕ ਹੈ ਜੀ। ਓਕੇ, ਅਗਰ ਆਪਣੇ ਲਿਮਿਟਸ ਕਾਂਸਟੈਂਟ ਨੇ, ਮਤਲਬ x ਦੀਆਂ ਲਿਮਿਟਸ ਵੀ ਕਾਂਸਟੈਂਟ ਨੇ, y ਦੀਆਂ ਲਿਮਿਟਸ ਵੀ ਕਾਂਸਟੈਂਟ ਨੇ, ਫਿਰ x ਵਾਲਾ ਅੱਗੇ ਕਰੋ, y ਵਾਲਾ ਅੱਗੇ ਕਰੋ, ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਜੀ। ਨੰਬਰ 3 ਲਿਖ ਲਓ, ਠੀਕ ਹੈ ਜੀ। ਫਿਰ ਜਿਹਨੂੰ ਮਰਜ਼ੀ ਅੱਗੇ ਕਰ ਲਓ, ਅੱਗੇ ਪਿੱਛੇ ਕਰ ਲਓ, ਕੋਈ ਆਪਣੇ ਕੋਲ ਫਰਕ ਨਹੀਂ ਹੋਏਗਾ, ਓਕੇ। ਇੱਕ ਹੋਰ ਚੀਜ਼ ਲਿਖ ਲਓ, ਜਦੋਂ ਲਿਮਿਟਸ ਤੇ ਆਪਣੇ ਕਾਂਸਟੈਂਟ ਨੇ,
ਮਤਲਬ ਇਦਾਂ ਹੀ ਜਿਵੇਂ ਆਪਣੇ ਥਰਡ ਕੇਸ ਸੀਗੀ। ਠੀਕ ਹੈ, ਲੈਟ ਕਿਹੜਾ ਆਪਣਾ ਫੰਕਸ਼ਨ ਐਫ ਹੈ, ਉਹ ਟੁੱਟ ਜਾਂਦਾ ਦੋ ਫੰਕਸ਼ਨ ਦੀ ਪ੍ਰੋਡਕਟ ਦੇ ਵਿੱਚ, hx gy, ਮਤਲਬ h ਵਾਲਾ ਹਿੱਸਾ ਆਪਾਂ ਵੱਖਰਾ, x ਵਾਲਾ ਹਿੱਸਾ ਆਪਾਂ ਵੱਖਰਾ ਕਰ ਸਕਦੇ ਹਾਂ ਤੇ y ਵਾਲਾ ਆਪਾਂ ਵੱਖਰਾ ਕਰ ਸਕਦੇ ਹਾਂ। ਉਸ ਕੇਸ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਜੀ, ਸਿੰਪਲ ਆ ਜਾਂਦੀ ਹੈ ਆਪਣੇ ਕੋਲ। ਸਿੱਧਾ ਹੀ ਕਿ x ਵਾਲੇ ਦੀ ਵੱਖਰੀ ਕਰ ਲਓ, x ਵਾਲਾ ਕਿਹੜਾ hx ਨਾਲ ਮਲਟੀਪਲਾਈ ਕਰ ਦੋ y ਵਾਲੇ ਦੀ। ਠੀਕ ਹੈ ਜੀ, ਆਈ ਥਿੰਕ ਚਾਰੋਂ ਕੇਸ ਕਲੀਅਰ ਹੋਣੇ ਚਾਹੀਦੇ ਹੁਣ, ਕਿਹੜਾ ਕਿੱਦਾਂ ਕਿੱਦਾਂ ਕੀਤਾ ਆਪਾਂ। ਠੀਕ ਹੈ, तो सवाल करो एक जरा फिर। ਸਰ ਲਾਸਟ ਵਾਲੀ ਫਾਰਮ ਦੁਬਾਰਾ ਦੱਸਿਓ। ਹਾਂਜੀ ਇੱਕ ਮਿੰਟ ਜੀ। ਲਾਸਟ ਵਾਲੀ ਜਿਵੇਂ ਮੰਨ ਲਓ ਇਦਾਂ ਆਪਣੇ ਕੋਲ ਫੰਕਸ਼ਨ ਆ ਗਿਆ ਨਾ fx is equal to y, ਆਪਣੇ ਕੋਲ ਮੰਨ ਲਓ ਇਦਾਂ ਆ ਜੇ that x square into y square। ਹੁਣ ਵੇਖੋ ਦੋ ਫੰਕਸ਼ਨ ਦੀ ਵੱਖਰੀ ਵੱਖਰੀ ਪ੍ਰੋਡਕਟ ਹੈ, x ਵਾਲਾ ਵੱਖਰਾ ਹੈ y ਵਾਲਾ ਵੱਖਰਾ ਹੈ। ਇਸ ਕੇਸ ਅਗਰ ਲਿਮਿਟ ਕਨਸਟੈਂਟਸ ਹੈ ਤਾਂ, ਅਦਰਵਾਈਜ਼ ਨਹੀਂ। ਲਿਮਿਟ ਕਨਸਟੈਂਟਸ ਨੇ a b c d, ਦੈਨ ਫੰਕਸ਼ਨ ਅਲੱਗ-ਅਲੱਗ ਹੀ ਕਰ ਲਓ ਲਿਮਿਟ ਇਹਦੀ। ਠੀਕ ਹੈ ਜੀ, ਕਿਦਾਂ ਕਿ x ਵਾਲਾ ਵੱਖਰਾ ਕਰ ਲਓ, y ਵਾਲਾ ਵੱਖਰਾ ਕੈਲਕੂਲੇਟ ਕਰ ਲਓ, ਤੁਹਾਨੂੰ ਮਲਟੀਪਲਾਈ ਕਰ ਦੋ। ਐਗਜ਼ਾਮਪਲ ਵੇਖੋ ਨਹੀਂ ਲੱਗ ਜਾਏਗਾ ਪਤਾ ਆਪਣੇ ਕੋਲ ਜਿਹੜਾ ਕੇਸ ਹੁਣ ਪਿਆ। ਵੇਖੋ ਕਿ ਆਪਣੇ ਕੋਲ ਫੰਕਸ਼ਨ ਕੀ ਪਿਆ, x into y square, x ਵਾਲਾ ਵੱਖਰਾ ਕਰ ਸਕਦੇ ਆਪਾਂ, y square ਵਾਲਾ ਵੱਖਰਾ ਵੱਖਰਾ ਪਿਆ। ਸੋ ਇਸ ਕੇਸ ਲਿਮਿਟ ਵੀ ਕਾਂਸਟੈਂਟ ਨੇ, ਸੋ ਇਸ ਕੇਸ ਕੁਝ ਨਹੀਂ ਕਰਨਾ, ਸੌਖਾ ਕੰਮ ਹੈ ਜੀ। x square ਵਾਲੇ x ਵਾਲੇ ਦੀ ਲਿਮਿਟ ਵੱਖਰੀ ਕਰੋ, x ਦੀ ਲਿਮਿਟਸ ਕਿੰਨੀਆਂ ਨੇ 2 to 3, y ਵਾਲੇ ਦੀ ਵੱਖਰੀ ਕਰੋ, ਸੋ y ਦੀ ਲਿਮਿਟ ਕਿੰਨੀਆਂ ਨੇ 1 to 4 ਐਂਡ y square dy। ਸੋ ਆਪਣੇ ਕੀ ਬਣ ਜਾਂਦਾ ਹੈ x square by 2, इधर बन जाता अपने को y cube by 3 1 2 2। सो पुट किया इट विल बी 3 स्क्वायर into 4 sir। ठीक है जी, आंसर दसो कितना है फिर मेनू 19 में 6 आ गया जी सब दा। ओके सर y की लिमिट 1 to 4 है। ओके दी 1 to 4 लो जी, ठीक है। आंसर दसो मैंने कितना है, इतना ही है सब दा। सर ਸਰ 105 by 2। 105 by 2 ठीक है जी, ओके यस ਹਾਂਜੀ सर। ਸਰ ਲੱਗ ਗਈ ਸਮਝ। ठीक है। ये भी करो फिर। हाँ जी ये करो जरा।
1/9 ਉਹ ਧਿਆਨ ਨਾਲ ਵੇਖੋ ਇੱਥੇ ਕਿੱਦਾਂ ਕਿ ਲਿਮਿਟਸ ਆਪਾਂ ਨੂੰ ਦਿੱਤੀਆਂ ਨੇ ਪਰ ਲੱਭਣੀਆਂ ਪੈਣਗੀਆਂ ਇੱਥੇ ਆਪਾਂ ਨੂੰ ਕਿੰਨੀਆਂ ਨੇ। ਠੀਕ ਹੈ, ਏਰੀਆ ਵੇਖੋ, ਏਰੀਆ ਕੀ ਹੈ ਜੀ ਆਪਣੇ ਕੋਲ ਗਿਵਨ ਹੈਗਾ ਠੀਕ ਹੈ। ਸੋ ਇਹ ਏਰੀਆ ਗਿਵਨ ਹੈ ਆਪਾਂ ਨੂੰ। ठीक है जी, तो ये अपना हैगा जी y इक्वल टू 0, ये अपने को होगा x इक्वल टू 0 एंड ये अपना कर्व है जी x स्क्वायर प्लस y स्क्वायर इक्वल टू 1। then ਤੁਸੀਂ ਇਦਾਂ ਲਿਖ ਲਓ that y is equal to root of 1 minus x square। ਠੀਕ ਹੈ, ਤੁਸੀਂ ਦੂਜੇ ਤਰੀਕੇ ਨਾਲ ਵੀ ਲਿਖ ਸਕਦੇ ਹੋ that x is equal to root of 1 minus y square। ਸੋ ਧਿਆਨ ਨਾਲ ਵੇਖੋ ਲਿਮਿਟ ਕਿੱਦਾਂ ਆਏਗੀ ਜੀ ਆਪਣੀ ਇਸ ਤਰੀਕੇ ਨਾਲ। ਠੀਕ ਹੈ, तो ਪਹਿਲਾਂ ਕਿੱਥੋਂ ਵੇਰੀ ਕਰ ਰਿਹਾ ਆਪਣਾ y 0 ਤੋਂ ਲੈ ਕੇ ਜਾ ਰਿਹਾ ਜੀ ਕਿੱਥੋਂ ਤੱਕ, ਇਸ ਕਰਵ ਤੱਕ। ਤੇ ਕਰਵ ਕੀ ਹੈ ਜੀ root 1 minus x square 0 ਤੋਂ ਲੈ ਕੇ। ਠੀਕ ਹੈ ਜੀ, ਉਸ ਤੋਂ ਬਾਅਦ x ਵੇਖੋ, x ਦੀ ਵੈਲਿਊ ਜਿਹੜੀ ਲਿਮਿਟ ਲੈਣੀ ਆ ਉਹ ਆਪਾਂ ਲੈਣੀ ਆ ਇੰਡੀਪੈਂਡੈਂਟ, ਉਹਨੂੰ ਆਪਾਂ x ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਜਾਂ y ਤੇ ਡਿਪੈਂਡ ਨਹੀਂ ਕਰਨੀ ਚਾਹੀਦੀ। ਸੋ x ਕਿਸ ਤੱਕ ਜਾ ਰਿਹਾ ਇੱਥੋਂ ਲੈ ਕੇ ਇਸ ਤੱਕ ਜਾ ਰਿਹਾ, ਡੇ ਪੁਆਇੰਟ ਕਿੰਨਾ ਜੀ 1 ਹੈ। ਸੋ x ਜਾ ਰਿਹਾ ਫਰਮ 0 to 1। ਸੋ ਆਪਣੇ ਕੋਲ ਆ ਗਿਆ ਪਹਿਲਾਂ ਇੰਟੀਗ੍ਰੇਸ਼ਨ ਕਰਨੀ ਆਪਾਂ y ਦੇ ਨਾਲ, ਫਿਰ ਆਪਾਂ ਕਰਨੀ ਹੈ ਜੀ x ਨਾਲ। ਤੁਸੀਂ ਉਲਟਾ ਵੀ ਕਰ ਸਕਦੇ ਸੀਗੇ। ਠੀਕ ਹੈ, ਪਹਿਲਾਂ x ਨਾਲ ਕਰਕੇ ਫਿਰ ਆਪਾਂ ਲਿਮਿਟ root of 1 minus y square ਆ ਜਾਏਗੀ। ਠੀਕ ਹੈ ਜੀ, तो ਧਿਆਨ ਨਾਲ ਵੇਖੋਗੇ ਆਪਣੇ ਕੋਲ ਬਣ ਜਾਏਗਾ ਜੀ 0 to 1। ਪਹਿਲਾਂ y ਨਾਲ ਇੰਟੀਗ੍ਰੇਸ਼ਨ ਕਰਨੀ ਆ। ਹਾਂਜੀ, ਲਿਮਿਟ ਦੁਬਾਰਾ ਦੱਸ ਦੋ। ਦੇਖੋ ਨਾ ਪਹਿਲਾਂ y √1 ਓਕੇ, ਪਹਿਲਾਂ ਮੈਂ ਚਾਹੁੰਦਾ ਕਿ ਮੈਂ y ਨਾਲ ਇੰਟੀਗ੍ਰੇਸ਼ਨ ਕਰਨਾ। ਠੀਕ ਹੈ, ਜਦੋਂ ਤੁਸੀਂ ਜਿੰਨਾ ਪਹਿਲਾਂ x ਨਾਲ ਕਰਨੀ ਜਿੰਨਾ ਮਰਜ਼ੀ ਕਰ ਸਕਦੇ ਹੋ। ਅਗਰ ਮੈਂ ਪਹਿਲਾਂ y ਨਾਲ ਇੰਟੀਗ੍ਰੇਸ਼ਨ ਕਰਨੀ ਆ ਦੈਨ y ਦੀਆਂ ਲਿਮਿਟਸ ਜਿਹੜੀਆਂ ਨੇ ਇਨ ਟਰਮਸ ਆਫ x ਹੋਣਗੀਆਂ। ਹੁਣ ਵੇਖੋ y ਹੁੰਦਾ ਇਸ ਐਕਸਿਸ ਦੇ ਅਲੋਂਗ ਨਾ ਇਦਾਂ y ਹੁੰਦਾ ਆਪਣੇ ਕੋਲ। ਸੋ y ਇੱਥੋਂ ਚੱਲਣਾ ਸ਼ੁਰੂ ਹੁੰਦਾ ਹੈ, ਇੱਥੇ ਖਤਮ ਹੁੰਦਾ ਜਾ ਕੇ। ਠੀਕ ਹੈ, ਸੋ y ਕਿੱਥੋਂ ਸ਼ੁਰੂ ਹੋਇਆ, y 0 ਤੋਂ ਸ਼ੁਰੂ ਹੋਇਆ, ਇਸ ਕਰਵ ਤੱਕ ਗਿਆ ਤੇ ਇਸ ਕਰਵ ਦੇ ਉੱਪਰ y ਦੀ ਵੈਲਿਊ ਕਿੰਨੀ ਹੈ ਜੀ root of 1 minus x square। ਸੋ ਆਪਣੇ ਕੋਲ ਹੈਗਾ 0 to root of 1 minus x square। ਉਸ ਤੋਂ ਬਾਅਦ ਆਪਾਂ ਲੱਭਣੀ x ਦੀ ਲਿਮਿਟ, ਪਰ x ਦੀ ਲਿਮਿਟ ਲੱਭਣੀ ਉਹ ਕਨਸਟੈਂਟ ਹੋਣੀ ਚਾਹੀਦੀ ਹੁਣ। ਠੀਕ ਹੈ, ਜਿਹੜੀ ਲਾਸਟ ਲਿਮਿਟ ਆ ਹਮੇਸ਼ਾ ਕਨਸਟੈਂਟ ਹੁੰਦੀ ਹੈ ਜੀ। ਤਾਂ ਫਿਰ ਆਪਣੇ ਕੋਲ ਕੀ ਆਏਗਾ ਜੀ x ਇੱਥੋਂ ਸ਼ੁਰੂ ਹੁੰਦਾ ਹੈ, ਇੱਥੇ ਤੱਕ ਜਾਂਦਾ ਹੈ, ਇੱਥੇ x ਦੀ ਲਿਮਿਟ ਕਿੰਨੀ ਹੈ ਜੀ 1। ਸੋ 0 to 1 ਆ ਜਾਏਗਾ। ਠੀਕ ਹੈ ਜੀ, ਸਰ y ਨੂੰ ਵੀ 0 to 1 ਕਿਉਂ ਨਹੀਂ ਲਿੱਤਾ, ਲਾਈਕ ਜਿਵੇਂ x square plus y square is equal to 1 ਸੀ ਉੱਥੇ ਤੁਸੀਂ ਐਵੇਂ। ਅਗਰ ਤੁਸੀਂ y ਨੂੰ 1 ਤੱਕ ਲੈ ਲੋਗੇ ਫਿਰ ਇਹ ਵਾਲਾ ਪੋਰਸ਼ਨ ਵੀ ਵਿੱਚ ਕਾਊਂਟ ਹੋ ਜਾਏਗਾ, ਇਹ ਵਾਲਾ। ਠੀਕ ਹੈ, ਅੱਛਾ ਉਹ ਵਾਲਾ ਜੀ, ਪੋਰਸ਼ਨ ਨਹੀਂ ਕਾਊਂਟ ਕਰਨਾ ਆਪਾਂ। ਠੀਕ ਹੈ ਜੀ, ਠੀਕ ਹੈ। ਓਕੇ। ਸਰ ਆਪਾਂ ਇੰਟੈਗਰਲ ਵਿਦ ਰਿਸਪੈਕਟ ਟੂ y ਕਰ ਰਹੇ ਨਾ ਫਸਟ ਵਾਲਾ, ਤੇ ਆਪਾਂ ਫਿਰ ਹਾਂਜੀ, ਪਹਿਲਾਂ y ਨਾਲ ਕਰਨੇ ਆਪਾਂ, ਲਵਾਂਗੇ। ਉਲਟਾ ਵੀ ਕਰ ਸਕਦੇ ਆਪਾਂ। ਨਹੀਂ, ਲਿਮਿਟ ਫਿਰ ਇਨ ਟਰਮਸ ਆਫ x ਲਵਾਂਗੇ, ਮਤਲਬ ਆਪੋਜ਼ਿਟ ਜਾਏਗਾ ਨਾ। ਬਿਲਕੁਲ ਬਿਲਕੁਲ, ਪਹਿਲਾਂ y ਨਾਲ ਕਰ ਰਹੇ ਹੋ ਤਾਂ ਫਿਰ ਲਿਮਿਟ x ਵਿੱਚ ਆਏਗੀ ਪਹਿਲੀ, ਦੂਜੀ ਵਾਲੀ ਦੀ ਲਿਮਿਟ ਹਮੇਸ਼ਾ ਕਨਸਟੈਂਟ ਆਉਂਦੀ ਹੈ। ਓਕੇ, ਠੀਕ ਹੈ ਜੀ, ਸੋ ਆਪਾਂ y ਨਾਲ ਇੰਟੀਗ੍ਰੇਸ਼ਨ ਕਰਦੇ ਹਾਂ, x ਨੂੰ ਕਨਸਟੈਂਟ ਮੰਨ ਲਾਂਗੇ ਆਪਾਂ। ਠੀਕ ਹੈ, x ਨੂੰ ਕਨਸਟੈਂਟ ਮੰਨ ਲਵਾਂਗੇ ਆਪਾਂ, ਇਹ ਆ ਜਾਏਗਾ ਬਾਹਰ। y ਸਕੁਅਰ ਦੀ ਆਪਣੇ ਕੋਲ ਆ ਜਾਏਗਾ y ਕਿਊਬ ਬਾਈ 3 ਬਾਈ 3 ਬਾਹਰ ਲੈ ਲਓ, ਸੋ ਹੋਏਗਾ y ਕਿਊਬ। ਸੋ ਲਿਮਿਟ ਆ ਗਈ ਆਪਣੇ 0 to 1 minus x square ਐਂਡ ਬਣ ਗਿਆ ਆਪਣੇ ਕੋਲ dx। ਠੀਕ ਹੈ ਜੀ, ਓਕੇ। ਦੈਨ ਵੇਖੋ ਹੁਣ ਇੱਕ ਬਣ ਜਾਏਗਾ ਆਪਣੇ ਕੋਲ, ਇੱਥੇ ਪੁੱਟ ਕਰਾਂਗੇ ਆਪਾਂ। ਤੁਸੀਂ ਇਦਾਂ ਕਰ ਲਓ, y ਕਰ ਲਓ, ਚਲੋ ਵਿਰਾਮ ਦੇ ਕੋਲ ਫਿਲਹਾਲ ਕੀ ਬਣਦਾ ਮੈਨੂੰ ਕੀ ਬਣਦਾ। ਤੋ ਇਹ ਬਣ ਗਿਆ y ਦਾ ਕਿਊਬ ਮਤਲਬ 1 minus x square ਦੇ ਰੂਟ ਦਾ ਕਿਊਬ। ਇਟ ਇਜ਼ ਪਾਵਰ ਕਿੰਨੀ ਆ ਗਈ ਜੀ 3/2 ਪਾਵਰ ਆ ਗਈ ਆਪਣੇ ਕੋਲ। 0 ਪੁੱਟ ਕੀਤਾ ਤਾਂ 0 ਆ ਗਈ ਆਪਣੇ ਕੋਲ dx। ਠੀਕ ਹੈ, ਸੋ ਆਪਣੇ ਕੋਲ ਆ ਗਿਆ x ਸਕੁਅਰ 1 minus x square ਦੀ ਪਾਵਰ 3/2 dx। ਹੁਣ ਇੰਟੀਗ੍ਰੇਸ਼ਨ ਥੋੜੀ ਖਰਾਬ ਜੀ ਆ ਗਈ ਆ, ਹੋ ਸਕਦਾ ਸੋਲਵ ਹੋ ਵੀ ਜਾਵੇ, ਸਕਦਾ ਨਾ ਵੀ ਹੋਵੇ। ਸੋ ਕਰਨੀ x ਨੂੰ ਪੁੱਟ ਕਰਕੇ ਵੇਖ ਲਓ ਕਿੱਦਾਂ ਬਣਦਾ। x ਨੂੰ ਜ਼ਰਾ
ਤੁਸੀਂ ਪੁੱਟ ਕਰੋ cos थीटा पुट कर लो या sin थीटा पुट करके देखो की बनता है। सो अपने को बन जाएगा dx इज इक्वल टू sin थीटा पुट कर लो, अपने को बन जाएगा cos थीटा d थीटा। ठीक है जी, तो अपने को लिमिट्स व्हेन तो अपना x 0 सीगा, थीटा 0 आ जाएगा, व्हेन x अपना 1 है, थीटा अपना कितना आ जाएगा जी 1 आ जाएगा। सो अपने को बन गया सॉरी थीटा पाई बाय 2 आ जाएगा, ये बन गया x का स्क्वायर मतलब sin स्क्वायर थीटा। ठीक है जी, अंदर 1 माइनस sin स्क्वायर थीटा मतलब cos स्क्वायर थीटा, cos स्क्वायर थीटा दी पावर 3 मतलब cos क्यूब थीटा आ गया। ठीक है जी, dx कितना आ गया जी cos थीटा d थीटा। डन। सो अपने को बन गया sin स्क्वायर थीटा, ठीक है जी, एंड cos दी पावर 4 थीटा d थीटा। हाँ जी, ने सॉल्व कर सकते हो, ਹਾਂਜੀ ਓਡ ਪਾਵਰ ਨੂੰ ਜਿਹੜਾ ਕਰਕੇ करो फिर। ਸਰ ਇਹਦੇ ਵਿੱਚ ਔਡ ਕੋਈ ਨਹੀਂ ਹੈਗੀ, ਦੱਸਿਓ ਹਾਂ। एक मिनट देखिए बस दस, ठीक है। सो इन्हें सॉल्व करने का एक फॉर्मूला लिखवाना है अपन, रिडक्शन फॉर्मूला, तो ਆਪਾਂ यूज करांगे क्योंकि इन्हें सीधा सॉल्व करना हो जाएगा पर लंबा हो जाएगा। तो लिखो एक रिडक्शन फॉर्मूला, नेक्स्ट पेज पे लिख लो इथे रिडक्शन फॉर्मूला। ਇਹਨੂੰ ਕਰਨ ਦਾ ਕੋਈ ਸੌਖਾ ਤਰੀਕਾ ਹੈਗਾ, ਆਪਾਂ ਉੱਤੇ ਪਹੁੰਚਣਾ ਚਾਹੁੰਦੇ ਵੈਸੇ, ਪਰ ਮੈਂ ਇਹ ਚਾਹੁੰਦਾ ਸੀ ਕਿ ਇਹ ਵਾਲਾ ਫਾਰਮੂਲਾ ਵਿੱਚ ਤਾਂ ਲਿਖਾ ਦਿੱਤਾ ਜਾਵੇ ਤਾਂ ਕਿ ਇਹਦੇ ਉੱਪਰ ਅਗਰ ਵਿੱਚ ਕੋਈ ਸਿੱਧਾ ਸਵਾਲ ਆ ਜਾਏ ਤੁਸੀਂ ਇਹਨੂੰ ਕਰ ਪਾਓ। ਸੋ ਇਹ ਫਾਰਮੂਲਾ ਹੁੰਦਾ ਆਪਣੇ ਕੋਲ 0 to pi by 2, ਠੀਕ ਹੈ ਜੀ, sin ਦੀ ਪਾਵਰ mx ਤੇ cos ਦੀ ਪਾਵਰ nx dx। ਇਹਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਜੀ, ਕਿ m-1 ਤੋਂ ਸ਼ੁਰੂ ਹੋਣਾ ਹੈ, ਠੀਕ ਹੈ ਜੀ, ਵਿੱਚੋਂ 2 ਦੇ ਘਟਾਉਂਦੇ ਰਹਿਣਾ ਹੈ ਜਦੋਂ ਤੱਕ ਆਪਣਾ 1 ਜਾਂ 2 ਜੋ ਵੀ ਹੋਣਾ ਨਹੀਂ ਆ ਜਾਂਦਾ। ਠੀਕ ਹੈ, ਆਪਣਾ 1 ਨਹੀਂ ਆਏਗਾ ਵੈਸੇ। ਫਿਰ ਨਾਲ ਹੀ ਆਪਾਂ n-1 ਤੋਂ ਸ਼ੁਰੂ ਹੋਣਾ ਹੈ ਤੇ 1 ਤੱਕ ਜਾਣਾ ਹੈ ਆਪਾਂ ਪ੍ਰੋਡਕਟ। डिनोमिनेटर ਚ ਕੀ ਆਏਗਾ ਕਿ ਆਪਾਂ m plus n ਤੋਂ ਸ਼ੁਰੂ ਹੋਣਾ ਹੈ, ਫਿਰ 2 ਘਟਾਉਂਦੇ ਰਹਿਣਾ ਹੈ ਜਦੋਂ ਤੱਕ ਆਪਣਾ ਲਾਸਟ ਤੇ ਕਿੰਨਾ ਦਾ 2 ਔਰ 1 ਜੋ ਵੀ ਹੋਣਾ ਉਹ ਨਹੀਂ ਆ ਜਾਂਦਾ, 2 ਹੀ ਆਏਗਾ ਵੈਸੇ। ਠੀਕ ਹੈ, ਓਕੇ, ਕਿਉਂਕਿ 2 ਘਟਾ ਰਹੇ ਆਪਾਂ, 0 ਤੇ ਨਹੀਂ ਜਾਣਾ ਆਪਾਂ, ਇਨਟੂ ਨਾਲ ਪਾਈ ਬਾਈ 2। ਨੀਚੇ ਲਿਖਦਾ ਥੋੜਾ ਜਗ੍ਹਾ ਨਹੀਂ ਬਚ ਰਹੀ, ਨਾਲ ਲੱਗੇਗਾ ਆਪਣੇ ਕੋ ਪਾਈ ਬਾਈ 2। ਸੋ ਇਹ ਵਾਲਾ ਫਾਰਮੂਲਾ ਕਦੋਂ ਆ, when m and n are even, ਜਦੋਂ ਦੋਨੋਂ ਕੀ ਹੋਣ even, ਉਦੋਂ ਆਪਣਾ ਇਹ ਫਾਰਮੂਲਾ ਲੱਗਦਾ। ਕੁਝ ਨਹੀਂ ਕਰਨਾ, ਜਿਵੇਂ m-1 ਤੋਂ ਸ਼ੁਰੂ ਹੋਣਾ 2 ਘਟਾਉਂਦੇ ਰਹਿਣਾ, ਫਿਰ n-1 ਤੋਂ ਸ਼ੁਰੂ ਹੋਣਾ 2 ਘਟਾਉਂਦੇ ਰਹਿਣਾ, ਨੀਚੇ ਕਿੱਥੋਂ ਸ਼ੁਰੂ ਹੋਣਾ m plus n ਤੋਂ ਸ਼ੁਰੂ ਹੋਣਾ 2 ਘਟਾਉਂਦੇ ਰਹਿਣਾ, ਨਾਲ ਕੀ ਮਲਟੀਪਲਾਈ ਕਰਨਾ ਹੈ ਪਾਈ ਬਾਈ 2 ਮਲਟੀਪਲਾਈ ਕਰਨਾ ਹੈ। ਅਗਰ ਦੋਵਾਂ ਚੋਂ ਇੱਕ ਔਡ ਹੈ, ਅਦਰਵਾਈਜ਼ ਮਤਲਬ ਜਾਂ m ਔਡ ਹੈ ਜਾਂ n ਔਡ ਹੈ ਜਾਂ ਫਿਰ ਦੋਨੋਂ ਔਡ ਨੇ, ਫਿਰ ਆਪਾਂ ਕੀ ਹੋਣਾ m-1 ਤੋਂ ਸ਼ੁਰੂ ਹੋਣਾ ਹੈ, ਉੱਪਰ ਸੇਮ ਹੈ m-1 ਤੋਂ ਸ਼ੁਰੂ ਹੋਣਾ 2 ਘਟਾਉਂਦੇ ਰਹਿਣਾ ਆਪਾਂ, ਲਾਸਟ ਤੱਕ ਜਾਵਾਂਗੇ, ਜਦ 2 ਆਏਗਾ ਜਾਂ 1 ਆ ਜਾਏਗਾ, ਕੁਝ ਆ ਜਾਏਗਾ। ਠੀਕ ਹੈ, ਇੱਥੇ ਉੱਪਰ ਇੱਥੇ ਹਮੇਸ਼ਾ 1 ਨਹੀਂ ਆਏਗਾ, ਇਸ ਕੇਸ ਚ ਕੁਝ ਆਏਗਾ। ਸਿਮਿਲਰਲੀ ਇੱਧਰ ਵੀ ਕਿ n-1 ਤੋਂ ਸ਼ੁਰੂ ਹੋਣਾ ਫਿਰ 2 ਘਟਾਉਂਦੇ ਰਹਿਣਾ ਹੈ ਆਪਾਂ, ਲਾਸਟ ਦੇ ਉੱਪਰ 2 ਆਏਗਾ ਜਾਂ 1 ਆਏਗਾ, ਕੁਝ ਵੀ ਆਏਗਾ, ਖਤਮ ਕਰਨਾ, 0 ਤੱਕ ਨਹੀਂ ਜਾਣਾ ਆਪਾਂ। ਨੀਚੇ ਸੇਮ ਕਰਨਾ, ਦੋਵਾਂ ਦੇ ਸਮ ਤੋਂ ਸ਼ੁਰੂ ਹੋਣਾ ਹੈ ਤੇ 2 ਘਟਾਉਂਦੇ ਰਹਿਣਾ,
ਲਾਸਟ ਫਿਰ ਕੀ ਕਰਨਾ, ਜਦੋਂ 2 ਆ ਗਿਆ ਜਾਂ ਫਿਰ 1 ਆ ਗਿਆ, ਪਰ ਰੁਕ ਜਾਣਾ। ਪਰ ਇੱਥੇ ਆਪਾਂ π/2 ਨਾਲ ਮਲਟੀਪਲਾਈ ਨਹੀਂ ਕਰਨਾ। ਇਹ ਕਿਹੜਾ ਕੇਸ ਹੈ? ਅਦਰਵਾਈਜ਼ ਜੋ ਮਤਲਬ ਦੋਵਾਂ ਚੋਂ ਕੋਈ ਇੱਕ ਐਟਲੀਸਟ ਵਨ ਆਫ them ਇਜ਼ odd, ਉਹ ਵਾਲਾ ਕੇਸ ਹੈ। ਤਾਂ ਫਾਰਮੂਲਾ ਯਾਦ ਰਹੇਗਾ ਸਭ ਨੂੰ। ਫਿਰ ਉੱਪਰ ਕੀ ਕਰਨਾ ਆਪਾਂ, m-1 ਤੋਂ ਸ਼ੁਰੂ ਹੁੰਨੇ ਆ, ਠੀਕ ਹੈ ਜੀ, ਤੇ 2 ਘਟਾਉਂਦੇ ਰਹਿਣਾ ਹੈ। ਫਿਰ ਨਾਲ ਪ੍ਰੋਡਕਟ ਕਰਨਾ, n-1 ਤੋਂ ਸ਼ੁਰੂ ਹੋਣਾ, 2 ਘਟਾਉਂਦੇ ਰਹਿਣਾ ਹੈ ਆਪਾਂ। ਨੀਚੇ ਦੋਵਾਂ ਦੇ ਸਮ ਤੋਂ ਸ਼ੁਰੂ ਹੋਣਾ, 2 ਘਟਾਉਂਦੇ ਰਹਿਣਾ ਹੈ। ਅਗਰ ਦੋਨੋਂ ਈਵਨ ਦੇ ਨਾਲ π/2 ਮਲਟੀਪਲਾਈ ਕਰਨਾ ਹੈ। ਅਗਰ ਦੋਨੋਂ odd ਨੇ ਜਾਂ ਦੋਨਾਂ ਚੋਂ ਘੱਟੋ ਘੱਟ ਇੱਕ odd ਹੈ, ਫਿਰ π/2 ਮਲਟੀਪਲਾਈ ਆਪਾਂ ਨਹੀਂ ਕਰਨਾ। ਹੁਣ ਧਿਆਨ ਨਾਲ ਵੇਖੋ, ਦੋਨੋਂ ਈਵਨ ਨੇ, ਹੈਨਾ, ਦੋਨੋਂ ਈਵਨ ਨੇ, ਤੇ ਇਹਦੇ ਇੱਕ ਮਾਈਨਸ ਤੋਂ ਸ਼ੁਰੂ ਹੁੰਦੇ ਆਪਾਂ, 1 ਮਾਈਨਸ ਤੋਂ। m-1 ਤੋਂ ਸ਼ੁਰੂ ਹੋਣਾ, ਸੋ 2 - 1 ਤੋਂ ਸ਼ੁਰੂ ਹੋਵਾਂਗੇ, 1 ਆ ਜਾਏਗਾ ਪਹਿਲਾਂ ਆਪਣੇ ਕੋਲ। ਸੋ 1 ਦਾ ਅੱਗੇ ਧਗਾਣਾ ਨਹੀਂ ਆਪਾਂ, ਕਿ 1 ਤੇ ਰੁਕਣਾ ਹੁੰਦਾ ਆਪਾਂ, ਠੀਕ ਹੈ। ਨੈਕਸਟ ਆਪਾਂ ਇਹ ਤੋਂ 1 ਘਟਾਉਣਾ ਹੈ, 4 - 1 3, 3 ਤੋਂ 2 ਘਟਾਏ, 1 ਆ ਗਿਆ, ਰੁਕ ਗਏ ਇੱਥੇ ਆਪਾਂ। ਨੀਚੇ ਕਿੱਥੋਂ ਸ਼ੁਰੂ ਹੋਣਾ, ਦੋਵਾਂ ਦੇ ਸਮ ਤੋਂ ਸ਼ੁਰੂ ਹੋਣਾ ਹੈ, 6 ਤੋਂ ਸ਼ੁਰੂ ਹੋਣਾ, 2 ਘਟਾਉਣੇ, 6 4 2 into π/2। π/2 ਕਿਉਂ? ਕਿਉਂਕਿ ਦੋਨੋਂ ਪਾਵਰ ਸਾਈਨ ਤੇ cos ਦੀਆਂ ਕੀ ਸੀਗੀ ਆਪਣੇ ਕੋਲ? ਈਵਨ। ਸੋ ਇਹਨੂੰ ਕੈਲਕੂਲੇਟ ਕਰੋ, ਕਿੰਨਾ ਆਂਸਰ ਆਇਆ? ਹਾਂਜੀ ਸਰ π/96। π/96 ਈਜ਼ੀ, ਸਬਲੀ ਜੀ। ਇਹ ਫਾਰਮੂਲਾ ਯਾਦ ਰੱਖਣਾ ਹੈ। ਇਹਨੂੰ ਸਵਾਲ ਨੂੰ ਕਰਨ ਦਾ ਸੌਖਾ ਬਹੁਤ ਤਰੀਕਾ ਹੈਗਾ ਇੱਕ ਹੋਰ, ਪਰ ਮੈਂ ਇਸ ਸਵਾਲ ਨੂੰ ਇਦਾਂ ਕੀਤਾ, ਮੈਂ ਇਹ ਵਾਲਾ ਫਾਰਮੂਲਾ ਦੱਸਣ ਕਰਕੇ ਇੱਧਰ ਇਹਨੂੰ ਲੈ ਗਿਆ, ਤੁਹਾਨੂੰ ਇਹ ਵਾਲਾ ਫਾਰਮੂਲਾ ਜਿਹੜਾ ਵਿੱਚ ਆਪਣਾ ਕਵਰ ਹੋ ਜਾਏ। ਇਹ ਵਾਲਾ ਫਾਰਮੂਲਾ ਇੰਪੋਰਟੈਂਟ ਹੈ। ਆਪਣੇ ਕੋਲ ਪੂਰਾ ਸਵਾਲ ਨਾ ਹੈ, ਲੇਕਿਨ ਇਦਾਂ ਦਾ ਆਪਣੇ ਕੋਲ ਸਿੱਧਾ ਇੰਨਾ ਹੀ ਸਵਾਲ ਆ ਸਕਦਾ ਹੈ ਕਿ ਇਹਦਾ ਆਂਸਰ ਕਰ ਦਿਓ ਕਿੰਨਾ ਹੈ, ਠੀਕ ਹੈ ਜੀ। ਇਹ ਸਵਾਲ ਲਿਖ ਕੇ ਦਿਓ। ਹਾਂਜੀ, ਰਿਪੀਟ ਕਰ ਦਿਓ ਪਲੀਜ਼ ਇੱਕ ਵਾਰ। ਫਾਰਮੂਲਾ ਨਹੀਂ ਸਰ, ਹਾਂਜੀ ਸਰ, ਜਿਸ ਤਰ੍ਹਾਂ ਅਪਲਾਈ ਕੀਤਾ। ਵੇਖੋ ਨਾ, ਆਪਣੇ ਕੋਲ ਉੱਪਰ ਤਰੀਕਾ ਕਿ m-1 ਤੋਂ ਸ਼ੁਰੂ ਹੁੰਦੇ ਆਪਾਂ, ਫਿਰ 2 ਘਟਾਉਣੇ ਜਾਂਦੇ ਆ ਜਦੋਂ ਤੱਕ ਆਪਣਾ 1 ਨਹੀਂ ਆ ਜਾਂਦਾ। ਫਿਰ ਆਪਾਂ n-1 ਤੋਂ ਸ਼ੁਰੂ ਹੁੰਦੇ ਆ, 2 ਘਟਾਉਣੇ ਜਾਣਾ ਜਦੋਂ ਤੱਕ ਆਪਣਾ 1 ਨਹੀਂ ਆ ਜਾਂਦਾ। ਤੇ ਨੀਚੇ ਆਪਾਂ ਕੀ ਕਰਨਾ, ਦੋਵਾਂ ਦੇ ਸਮ ਤੋਂ ਸ਼ੁਰੂ ਹੋਣਾ ਹੈ, m+n ਤੋਂ, ਤੇ 2 ਘਟਾਉਂਦੇ ਰਹਿਣਾ ਆਪਾਂ ਵਿੱਚੋਂ ਜਦੋਂ ਤੱਕ ਆਪਣੇ ਕੋਲ 1 ਨਹੀਂ ਆ ਜਾਂਦਾ, ਠੀਕ ਹੈ ਜੀ। ਡਨ। ਸਹੀ, ਨੀਚੇ ਆਪਣੇ ਕੋਲ 2 ਆਏਗਾ, ਹਾਂਜੀ ਸਰ। नीचे हमेशा 2 आएगा। ਤੇ ਅਗਰ ਦੋਨੋਂ ਪਾਵਰਸ ਨਾਲ ਆਪਣੇ ਕੋਲ ਈਵਨ ਹੋਣ, ਤੇ ਦੋਨੋਂ ਪਾਵਰ ਈਵਨ ਨੇ, ਦੈਨ ਆਪਣਾ ਕਿਹੜਾ ਸੀ, ਨਾਲ π/2 ਲਾਉਣਾ ਹੈ। ਅਗਰ ਦੋਵਾਂ ਚੋਂ ਘੱਟੋ ਘੱਟ ਇੱਕ ਵੀ odd ਹੈ, ਫਿਰ ਨਾਲ π/2 ਨਹੀਂ ਲਾਉਣਾ। ਹੁਣ ਇਸ ਕੇਸ ਵੇਖੋ, ਦੋਨੋਂ ਪਾਵਰ ਈਵਨ ਨੇ, ਸੋ π/2 ਲੱਗੇਗਾ। ਆਪਾਂ ਸ਼ੁਰੂ ਕਿੱਥੋਂ ਹੁੰਦੇ ਆ, m-1 ਤੋਂ। m ਇੱਥੇ ਕਰਨਾ 2, ਸੋ 2 - 1 ਤੋਂ ਸ਼ੁਰੂ, ਮਤਲਬ 1 ਤੋਂ ਸ਼ੁਰੂ ਹੋਣਾ, 1 ਤੱਕ ਜਾਂਦੇ, ਪਹਿਲਾਂ ਹੀ 1 ਆ ਗਿਆ, ਅੱਗੇ ਜਾਣ ਦੀ ਲੋੜ ਨਹੀਂ ਪੈਣੀ। ਅੱਗੇ ਆਪਣੇ ਕੋਲ ਪਾਵਰ ਕਿੰਨੀ ਹੈ, 4, ਸੋ 4 - 1 ਤੋਂ ਸ਼ੁਰੂ ਹੋਣਾ, ਮਤਲਬ 3 ਤੋਂ ਸ਼ੁਰੂ ਹੋਣਾ, ਤੇ 2 ਘਟਾਉਣੇ, 3 - 2 1 ਆ ਗਿਆ, 1 ਆ ਗਿਆ, ਉੱਥੇ ਰੁਕ ਲੈਣਾ ਆਪਾਂ, ਅੱਗੇ ਨਹੀਂ ਜਾਣਾ, 0 ਨਹੀਂ ਲਾਉਣਾ, ਨਾ ਨੈਗੇਟਿਵ ਵੀ ਨਹੀਂ ਲਾਉਣਾ। ਨੀਚੇ ਆਪਾਂ ਕਿੱਥੋਂ ਸ਼ੁਰੂ ਹੋਣਾ ਹੈ, ਸਮ ਤੋਂ ਸ਼ੁਰੂ ਹੋਣਾ ਹੈ, 2 + 4 ਕਿੰਨਾ ਜੀ, 6, ਠੀਕ ਹੈ ਜੀ। 2 ਘਟਾਏ 4, 2 ਘਟਾਏ 2, ਬਸ 0 ਤੇ ਨਹੀਂ ਜਾਣਾ, ਬਸ ਇੱਥੇ ਰੁਕ ਜਾਣਾ। ਨਾਲ ਕੀ ਲੱਗਣਾ, π/2, ਕਿਉਂਕਿ ਦੋਨੋਂ ਪਾਵਰ ਕੀ ਸੀਗੀ ਆਪਣੇ ਕੋਲ, odd, ਸੌਰੀ ਈਵਨ। ਸੋ ਬਾਹਰ ਆਪਣੇ ਕੋਲ 1/3 ਸੀਗਾ, ਇਹ ਕੈਂਸਲ ਹੋ ਗਿਆ, ਐਂਡ 1/96 ਪਾਈ ਆਂਸਰ ਆਪਣੇ ਕੋਲ ਆਂਸਰ ਆ ਗਿਆ, ਠੀਕ ਹੈ ਜੀ। ਫਿਰ ਇੱਕ ਵਾਰ ਪਿਕਚਰ ਦਿਖਾ ਦਿਓ, ਹਾਂਜੀ, ਸਟਾਰਟਿੰਗ ਤੋਂ ਦਿਖਾ ਦਿਓ ਇੱਕ ਵਾਰ ਕੁਐਸਚਨ। ਸਰ ਇਸ ਕੁਐਸਚਨ ਦੇ ਵਿੱਚ ਜਿਵੇਂ x ਦੇ ਉੱਪਰ ਸਕੁਅਰ ਹੈ, ਤਾਂ ਆਪਾਂ ਵੇਰੀਏਬਲ ਚੇਂਜ ਕਰਕੇ ਸੇਮ ਇੰਟੈਗਰਲ ਹੀ ਬਣੇਗਾ। ਮੈਂ ਵੇਰੀਏਬਲ ਚੇਂਜ ਤੇ ਹੁੰਨਾ, ਮੈਂ ਕਹਿੰਦਾ ਕਿ ਸੌਖਾ ਤਰੀਕਾ ਹੈਗਾ ਇਹਨੂੰ ਵੇਰੀਏਬਲ ਚੇਂਜ ਤੇ ਪਾਉਣੇ, ਠੀਕ ਹੈ। ਉੱਥੇ ਜੈਕੋਬੀਅਨ ਇੰਟਰੋਡਿਊਸ ਕਰਨਾ ਪੈਂਦਾ, ਉਹਦੇ 2 ਮਿੰਟ ਰੁਕ ਜਾਓ, ਠੀਕ ਹੈ। ਇਹ ਵਾਲਾ ਤਰੀਕਾ ਮਤਲਬ ਮੇਨਲੀ ਇਹ ਚੀਜ਼ ਸਮਝ ਆਉਣੀ ਚਾਹੀਦੀ ਹੈ, ਵਾਲਾ ਰਿਡਕਸ਼ਨ ਫਾਰਮੂਲਾ ਇਹ ਸਮਝ ਆ ਗਿਆ, ਫਿਰ ਮੈਨੂੰ ਦੱਸੋ ਕਿ ਹਾਂ ਮੈਂ ਅੱਗੇ ਚੱਲ ਪਾਈਏ। ਉੱਥੇ ਅਗਰ ਜੈਕੋਬੀਅਨ ਇੰਟਰੋਡਿਊਸ ਕਰਨਾ ਪੈਂਦਾ, ਸਵਾਲ ਬਹੁਤ ਸੌਖਾ ਹੋ ਜਾਂਦਾ ਉਸ ਤਰੀਕੇ ਨਾਲ ਆਪਣਾ, ਉੱਥੇ ਪਹੁੰਚਾਂਗੇ ਆਪਾਂ। ਓਕੇ ਸਰ। सर फॉर्मूला दिखाना नीचे। ਫਾਰਮੂਲਾ ਇਦਾਂ ਯਾਦ ਰੱਖੋਗੇ, ਯਾਦ ਨਹੀਂ ਰਹਿਣਾ। ਫਾਰਮੂਲਾ ਇਦਾਂ ਯਾਦ ਰੱਖਣਾ ਕਿ ਸਾਈਨ ਦੀ ਪਾਵਰ ਜਿੰਨੀ ਵੀ ਆ ਉਹ ਤੋਂ 1 ਘੱਟ ਤੋਂ ਸ਼ੁਰੂ ਹੋਣਾ ਹੈ, 2 ਘਟਾਈ ਜਾਣੇ। ਫਿਰ ਪ੍ਰੋਡਕਟ ਵਿੱਚ cos ਦੀ ਜਿੰਨੀ ਵੀ ਪਾਵਰ ਉਹ ਤੋਂ ਘੱਟ ਤੋਂ ਸ਼ੁਰੂ ਹੋਣਾ, 2 ਘਟਾਈ ਜਾਣੇ ਆ। ਨੀਚੇ ਦੋਵਾਂ ਦੀ ਪਾਵਰ ਦੇ ਸਮ ਤੋਂ ਸ਼ੁਰੂ ਹੋਣਾ, 2 ਘਟਾਈ ਜਾਣੇ ਆ। ਨਾ 0 ਆਉਣ ਦੇਣਾ, ਨਾ ਨੈਗੇਟਿਵ ਆਉਣ ਦੇਣਾ। ਅਗਰ ਦੋਨੋਂ ਪਾਵਰ ਈਵਨ ਨੇ, π/2 ਲਾ ਦੋ। ਅਗਰ ਦੋਨਾਂ ਚੋਂ ਕੋਈ ਇੱਕ ਵੀ odd ਹੈ, π/2 ਨਹੀਂ ਲਾਉਣਾ। ਇਦਾਂ ਯਾਦ ਰੱਖੋਗੇ, ਫਾਰਮੂਲਾ ਯਾਦ ਰਹੇਗਾ। ਇਹਨੂੰ ਇਹ ਵੱਡੀ ਤਗੜੀ ਚੀਜ਼ ਨੂੰ ਯਾਦ ਕਰਨ ਜਾਓਗੇ, ਤਰੀਕੇ ਯਾਦ ਕਦੀ ਨਹੀਂ ਹੋਣਾ, ਠੀਕ ਹੈ ਜੀ। ਇੱਕ ਸਵਾਲ ਦੇ ਆਂਸਰ ਕਰੋਗੇ ਸਰ 1 ਮਿੰਟ ਸਰ, ਉੱਪਰ ਵਾਲੇ ਕੁਐਸਚਨ ਵਿੱਚ ਅਸੀਂ ਇੱਕ ਲਿਮਿਟ ਨੂੰ ਡਿਪੈਂਡੈਂਟ ਔਰ ਇੱਕ ਨੂੰ ਇੰਡੀਪੈਂਡੈਂਟ ਬਣਾਉਣਾ ਨਾ ਸਰ। ਇਹਦੇ ਵਿੱਚ ਜਿਵੇਂ ਤੁਸੀਂ y ਨੂੰ ਡਿਪੈਂਡੈਂਟ ਬਣਾਇਆ ਨਾ x ਦੇ ਉੱਪਰ, ਔਰ ਸਰ ਅਸੀਂ ਉਲਟ ਵੀ ਕਰ ਸਕਦੇ ਹਾਂ, ਜਿਵੇਂ ਬਿਲਕੁਲ ਕਰ ਸਕਦੇ ਹਾਂ। ਉਸ ਕੇਸ ਆਪਣੇ ਕੋਲ ਕੀ ਬਣ ਜਾਏਗਾ, ਉਸ ਕੇਸ ਆਪਣੇ ਕੋਲ ਬਣੇਗਾ, ਪਹਿਲਾਂ dx ਲਾਵਾਂਗੇ ਆਪਾਂ, ਫਿਰ dy ਲਾਵਾਂਗੇ। ਅੰਦਰ ਫੰਕਸ਼ਨ ਤਾਂ ਆਪਣਾ ਸੇਮ ਹੀ ਰਹੇਗਾ। ਪਹਿਲਾਂ ਆਪਾਂ x ਦੀ ਲਿਮਿਟ ਲੱਭਣੀ ਇਨ ਟਰਮਸ ਆਫ y, ਠੀਕ ਹੈ। ਫਿਰ ਆਪਾਂ ਇੱਥੇ ਇਦਾਂ ਲਵਾਂਗੇ, x = √1 - y², ਹਾਂਜੀ, ਠੀਕ ਹੈ। x 0 ਤੋਂ ਲੈ ਕੇ ਜਾ ਰਿਹਾ ਜੀ, ਕਿੰਨਾ 0 to √1 - y² ਤੱਕ ਜਾਂਦਾ ਹੈ, ਠੀਕ ਹੈ। ਤੇ y ਫਿਰ 0 to 1, ਇਦਾਂ ਵੀ ਕਰ ਸਕਦੇ, ਬਿਲਕੁਲ ਸੇਮ ਆਂਸਰ ਆਏਗਾ ਜੀ, ਕੋਈ ਆਂਸਰ 'ਚ ਫਰਕ ਨਹੀਂ ਆਉਂਦਾ, ਠੀਕ ਹੈ ਸਰ।
सर फॉर्मूला दिखा दो एक बार। एक मिनट रुक जाओ जी। सर ਜਿਹੜਾ mn n even ਹੈ ਇਹਦੇ ਵਿੱਚ n - 3 ਨਹੀਂ ਆਏਗਾ? n - 1 into n हाँ जी बिल्कुल बिल्कुल ठीक है, कर दो 3 दो घटाने ठीक है, याद रखना। ओके, वो गलती ਨਾਲ लिखा गया ठीक है। n - 1 ਤੋਂ ਸ਼ੁਰੂ ਕਰ, ਬਾਅਦ दो घटाई देने ਆਪਾਂ। ओके जी, समझ आ करोगे? हाँ जी ਸਰ ਡਬਲ ਇੰਟੈਗਰਲ ਦੀ ਸਰਫੇਸ ਏਰੀਆ ਵਾਲੇ ਕੁਐਸਚਨ ਆਣਗੇ? हाँ जी मैडम, ਆਉਣਗੇ ਉੱਤੇ ਪਹੁੰਚਦੇ ਆਪਾਂ। ਸਰ ਫਿਰ ਏਰੀਆ ਜਿਹੜਾ ਪਿੱਛੇ ਕੁਐਸਚਨ ਕੀਤੇ ਉਹ ਵੀ ਤਾਂ ਸਕੁਅਰ ਯੂਨਿਟ ਦੇ ਹੁੰਦੇ ਆ, ਤੇ ਫਿਰ ਉਹ ਕੁਐਸਚਨ ਵੀ ਇਹਦੇ ਨਾਲ ਹੋ ਜਾਣਗੇ ਡਬਲ ਇੰਟੈਗਰਲ ਨਾਲ? ਬਿਲਕੁਲ ਹੋ ਜਾਣਗੇ ਜੀ, ਏਰੀਆ ਕੱਢਣਾ ਜਿੱਦਾਂ ਮਰਜ਼ੀ ਕੱਢੋ, ਠੀਕ ਹੈ, ਬਿਲਕੁਲ ਜਿੱਦਾਂ ਮਰਜ਼ੀ ਕੱਢੋ, ਠੀਕ। ਉਹ ਵੀ ਦੋਵਾਂ 'ਚ ਕੋਈ ਫਰਕ ਨਹੀਂ ਹੈਗਾ। ਆਪਾਂ ਏਰੀਆ ਇਦਾਂ ਕੱਢਦੇ ਨਾ, y dx from x from a to b, ਠੀਕ ਹੈ। ਉੱਥੇ ਕੁਝ ਨਹੀਂ ਹੁੰਦਾ, a to b ਦੀ ਜਗ੍ਹਾ y ਨੂੰ ਮੈਂ ਅਗਰ ਇਹ ਲੈ ਲਾਂ dy, ਇਹਦੀ ਕੋਈ ਲਿਮਿਟ ਜੋ ਵੀ ਹੈਗੀ ਇੱਥੇ ਲਾ ਦਾਂ c to d dx, ਇਹ ਬਣ ਜਾਂਦਾ ਮੇਰੇ ਕੋਲ a to b। ਇਹ ਕੀ ਆ ਜੀ, dy dx, ਇਹਨੂੰ ਲਿਖ ਲਾਂ ਏਦਾਂ ਮੈਂ c to d, ਉਹ ਸੇਮ ਹੀ ਚੀਜ਼ ਹੈ। ਏਦਾਂ ਕਰੋ, ਫਿਰ ਵੀ ਇਹਨੇ ਰਿਡਿਊਸ ਇਹਦੇ ਵਿੱਚ ਹੀ ਹੋਣਾ ਹੁੰਦਾ ਬਾਅਦ 'ਚ। ਸੋ ਪਹਿਲਾਂ ਅਗਰ ਏਰੀਆ ਕੱਢ ਲਿਖਿਆ ਹੈ ਸਿੰਗਲ ਕਰਵ ਵਾਲੇ ਦਾ, ਉਹ ਇਸ ਤਰੀਕੇ ਨਾਲ ਕੱਢ ਲਓ, ਇਹ 'ਚ ਨਾ ਜਾਓ, ਕਿਉਂਕਿ ਇਹਨੇ ਇੱਕ ਸਟੈਪ ਲਾ ਕੇ ਫਿਰ ਉਹਨੇ ਇਹਦੇ ਵਿੱਚ ਰਿਡਿਊਸ ਹੋਣਾ ਹੁੰਦਾ, ਠੀਕ ਹੈ। ਤੋ ਮਤਲਬ ਅਗਰ ਸਿੰਗਲ ਵੇਰੀਏਬਲ ਦਾ ਕਰਵ ਦਿੱਤਾ ਹੈ ਆਪਾਂ ਨੂੰ, ਉਹਨੂੰ ਆਪਣੇ ਪੁਰਾਣਾ ਜਿਹੜਾ ਸਿੰਪਲ ਇੰਟੀਗ੍ਰੇਸ਼ਨ ਵਾਲਾ ਉਹਦੇ ਨਾਲ ਕਰੋ, ਕਿਉਂਕਿ ਡਬਲ ਨਾਲ ਲਾਓ, ਡਬਲ ਆਫ ਫਾਰਮੂਲਾ ਲਾਓਗੇ, ਉਹਨੇ ਫਿਰ ਇੱਕ ਸਟੈਪ ਤੋਂ ਬਾਅਦ ਸਿੰਗਲ ਵਾਲੇ 'ਚ ਰਿਡਿਊਸ ਹੋਣਾ ਹੈ, ਫਿਰ ਇੱਕ ਸਟੈਪ ਬਾਅਦ ਕਿਉਂ ਕਰਨਾ ਆਪਾਂ, ਠੀਕ ਹੈ। ਸਿੰਗਲ ਨਾਲ ਕਰੋ। ਓਕੇ, ਕੁਐਸਚਨ ਕਰੋ ਜੀ ਇੱਕ। ਸਾਰੇ ਆਪਣਾ ਆਨਸਰ ਨਾ ਕਮੈਂਟ ਬਾਕਸ ਵਿੱਚ ਲਿਖਣਗੇ, ਕੋਈ ਬੋਲੇਗਾ ਨਹੀਂ। ਓਕੇ, ਹੋ ਗਿਆ ਸਭ ਦਾ ਜੀ? ਧਿਆਨ ਨਾਲ ਦੇਖੋ, ਪਾਈ ਆਏਗਾ ਕਿ ਨਹੀਂ ਆਏਗਾ, ਭਲਾ ਧਿਆਨ ਨਾਲ ਵੇਖੋ ਜੀ, ਬੜਾ ਧਿਆਨ ਰੱਖੋ, ਠੀਕ ਹੈ। ਪਾਈ ਨਹੀਂ ਆਏਗਾ ਕਿਉਂਕਿ ਪਾਵਰ ਦੋਨੋਂ ਆਡ ਨੇ। ਪਾਈ ਸਿਰਫ π/2 ਸਿਰਫ ਉਦੋਂ ਲਾਉਣਾ ਜਦੋਂ ਦੋਨੋਂ ਪਾਵਰਸ ਈਵਨ ਨੇ। ਅਗਰ ਦੋਵਾਂ ਚੋਂ ਇੱਕ ਵੀ ਆਡ ਹੋ ਗਈ ਜਾਂ ਦੋਨੋਂ ਵੀ ਆਡ ਹੋ ਗਈਆਂ, ਫਿਰ ਆਪਾਂ π/2 ਨਾਲ ਨਹੀਂ ਲਾਉਣਾ। ਕਰੀਏ ਸਰ ਆਪਾਂ। ਸੋ ਆਪਾਂ ਏਦਾਂ ਯਾਦ ਰੱਖਿਆ ਕਿ ਦੇਖੋ ਦੋਨੋਂ ਪਾਵਰਸ ਆਡ ਨੇ, ਆਪਾਂ π/2 ਨਾਲ ਨਹੀਂ ਲਾਉਣਾ। ਇੱਥੇ ਇਹਦੇ ਘੱਟ ਤੋਂ ਸ਼ੁਰੂ ਹੋਣਾ ਹੈ ਆਪਾਂ 6, ਫਿਰ 6 - 2 4, 4 - 2 2, ਬਸ 0 ਤੇ ਨਹੀਂ ਜਾਣਾ ਆਪਾਂ। ਫਿਰ 9 - 1 8, 8 - 2 6, 6 - 2 4, 4 - 2 2, नीचे दोनों का सम 7 + 9 16, 16 - 2 14, -2 12, -2 10, -2 8 6 4 2, 0 ਤੇ ਨਹੀਂ ਜਾਣਾ ਆਪਾਂ। ਇਹ ਆਨਸਰ ਆਏਗਾ ਜੀ, ਕੈਲਕੂਲੇਟ ਕਰ ਲਓ ਜਿੰਨਾ ਵੀ ਆਇਆ, ਠੀਕ ਹੈ ਜੀ। 6 4 2 6 4 2 ਇੱਧਰ ਕੈਂਸਲ ਹੋ ਗਿਆ ਆਪਣੇ ਕੋ, 8 ਆਪਣੇ ਕੋ ਇੱਧਰ ਕੈਂਸਲ ਹੋ ਗਿਆ, 6 × 2 12 ਇੱਧਰ ਕੈਂਸਲ ਹੋ ਗਿਆ, ਐਂਡ ਆਪਣਾ 4 ਇੱਥੇ ਕੈਂਸਲ ਹੋ ਗਿਆ। तो देख लो कितना आंसर आया, 1/56 आ गया जी। यस सर, ठीक है। ये फॉर्मूला ने याद रखना है, ਇਹਦੇ ਉੱਪਰ ਬੇਸਡ ਆਪਣੇ ਕੋ ਸਵਾਲ ਬਹੁਤ ਵਾਰ ਆਪਾਂ ਨੂੰ ਦਿਖ ਜਾਂਦਾ ਹੈ, ਠੀਕ ਹੈ ਜੀ। सर 1/4
560 नहीं आएगा, 10 भी तो है हमारे पास। ओके ठीक है जी, 10 मैं मिस करता, आई एम सॉरी। ठीक है जी, 560 आएगा। ओके मैं तो मिस हो गया 10। यस सर। ओके यस सर। ओके ठीक है जी, ਹੁਣ ਸੌਖਾ ਮੇਰੇ ਕਰਨਾ ਕੰਮ ਹੈ। ਨੈਕਸਟ ਇਜ਼ ਓਕੇ ਜੈਕੋਬੀਅਨ। ਸਰ ਟ੍ਰਿਪਲ ਇੰਟੈਗਰਲ ਵੀ ਹੈ ਇਹਦੇ ਵਿੱਚ ਹੀ ਸਰ। ट्रिपल जी बिल्कुल, पहले ट्रिपल ਦੇ ਡਬਲ में खत्म कर लिया, ट्रिपल ਤੇ ਪਹੁੰਚਾਂਗੇ ਆਪਾਂ। ਠੀਕ ਹੈ ਸਰ। ਠੀਕ ਹੈ ਬਿਲਕੁਲ ਬਿਲਕੁਲ ਖਤਮ ਕਰ ਦੇਣਾ, ਇੰਟੀਗ੍ਰੇਸ਼ਨ ਆਪਾਂ ਖਤਮ ਹੀ ਕਰ ਦੇਣੀ ਸਾਰੀ, ਹੁਣ ਕੁਝ ਨਹੀਂ ਛੱਡਣਾ। ਜੈਕੋਬੀਅਨ ਮੰਨ ਲਓ ਜਿਵੇਂ ਆਪਣੇ ਕੋਲ ਨਾ x ਤੇ y ਹੁੰਦੇ ਸੀ, ਆਪਾਂ ਤੇ ਆਪਾਂ ਕਰਦੇ ਇਹਨੂੰ ਪੋਲਰ ਕੋਆਰਡੀਨੇਟ ਵਿੱਚ ਕਨਵਰਟ ਕਰਦੇ ਸੀ, ਪਰ ਇਨ ਟਰਮਸ ਆਫ ਇਹਨੂੰ r ਤੇ ਥੀਟਾ ਟਰਮਸ ਆਪਾਂ ਨੂੰ ਐਕਸਪ੍ਰੈਸ ਕਰ ਦਿੰਦੇ ਸੀ। ਠੀਕ ਹੈ, ਮਤਲਬ ਇੱਕ ਟ੍ਰਾਂਸਫਰਮੇਸ਼ਨ ਲਾ ਰਹੇ ਆਪਾਂ ਹਨਾ, x ਤੇ y ਨੂੰ ਆਪਾਂ ਕੱਚ ਚ ਕਨਵਰਟ ਕਰ ਰਹੇ ਹਾਂ ਜੀ, ਥੀਟਾ ਤੇ r ਚ ਕਨਵਰਟ ਕਰਦੇ ਹਾਂ ਆਪਾਂ। ਤਾਂ ਸਪੋਜ਼ ਆਪਣੇ ਕੋਲ ਇਦਾਂ ਜੀ ਕਿ x ਆਪਣੇ ਕੋਲ ਸੀਗਾ, ਉਹਨੂੰ ਆਪਾਂ ਦੋ ਕਿਸੇ ਨਵੇਂ ਵੇਰੀਏਬਲਸ u ਤੇ v ਚ ਐਕਸਪ੍ਰੈਸ ਕਰ ਲਿਆ, ਤੇ y ਵੀ ਆਪਣੇ ਕੋਲ ਇਦਾਂ ਨੂੰ ਆਪਾਂ ਕਿਸੇ ਦੋ ਨਵੇਂ ਵੇਰੀਏਬਲਸ u ਤੇ v ਚ ਐਕਸਪ੍ਰੈਸ ਕਰ ਲਿਆ। ਠੀਕ ਹੈ, ਦੈਨ ਜੈਕੋਬੀਅਨ ਹੁੰਦਾ ਇੱਕ, ਮਤਲਬ ਇਹਨਾਂ ਨੂੰ ਕਨਵਰਟ ਕਰਨ ਦਾ ਤਰੀਕਾ ਹੁੰਦਾ, ਇਹਨਾਂ ਦੇ ਨਾਲ ਇੱਕ ਐਸੋਸੀਏਟਡ ਟਰਮ ਹੁੰਦੀ ਆ ਜਿਹੜੀ ਇੰਟੈਗਰਲ ਨੂੰ ਕਨਵਰਟ ਕਰਨ ਲੱਗਾ ਆਪਣੇ ਕੰਮ ਚ ਆਉਂਦੀ ਆ, ਉਹਨੂੰ ਕਹਿੰਦੇ ਨੇ ਜੈਕੋਬੀਅਨ। ਜੈਕੋਬੀਅਨ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਇਦਾਂ, ਜਿਹਦੇ ਨਾਲ ਇਹਨੂੰ ਡਿਨੋਟ ਕਰਦੇ ਆ, ਇਟਸ ਫਾਰਮੂਲਾਈਜ਼ ਕਿ ਕਰਲੀ f by ਕਰਲੀ x, curly f by curly y, curly g by curly x, and curly g by रुक जाओ, I think मैं गलती कर दी। curly x by f नहीं x होना चाहिए, सॉरी, curly x by curly u, curly x by curly v, curly y by curly u, and curly y by curly v। ठीक है, एक जैकोबियन ਜਿਹੜਾ ਆਪਣਾ ਬਹੁਤ ਕੰਮ ਆਉਂਦਾ, ਉਹਨੂੰ ਆਪਾਂ ਯਾਦ ਵੀ ਰੱਖਣਾ। ਠੀਕ ਹੈ ਜੀ, ਕਿਹੜਾ? ਸਿਲੈਂਡਰੀਕਲ ਪੋਲਰ ਕੋਆਰਡੀਨੇਟਸ ਦਾ, ਨਹੀਂ ਸਿਰਫ ਪੋਲਰ ਦਾ। ਠੀਕ ਹੈ, ਜਿਹੜਾ ਸਿਲੈਂਡਰੀਕਲ ਪੋਲਰ 3 ਵੇਰੀਏਬਲਸ ਆਏਗਾ, ਜੈਕੋਬੀਅਨ ਫॉर पोलर कोऑर्डिनेट्स। ठीक है, इथे अपना की ਹੁੰਦਾ ਜੀ, x ਕੋਆਰਡੀਨੇਟ ਕੀ ਹੁੰਦੇ ਆ, x is equal to r cos theta and y is equal to r sin theta। ਸੋ ਜੈਕੋਬੀਅਨ ਆਪਣਾ ਇਹਨੂੰ ਇਦਾਂ ਡਿਨੋਟ ਕਰ ਦਿੰਦੇ ਹੁੰਦੇ, ਵੈਸੇ ਇਦਾਂ ਕਰ ਲਓ। ਇਦਾਂ ਕਰ ਲੈਂਦੇ। ਹਾਂਜੀ ਦੱਸੋ ਫਿਰ ਜੈਕੋਬੀਅਨ ਦਾ ਕੀ ਆਏਗਾ, ਮੈਨੂੰ ਸਾਰੇ ਕੈਲਕੂਲੇਟ ਕਰਕੇ। ਪਹਿਲਾਂ ਹੁੰਦਾ ਆਪਣੇ ਕੋਲ ਕਰਲੀ x by ਕਰਲੀ r, ਕਰਲੀ y by ਕਰਲੀ r, ਕਰਲੀ x by ਕਰਲੀ ਥੀਟਾ ਐਂਡ ਕਰਲੀ y by ਕਰਲੀ ਥੀਟਾ। ਠੀਕ ਹੈ ਜੀ, ਸੋ ਆਪਣੇ ਕੋਲ ਆਏਗਾ ਕਰਲੀ x by ਕਰਲੀ r ਦਾ ਡਿਫਰੈਂਸ਼ੀਏਟ ਕਰਨਾ ਆਪਾਂ ਕਿਹਦੇ ਨਾਲ, r ਦੇ ਨਾਲ, ਥੀਟਾ ਨੂੰ ਕਾਂਸਟੈਂਟ ਮੰਨਦੇ ਹੋਏ। ਸੋ ਕਿੰਨਾ ਆ ਜਾਏਗਾ ਆਪਣੇ ਕੋਲ, ਸਿਰਫ cos ਥੀਟਾ ਆ ਜਾਏਗਾ। ਠੀਕ ਹੈ, ਨੈਕਸਟ ਆਪਾਂ y ਦਾ ਡੈਰੀਵੇਟਿਵ ਕਰਨਾ ਹੈ, ਥੀਟਾ ਨੂੰ ਕਾਂਸਟੈਂਟ ਮੰਨਦੇ ਹੋਇਆ, ਤਾਂ ਆਪਣੇ ਕੋਲ ਸਿਰਫ sin ਥੀਟਾ ਆ ਜਾਏਗਾ। ਠੀਕ ਹੈ ਜੀ, ਨੈਕਸਟ ਆਪਾਂ ਕੀ ਕਰਨਾ ਜੀ, ਡੈਰੀਵੇਟਿਵ ਕਰਨਾ x ਦਾ ਵਿਦ ਰਿਸਪੈਕਟ ਟੂ ਥੀਟਾ। ਸੋ ਆਪਣੇ ਕੋਲ ਇੱਥੇ ਕਿੰਨਾ ਆ ਜਾਏਗਾ ਜੀ, r minus r sin ਥੀਟਾ, ਐਂਡ ਅੱਗੇ ਆਪਣੇ ਕੋਲ ਕਿੰਨਾ ਆ ਜਾਏਗਾ ਜੀ, ਇਹਦਾ ਡੈਰੀਵੇਟਿਵ ਕਰਨਾ ਆਪਾਂ ਵਿਦ ਰਿਸਪੈਕਟ ਟੂ ਥੀਟਾ, ਇਹ ਆ ਜਾਏਗਾ ਜੀ r cos ਥੀਟਾ। ਸੋ ਦਿਸ ਇਜ਼ r, ਬਾਹਰ ਆ ਜਾਏਗਾ cos का थीटा प्लस साइंस का थीटा, r आ गया सब दा जी, डन। यस सर। ठीक है, ਇਹਨੂੰ ਯਾਦ ਰੱਖਣਾ ਹੈ, ਇਹ ਪੇਪਰ ਸਿੱਧਾ ਪੁੱਛਿਆ ਜਾ ਸਕਦਾ ਹੈ ਕਿ ਪੋਲਰ ਕੋਆਰਡੀਨੇਟਸ ਆਪਾਂ xy ਨੂੰ ਕਨਵਰਟ ਕੀਤਾ, ਆਪਣਾ ਜਿਹੜਾ ਕੀ ਆਏਗਾ ਜੀ, ਆਪਣਾ ਜੋ ਜੈਕੋਬੀਅਨ ਉਹ ਕੀ ਆਏਗਾ। ਠੀਕ ਹੈ ਜੀ, ਤੋਂ ਉਲਟਾ ਵੀ ਪੁੱਛਿਆ ਜਾ ਸਕਦਾ ਹੈ। ਮੰਨ ਲਓ r ਤੇ ਥੀਟਾ ਨੂੰ ਕਨਵਰਟ ਕਰਨਾ ਹੈ x ਤੇ y ਦੇ ਵਿੱਚ। ਠੀਕ ਹੈ ਜੀ, r ਕੀ ਕੀਤਾ ਆਪਾਂ, r ਨੂੰ ਆਪਣੇ ਕੋਲ ਕਿੰਨਾ ਆ ਜਾਏਗਾ, ਫਿਰ ਆਪਣੇ ਕੋਲ ਦਾ r ਹੁੰਦਾ x ਸਕੁਅਰ ਪਲਸ y ਸਕੁਅਰ। ਠੀਕ ਹੈ ਜੀ, ਤੇ ਆਪਣੇ ਕੋਲ ਫਿਰ ਥੀਟਾ ਕਿੰਨਾ ਹੁੰਦਾ, tan ਇਨਵਰਸ
y by x। ਅਗਰ ਆਪਾਂ ਇਹਦਾ ਜੈਕੋਬੀਅਨ ਕੱਢਣਾ ਹੈ ਸੋ ਆਪਣੇ ਕਿੰਨਾ ਆਏਗਾ ਜੀ, ਇਹਦਾ ਫਾਰਮੂਲਾ ਬਣੇਗਾ ਆਪਣੇ ਕੋ ਕਰਲੀ r by ਕਰਲੀ x, ਠੀਕ ਹੈ ਜੀ, ਤੇ ਕਰਲੀ ਥੀਟਾ by ਕਰਲੀ x, ਕਰਲੀ r by ਕਰਲੀ y ਐਂਡ ਕਰਲੀ ਥੀਟਾ by ਕਰਲੀ y। ਪੂਰਾ ਕੱਢਣ ਦੀ ਲੋੜ ਨਹੀਂ ਆ, ਇਹ ਹਮੇਸ਼ਾ ਕੀ ਹੁੰਦਾ ਜੀ ਉੱਪਰ ਵਾਲੇ ਦਾ ਰੈਸੀਪ੍ਰੋਕਲ ਹੁੰਦਾ, ਠੀਕ ਹੈ ਜੀ, ਹਮੇਸ਼ਾ ਕੀ ਹੁੰਦਾ ਹੈ ਰੈਸੀਪ੍ਰੋਕਲ ਹੁੰਦਾ। ਇਹਨੂੰ ਆਪਾਂ ਅਗਰ ਲਿਖਾਂਗੇ ਨਾ ਆਪਾਂ ਇਦਾਂ ਲਿਖਾਂਗੇ that ਜੈਕੋਬੀਅਨ ਕਰਲੀ r, ਥੀਟਾ by x, y, ਹਮੇਸ਼ਾ ਦਾ ਰੈਸੀਪ੍ਰੋਕਲ ਤੁਸੀਂ ਲਿਖ ਲਓ that ਕਰਲੀ xy by ਕਰਲੀ uv। ਜਦੋਂ ਆਪਾਂ x ਤੇ y ਨੂੰ u ਤੇ v ਚ ਕਨਵਰਟ ਕੀਤਾ, ਜਾਂ ਜਦੋਂ ਆਪਾਂ u ਤੇ v ਨੂੰ xy ਚ ਕਨਵਰਟ ਕੀਤਾ, ਅਗਰ ਇਹਨਾਂ ਦਾ ਪ੍ਰੋਡਕਟ ਕਰੋਗੇ ਹਮੇਸ਼ਾ ਕਿੰਨਾ ਹੁੰਦਾ ਹੈ 1 ਹੁੰਦਾ, ਮਤਲਬ ਦੋਵੇਂ ਕੀ ਨਿਕਲ ਜਿਹਦੇ ਰੈਸੀਪ੍ਰੋਕਲ ਹੁੰਦੇ ਨੇ। ਸਰ ਉੱਪਰ ਵਾਲਾ ਸਰਕਲ ਬਣ ਰਿਹਾ, ਥੱਲੇ ਵਾਲਾ ਕੀ ਬਣ ਗਿਆ ਐਲਿਪਸ? ਹਾਂਜੀ ਸਰ ਉੱਪਰ ਵਾਲਾ ਤਾਂ ਕੁਐਸਚਨ ਸਰਕਲ ਬਣ ਰਿਹਾ ਹੈ, ਤੇ ਜਿਹੜਾ ਤੁਸੀਂ ਨੈਕਸਟ ਕੁਐਸਚਨ ਕੀਤਾ 1/r ਵਾਲਾ, ਇਹ ਕੀ ਬਣ ਰਿਹਾ ਕਰਵ? ਨਹੀਂ, ਕਰਵ ਦੀ ਤਾਂ ਆਪਾਂ ਨੂੰ ਲੋੜ ਹੀ ਕੋਈ ਨਹੀਂ, ਕਿਹੜਾ ਕਰਵ ਬਣਦਾ ਹੈ ਸਰ ਇਹ ਕਰਵ ਦੇ ਅਕੋਰਡਿੰਗ ਕੀ ਕਰਦੇ ਨਾ, ਵੈਸੇ ਮਤਲਬ ਜਿਵੇਂ x r cos ਥੀਟਾ, y r sin ਥੀਟਾ, ਇਹ ਸਰਕਲ ਹੀ ਬਣ ਰਿਹਾ ਨਾ? ਨਹੀਂ ਬਿਲਕੁਲ ਉਹ ਕੁਐਸਚਨ ਸਰਕਲ ਦੀ ਹੈਗੀ ਆ, ਪਰ ਜ਼ਰੂਰੀ ਥੋੜੀ ਕਿ ਸਰਕਲ ਦਾ ਕਰਵ ਬਣੂਗਾ ਸਰਕਲ ਹੀ ਬਣੇਗਾ। ਅਗਰ ਤੁਹਾਨੂੰ ਇਦਾਂ ਦੇ z = x² y ਬੜਾ ਕਰਵ ਬਣਿਆ, ਉਹ ਬਣਿਆ ਨਾ 3D ਵਿੱਚ ਬਣਿਆ, ਉਹ ਨਹੀਂ, ਉਹਨਾਂ ਕੋਲ ਲੈਣਾ ਦੇਣਾ ਨਹੀਂ ਹੈਗਾ ਇਹਦਾ, ਠੀਕ ਹੈ ਜੀ। ਬਸ ਜਦੋਂ ਆਪਾਂ ਆਪਣੇ ਵੇਰੀਏਬਲਸ ਨੂੰ r ਤੇ ਥੀਟਾ ਦੀ ਟਰਮਸ ਐਕਸਪ੍ਰੈਸ ਕਰਾਂਗੇ, ਉਦੋਂ ਜੈਕੋਬੀਅਨ ਕੀ ਹੈ, ਜੈਕੋਬੀਅਨ ਦਾ ਕੀ ਆਪਣਾ ਜੈਕੋਬੀਅਨ ਦਾ ਕੀ ਹੁੰਦਾ ਹੈ, ਆਪਾਂ ਆਪਣੇ ਇੰਟੈਗਰਲ ਨੂੰ ਦੂਜੇ ਵੇਰੀਏਬਲਸ ਕਨਵਰਟ ਕਰਨਾ ਹੈ, ਇੱਕ ਨੰਬਰ ਨਾਲ ਮਲਟੀਪਲਾਈ ਕਰਦੇ ਆਪਾਂ। ਉਹ ਜਿਵੇਂ ਆਪਾਂ ਇਦਾਂ ਕਰਦੇ ਸੀ ਨਾ ਆਪਾਂ, ਕਿ ਆਪਾਂ ਆਪਣੇ ਕੋਲ ਆਉਂਦਾ ਸੀਗਾ ਜਿਵੇਂ ਕਿ x sin x² dx, ਠੀਕ ਹੈ ਜੀ, ਆਪਾਂ x² ਨੂੰ t ਪੁੱਟ ਕਰ ਦਿੰਦੇ ਸੀ ਆਪਾਂ, ਠੀਕ ਹੈ ਜੀ। ਆਪਣੇ ਕੋਲ ਨਾਲ ਆਉਂਦਾ ਸੀ 2x dx = dt, ਠੀਕ ਹੈ ਜੀ। ਐਕਸਟਰਾ ਨਾਲ 2 ਲੱਗਦਾ ਸੀ ਇੱਥੇ ਨਾ, 1/2 ਨਾਲ 2 ਲਾਉਣੇ ਆਪਾਂ, ਐਕਸਟਰਾ ਟਰਮ ਜਿਹੜੀ ਲੱਗਦੀ ਆ ਉਹਨੂੰ ਜੈਕੋਬੀਅਨ ਕਹਿੰਦੇ ਆਪਾਂ। ਸੋ 2 ਵੇਰੀਏਬਲ ਜੈਕੋਬੀਅਨ ਕੱਢਣ ਦਾ ਤਰੀਕਾ ਇਹ ਆ ਕਿ ਬਾਅਦ ਉਹ ਵੇਰੀਏਬਲ ਚੇਂਜ ਕਰਨਾ, ਇੱਕ ਟਰਮ ਨਾਲ ਇੰਟੈਗਰਲ ਨੂੰ ਮਲਟੀਪਲਾਈ ਕਰਨਾ, ਕਿਹੜੀ ਟਰਮ ਮਲਟੀਪਲਾਈ ਕਰਨੀ ਉਹ ਜੈਕੋਬੀਅਨ ਹੈ ਆਪਣੇ ਕੋਲ, ਠੀਕ ਹੈ ਜੀ। ਓਕੇ ਸਰ। ਇਹਦਾ ਕਰਵ ਕਿਹੜਾ ਨਹੀਂ, ਕੋ ਆਪਣਾ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣੇ, ਠੀਕ ਹੈ ਜੀ। ਸੋ ਬਸ ਇੰਨਾ ਯਾਦ ਰੱਖਣਾ ਕਿ ਅਗਰ ਇੱਕ ਜਿਵੇਂ ਆਪਾਂ ਇੱਕ ਕੋਆਰਡੀਨੇਟਸ ਤੋਂ ਦੂਜੇ ਕੋਆਰਡੀਨੇਟ ਤੱਕ ਜਾ ਰਹੇ ਹਾਂ, ਜੈਕੋਬੀਅਨ ਆ ਗਿਆ ਕਿ ਦੂਜੇ ਤੋਂ ਪਹਿਲੇ ਤੱਕ ਆਉਣਾ, ਜੋ ਪਹਿਲਾਂ ਜੈਕੋਬੀਅਨ ਹੈ ਉਹਦਾ ਰੈਸੀਪ੍ਰੋਕਲ ਕਰ ਦੋ, ਨਵਾਂ ਕੱਢਣ ਦੀ ਲੋੜ ਕੋਈ ਨਹੀਂ ਹੈਗੀ ਆਪਾਂ ਨੂੰ, ਠੀਕ ਹੈ ਜੀ। ਓਕੇ ਓਕੇ ਚੇਂਜ ਆਫ ਵੇਰੀਏਬਲਸ ਇਨ ਡਬਲ ਇੰਟੈਗਰਲਸ। ਸਪੋਜ਼ ਆਪਣੇ ਕੋਈ ਇੰਟੈਗਰਲ ਹੈ, ਠੀਕ ਹੈ। ਇਹਨੂੰ ਮੈਂ ਚੇਂਜ ਕਰਨਾ ਚਾਹੁੰਦਾ ਨਵੇਂ ਵੇਰੀਏਬਲਸ ਦੇ ਵਿੱਚ, ਲਾਈਕ ਮੈਕਸ ਦੀ ਜਗ੍ਹਾ ਤੇ ਮਤਲਬ ਇੱਥੇ ਨੂੰ u ਵਿੱਚ ਐਕਸਪ੍ਰੈਸ ਕਰਨਾ ਚਾਹੁੰਦਾ, ਠੀਕ ਹੈ ਜੀ। x ਨੂੰ ਕੁਝ ਪੁੱਟ ਕਰਤਾ ਮੈਂ ਸੇ ਕਿ h1 of uv ਐਂਡ y ਨੂੰ ਪੁੱਟ ਕਰਤਾ ਮੈਂ h2 of uv, ਠੀਕ ਹੈ। ਮਤਲਬ ਦੋਵਾਂ ਨੂੰ u ਵਿੱਚ ਐਕਸਪ੍ਰੈਸ ਕਰਤਾ, ਜਿਵੇਂ ਆਪਾਂ x ਨੂੰ r cos ਥੀਟਾ ਤੇ y ਨੂੰ r sin ਥੀਟਾ ਪੁੱਟ ਕਰਦੇ ਨਾ, ਉਸ ਤਰੀਕੇ ਨਾਲ ਕੁਝ u ਵਿੱਚ ਕਰਤਾ। ਮੰਨ ਲਓ j ਦਾ ਜੈਕੋਬੀਅਨ ਆਉਂਦਾ ਹੈ, ਮੰਨ ਲਓ j ਕੀ ਆਪਣਾ ਜੈਕੋਬੀਅਨ ਜੋ ਆਇਆ, ਠੀਕ ਹੈ। ਸੋ i ਕਾਦੇ ਇਕੁਅਲ ਹੋ ਜਾਏਗਾ, ਦੈਨ i ਇਹਦੇ ਇਕੁਅਲ ਹੋ ਜਾਂਦਾ ਹੈ। ਸੋ ਲਿਮਿਟਸ ਆਪਣੇ ਉਹਦੇ ਅਕੋਰਡਿੰਗਲੀ ਚੇਂਜ ਹੋ ਜਾਣਗੀਆਂ, ਠੀਕ ਹੈ, ਜੋ ਵੀ ਹੋਣਗੀਆਂ। ਸੋ ਲਿਮਿਟਸ ਨਹੀਂ ਕੱਢ ਰਹੇ ਹੁਣ, ਆਪਣੇ ਕੋਲ ਹੋ ਜਾਏਗਾ x ਦੀ ਜਗ੍ਹਾ ਤੇ ਆਪਣੇ ਕੀ ਆ ਜਾਏਗਾ h1 uv, ਇੱਥੇ h2 uv, ਆਪਣੇ ਕੋਲ ਇੱਥੇ du dv ਆ ਜਾਏਗਾ, ਠੀਕ ਹੈ। ਪਰ ਨਾਲ ਵਿੱਚ ਇੱਕ ਟਰਮ ਲੱਗਣੀ ਆਪਣੀ ਮੋਡ ਆਫ ਜੀ,
ਜੈਕੋਬੀਅਨ ਨਾਲ ਲਾਉਣਾ ਹੁੰਦਾ ਆਪਾਂ ਆਪਣੇ ਇੰਟੈਗਰਲ ਨੂੰ ਕਨਵਰਟ ਕਰਨ ਲੱਗਿਆ। ਠੀਕ ਹੈ ਜੀ, ਓਕੇ, ਇਹ ਥੋੜਾ ਧਿਆਨ ਰੱਖਣਾ ਹੈ। ਸੋ ਜਿਵੇਂ ਆਪਾਂ ਨੇ ਸਵਾਲ ਕਰਕੇ ਆਪਾਂ ਇਹ ਵਾਲਾ ਉਹਨੂੰ ਦੁਬਾਰਾ ਕਰਦੇ ਆਪਾਂ। ਸਰ ਇੱਕ ਮਿੰਟ, ਜੈਕੋਬੀਅਨ ਚ ਸਰ ਕਨਫਿਊਜ਼ਨ ਹੋ ਜਾਂਦੀ ਹੈ ਸਰ। x ਔਰ y ਦਾ ਵਿਦ ਰਿਸਪੈਕਟ ਟੂ ਪਹਿਲਾਂ u v ਕਰਨਾ ਹੈ ਸਰ। ਹਾਂਜੀ ਸਰ ਸਰ ਜਿਵੇਂ ਵਿਦ ਰਿਸਪੈਕਟ x ਦਾ ਵਿਦ ਰਿਸਪੈਕਟ ਟੂ u, ਫਿਰ x ਦਾ ਸਰ ਐਵੇਂ ਲਿਖ ਸਕਦੇ y ਵਿਦ ਇੱਧਰ ਦੇਖੋ ਨਾ, y ਮੇਰੀ ਗੱਲ ਸੁਣੋ, ਪਾਉਂਦੇ ਇੱਥੇ ਪਹਿਲਾਂ ਦੇਖੋ ਨਾ, ਪਹਿਲੇ ਟਰਮ ਚ x ਦਾ ਰੱਖ ਲਓ, x ਦਾ ਕਰ ਲਓ, ਪਹਿਲਾਂ ਇੱਕ ਨਾਲ ਕਰ ਲਓ, ਫਿਰ v ਨਾਲ ਕਰ ਲਓ, ਦੂਜੇ ਚ y ਰੱਖ ਲਓ, ਉਹਦਾ ਇੱਕ ਨਾਲ ਕਰ ਲਓ, ਫਿਰ ਦੂਜੇ ਨਾਲ ਕਰ ਲਓ। ਅਗਰ ਤੁਸੀਂ ਇੱਧਰ ਨੂੰ ਵੀ ਕਰ ਲਓ, ਪਹਿਲਾਂ ਇੱਧਰ ਨੂੰ x ਦੋਵੇਂ ਰੱਖ ਲਓ, ਪਹਿਲਾਂ u ਨਾਲ ਕਰ ਲਓ, v ਨਾਲ ਕਰ ਲਓ, ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਸੇਮ ਹੁੰਦਾ। ਠੀਕ ਹੈ, ਇੱਕ ਰੋ ਚ x ਰੱਖ ਲਓ, ਉਹਦਾ ਪਹਿਲਾਂ u ਨਾਲ ਕਰ ਲਓ, ਫਿਰ v ਨਾਲ ਕਰ ਲਓ, ਦੂਜੀ ਰੋ ਚ y ਰੱਖ ਲਓ, ਉਹਦਾ ਪਹਿਲਾਂ u ਨਾਲ ਕਰ ਲਓ, ਫਿਰ v ਨਾਲ ਕਰ ਲਓ। ਸਰ ਕੋਈ ਫਰਕ ਤਾਂ ਨਹੀਂ ਪੈਂਦਾ ਵੈਸੇ, ਨਹੀਂ ਮਤਲਬ ਨਹੀਂ, ਅਗਰ ਕੋਈ ਵੱਧ ਤੋਂ ਵੱਧ ਕੀ ਹੋਏਗਾ, ਤੁਸੀਂ ਚੇਂਜ ਕਰ ਲਓਗੇ। ਤੁਸੀਂ ਇੱਧਰ ਮੰਨ ਲਓ ਪਹਿਲਾਂ ਤੁਸੀਂ ਇੱਧਰ ਦੋਵੇਂ x ਰੱਖ ਲਿਆ, ਠੀਕ ਹੈ, ਇੱਥੇ ਦਾ ਨੀਚੇ ਤੁਸੀਂ ਮਤਲਬ ਇੱਧਰ ਕਰਤਾ r ਕੀਤਾ ਤੇ ਤੁਸੀਂ ਥੀਟਾ ਕਰਤਾ, ਟਰਾਂਸਪੋਜ਼ ਹੀ ਹੋਇਆ ਹੈ। ਟਰਾਂਸਪੋਜ਼ ਹੋਏ ਡਿਟਰਮੀਨੈਂਟ ਨੂੰ ਥੋੜੀ ਕੋਈ ਫਰਕ ਪੈਣਾ। ਹਾਂਜੀ ਰੋ ਕਰਮ ਇੰਟਰਚੇਂਜ ਹੋਏ ਕੋਈ ਫਰਕ ਨਹੀਂ ਪੈਣਾ, ਜਿੱਦਾਂ ਮਰਜ਼ੀ ਕਰ ਲਓ। ਸਰ ਮੈਂ ਇਦਾਂ ਹੀ ਕਨਫਿਊਜ਼, ਇਦਾਂ ਹੀ ਹੋ ਜਾਂਦਾ ਮੇਰੇ ਤੋਂ ਉੱਪਰ ਨੀਚੇ ਐਵੇਂ ਹੋ ਜਾਂਦਾ। ਪਹਿਲਾਂ ਬਸ ਇਹਨਾਂ ਤੋਂ ਇੱਕ ਰੋ ਚ x ਰੱਖ ਲਓ, ਪਹਿਲਾਂ r ਨਾਲ ਕਰ ਲਓ, ਫਿਰ ਥੀਟਾ ਨਾਲ ਕਰ ਲਓ, ਦੂਜੀ ਜਾਂ ਕਾਲਮ ਰੋ ਜੋ ਰੱਖਣਾ ਤੁਸੀਂ ਰੱਖ ਲਓ, ਇੱਕ ਪਹਿਲਾਂ y ਰੱਖ ਲਓ, ਉੱਥੇ ਪਹਿਲਾਂ r ਨਾਲ ਕਰ ਲਓ, ਫਿਰ ਥੀਟਾ ਨਾਲ ਕਰ ਲਓ। ਕਨਫਿਊਜ਼ਨ ਹੋਣ ਵਾਲਾ ਕੋਈ ਚੱਕਰ ਨਹੀਂ ਹੈਗਾ। ਠੀਕ ਹੈ, ਧਿਆਨ ਨਾਲ, ਬੜਾ ਧਿਆਨ ਰੱਖੋ। ਪਹਿਲਾਂ ਇੱਕ ਰੋ ਚ x ਰੱਖਿਆ, ਪਹਿਲਾਂ r ਨਾਲ ਕਰ ਲਿਆ, ਫਿਰ ਥੀਟਾ ਨਾਲ ਕਰ ਲਿਆ, ਦੂਜੀ ਰੋ ਚ y ਰੱਖ ਲਿਆ, ਪਹਿਲਾਂ r ਨਾਲ ਕਰ ਲਿਆ, ਫਿਰ ਥੀਟਾ ਨਾਲ ਕਰ ਲਿਆ। ਠੀਕ ਹੈ ਸਰ, ਥੈਂਕ ਯੂ ਸਰ। ਕਿ ਆਪਾਂ ਆਹ ਸਵਾਲ ਕਰ ਰਹੇ ਸੀ ਆਪਾਂ, ਇਹ x ਸਕੁਅਰ y ਸਕੁਅਰ ਕਿ dx dy ਸੀਗਾ, dx dy ਠੀਕ ਹੈ ਜੀ, ਤੇ r ਓਵਰ r ਦਿੱਤਾ ਹੈ ਆਪਾਂ ਨੂੰ, r ਇਜ਼ ਠੀਕ ਹੈ ਇਨ ਦ ਫਸਟ ਕੁਆਡਰੈਂਟ। ਇਹ ਵੇਖੋ, ਸੋ ਇੱਥੇ ਕਰੋ ਇਹਨੂੰ ਚੇਂਜ, ਆਪਣੇ ਇਹਨੂੰ ਪੋਲਰ ਕੋਆਰਡੀਨੇਟ ਫੀਲਡ ਦੇ ਵਿੱਚ ਲੈ ਜਾਓ। x ਨੂੰ ਪੁੱਟ ਕਰੋਗੇ r cos ਥੀਟਾ, y ਨੂੰ ਪੁੱਟ ਕਰੋਗੇ r sin ਥੀਟਾ। ਠੀਕ ਹੈ ਜੀ, ਹੁਣ ਜੈਕੋਬੀਅਨ ਨਹੀਂ ਕੱਢਣਾ, ਜੈਕੋਬੀਅਨ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਸੋ ਆਪਣੇ ਕੀ ਬਣ ਜਾਏਗਾ, x ਦਾ ਸਕੁਅਰ ਮਤਲਬ r ਸਕੁਅਰ cos ਸਕੁਅਰ ਥੀਟਾ, y ਦਾ ਸਕੁਅਰ ਮਤਲਬ r ਸਕੁਅਰ sin ਸਕੁਅਰ ਥੀਟਾ ਇਨਟੂ ਜੈਕੋਬੀਅਨ। ਜੈਕੋਬੀਅਨ ਕਿੰਨਾ ਜੀ r, ਠੀਕ ਹੈ ਜੀ, ਇਨਟੂ ਨਾਲ ਫਿਰ ਆਪਣੇ ਕੋਲ ਨਾ dr d ਥੀਟਾ। ਧਿਆਨ ਨਾਲ ਵੇਖੋ, r ਕੀ ਸਰਕਲ ਹੈ ਜੀ ਆਪਣੇ ਕੋਲ, ਸਰਕਲ ਚ r ਨਾਲ ਕਿੰਨਾ ਕੀ ਲਿਮਿਟ ਹੁੰਦੀ 0 to 1। ਥੀਟਾ ਕੀ ਐਂਗਲ, ਕਿ ਫਸਟ ਕੁਆਡਰੈਂਟ ਥੀਟਾ ਐਂਗਲ ਕਿੰਨਾ ਵੇਲੇ ਕਹਿੰਦਾ 0 to π/2। ਠੀਕ ਹੈ ਜੀ, ਹੁਣ ਧਿਆਨ ਨਾਲ ਕਰ ਲਓ ਇਹਨੂੰ ਵੱਖਰਾ ਵੱਖਰਾ, ਸੌਖਾ ਕੰਮ। ਕਿ r ਸਕੁਅਰ r ਕਿੰਨੇ ਬਣ ਗਈ, r ਦੀ ਪਾਵਰ 5 ਬਣ ਗਈ ਇੱਥੇ, cos ਸਕੁਅਰ ਥੀਟਾ sin ਸਕੁਅਰ ਥੀਟਾ। ਠੀਕ ਹੈ ਜੀ, ਧਿਆਨ ਨਾਲ ਵੇਖੋ, ਹੁਣ ਅਲੱਗ ਅਲੱਗ ਹੋ ਜਾਣਾ ਨੇ, r ਤੇ ਥੀਟਾ ਵਾਲੇ ਨੇ, r ਵਾਲੇ ਨੂੰ ਅਲੱਗ ਕਰ ਲਓ, ਥੀਟਾ ਵਾਲੇ ਨੂੰ ਅਲੱਗ ਕਰ ਲਓ। ਇੱਕ ਨਾ ਆ ਗਿਆ ਜੀ, ਦਿਸ ਇਜ਼ ਆਪਾਂ r ਦੀ ਪਾਵਰ 6/6, ਲਿਮਿਟ ਪੁੱਟ ਕੀਤੀ 1/6 ਆ ਗਿਆ। ਇੱਥੇ ਲਓ ਰਿਡਕਸ਼ਨ ਫਾਰਮੂਲਾ, 2 - 1 1, 2 - 1 1, ਇਹ ਦੋਵਾਂ ਦਾ ਸਮ 2 + 2 4, 4 - 2 2, ਬਸ ਖਤਮ, ਦੋਨੋਂ ਈਵਨ ਨਾਲ ਲਾ ਦੋ π/2। ਦੱਸੋ ਆਨਸਰ ਕਿੰਨਾ ਆਇਆ ਜੀ? ਸਰ π/96। ਸਰ ਇਹਦੀ ਕੋਈ ਲਿਮਟ ਦੱਸ ਦਿਓ ਕਿਦਾਂ 0 to π/2। ਲਿਮਿਟ ਦੱਸ ਦਿੰਦੇ ਸੀ ਆਪਣੇ ਕੋਲ, ਏਰੀਆ ਕੀ ਦਿੱਤਾ ਸੀ, ਜਿਹੜਾ ਰੀਜਨ ਆਫ ਇੰਟੀਗ੍ਰੇਸ਼ਨ ਆਪਾਂ ਨੂੰ ਇਹ ਦਿੱਤਾ ਸੀ ਆਪਾਂ ਨੂੰ।
ਠੀਕ ਹੈ। r ਕੀ ਹੁੰਦਾ ਰੇਡੀਅਸ, ਇਹ 'ਚ ਰੇਡੀਅਸ 0 ਤੋਂ ਲੈ ਕੇ 1 ਤੱਕ ਵੇਰੀ ਕਰਨ ਡਿਆ ਸੀ ਨਾ ਕਿ ਸਰਕਲਸ ਕੀ ਸੀਗਾ x ਸਕੁਅਰ ਪਲੱਸ y ਸਕੁਅਰ ਇਕੁਅਲ ਟੂ 1। ਸੋ ਰੇਡੀਅਸ ਇੱਥੋਂ ਸ਼ੁਰੂ ਹੋਣਾ ਸੀ, r ਨੇ 0 ਤੋਂ ਲੈ ਕੇ 1 ਤੱਕ ਜਾਂਦਾ ਹੀ ਹੈ। ਸੋ r ਦੀ ਲਿਮਿਟ ਆ ਗਈ 0 to 1। ਥੀਟਾ, ਥੀਟਾ ਇਧਰੋਂ ਵੇਰੀ ਕਰਨਾ ਸੀ ਨਾ ਕਿਉਂਕਿ ਫਸਟ ਕੁਆਡਰੈਂਟ ਵਿੱਚ ਸੀਗਾ, ਇੱਕ 0 ਇੱਥੇ ਥੀਟਾ 0 ਸੀਗਾ, ਇੱਥੇ ਥੀਟਾ π/2 ਆ। ਸੋ ਕਿੰਨਾ ਥੀਟਾ ਦੀ ਲਿਮਿਟ ਆ ਗਈ 0 to π/2। ਸੋ ਆ ਗਿਆ 0 to π/2। ਠੀਕ ਹੈ ਜੀ। ਠੀਕ ਹੈ ਸੋ ਉਹ ਕੁਐਸਚਨ ਉਸ ਤਰੀਕੇ ਨਾਲ x r cos ਥੀਟਾ ਤੇ r sin ਥੀਟਾ ਹੀ ਪੁੱਟ ਕਰਾਂਗੇ। ਉਹ ਤੇ ਇੱਥੋਂ ਸਰਕਲ ਦਿੱਤਾ ਹੀ ਉੱਥੋਂ ਪਤਾ ਲੱਗ ਰਿਹਾ ਆਪਾਂ ਨੂੰ ਕੀ ਪੁੱਟ ਕਰਨਾ ਹੈ। ਹੋਰ ਕੁਝ ਪੁੱਟ ਕਰੋਗੇ ਔਖਾ ਕੰਮ ਬਣੇਗਾ, ਸੌਖਾ ਇਸੇ ਨਾਲ ਹੀ ਬਣਨਾ ਹੈ ਕਿਉਂਕਿ ਇਹਦਾ ਆਪਾਂ ਨੂੰ ਜੈਕੋਬੀਅਨ ਵੀ ਪਤਾ ਹੈ, ਇਹਦਾ ਆਪਾਂ ਨੂੰ ਸਿੱਧੇ ਪਤਾ ਕਿ ਕੋਆਰਡੀਨੇਟਸ ਵੀ ਕੀ ਆਪਾਂ ਚੇਂਜ ਕਰਨੇ ਆ ਬਸ, ਪਲੱਸ ਆਪਾਂ ਨੂੰ ਰਿਡਕਸ਼ਨ ਫਾਰਮੂਲਾ ਵੀ ਪਤਾ ਹੈ। ਓਕੇ ਸਰ। ਠੀਕ ਹੈ ਜੀ। ਇਸ ਮਤਲਬ ਜਿਹੜੀ ਫਿਗਰ ਦਿੱਤੀ ਉਹਦੇ ਅਕੋਰਡਿੰਗਲੀ ਵੇਖ ਲਓ ਕਿੱਧਰ ਨੂੰ ਜਾਣਾ ਹੈ ਆਪਾਂ। ਸਰ ਐਲਿਪਸ ਵਿਲ ਵੀ ਪੁੱਟ ਕਰ ਸਕਦੇ ਆਪਾਂ ਸੇਮ। ਕਿਵੇਂ? ਐਲਿਪਸ ਵੇਲੇ ਐਲਿਪਸ ਵਾਲੀ ਵੀ ਕਰ ਸਕਦੇ ਆਪਾਂ ਜੀ, ਕਰ ਸਕਦੇ ਬਿਲਕੁਲ ਕਰਾਂਗੇ। ਸਰ ਫਿਰ ਹਾਈਪਰਬੋਲਾ ਵੇਲੇ ਆਪਾਂ ਸੈਕੰਡ ਤੇ tan ਪੁੱਟ ਕਰ ਲਾਂਗੇ ਨਾ। ਬਿਲਕੁਲ ਕਰ ਲਾਂਗੇ, ਪਰ ਇੱਥੇ ਤੱਕ ਇੰਨੀ ਗਾਂ ਤੱਕ ਸਵਾਲ ਨਹੀਂ ਆਏਗਾ ਆਪਾਂ ਨੂੰ ਕਦੀ ਵੀ। ਐਗਜ਼ਾਮੀਨਰ ਨੇ ਨਹੀਂ ਕਦੀ ਸੋਚਣਾ ਇੰਨੀ ਗਾਂ ਤੱਕ ਤੇ। ਓਕੇ ਸਰ। ਠੀਕ ਹੈ ਜੀ, ਕਰ ਸਕਦੇ ਬਿਲਕੁਲ ਕਰ ਸਕਦੇ ਹਾਂ। ਪਰ ਤੁਹਾਨੂੰ ਫਿਰ ਜੈਕੋਬੀਅਨ ਵਗੈਰਾ ਕੱਢਣ ਚ ਪ੍ਰੋਬਲਮ ਆ ਸਕਦੀ ਹੈ। ਜੈਕੋਬੀਅਨ ਜਾਂ ਤਾਂ ਯਾਦ ਰੱਖ ਲਓ, ਪਰ ਇੰਨੀ ਗਾਂ ਤੱਕ ਸਵਾਲ ਨਹੀਂ ਹੁੰਦੇ ਆਪਾਂ ਨੂੰ। ਸਰ ਅਗਰ ਸੈਕੰਡ ਤੇ tan ਪੁੱਟ ਕਰਦੇ ਆਪਾਂ ਫਿਰ ਜੈਕੋਬੀਅਨ ਤਾਂ ਸੇਮ ਆਏਗਾ, ਆਈ ਥਿੰਕ r ਹੀ ਆਏਗਾ। ਵੇਖਣਾ ਪੈਣਾ ਗੱਡੀ ਚ ਕੀ ਹੁੰਦਾ ਹੈ, ਮੈਂ ਇੰਨੀ ਸ਼ੋਰਟੀ ਦਾ ਨਹੀਂ ਕਹਿ ਸਕਦਾ, ਮੈਂ ਹੋ ਸਕਦਾ ਆਦੀ ਆ ਜਾਏ ਪਰ ਮੈਨੂੰ ਵੇਖਣਾ ਪਏਗਾ। ਠੀਕ ਹੈ। ਓਕੇ ਸਰ। ਇਹ ਜੈਕੋਬੀਅਨ 3 ਆਪਾਂ ਯਾਦ ਰੱਖਣੇ ਆ। ਠੀਕ ਹੈ, 3 ਜੈਕੋਬੀਅਨ ਆਪਣੇ ਕੋਲ ਕਿ ਇੱਕ ਦੇ ਪੋਲਰ ਕੋਆਰਡੀਨੇਟਸ ਦੇ, ਫਿਰ ਸਿਲੈਂਡਰੀਕਲ ਪੋਲਰ ਦੇ, ਫਿਰ ਸਫੈਰੀਕਲ ਪੋਲਰ ਦੇ। ਸਵਾਲ ਇਹਨਾਂ ਤਿੰਨਾਂ ਚ ਆ ਜਾਂਦਾ ਕਿਹੜਾ ਹੈ ਜੀ, ਜੈਕੋਬੀਅਨ ਹੀ ਪੁੱਛ ਲੈਂਦੇ ਨੇ ਆਪਾਂ ਨੂੰ, ਭੁੱਲ ਕੇ ਨਹੀਂ ਪੁੱਛਣਾ। ਪਰ ਤਿੰਨੋਂ ਤੁਸੀਂ ਯਾਦ ਰੱਖਣੇ ਪੈਣੇ ਆ, ਯਾਦ ਕਰਨੇ ਆ। ਇਹ ਨਹੀਂ ਤੁਸੀਂ ਪੇਪਰ 'ਚ ਬਹਿ ਕੇ ਇਹਨੂੰ ਫਾਰਮੂਲਾ ਲਾ ਕੇ ਕੱਢਦੇ ਫਿਰੋ। ਫਾਰਮੂਲਾ ਲਾ ਕੇ ਕੱਢਣ ਤੋਂ ਬਿਨਾਂ ਸਵਾਲ ਛੱਡ ਦੋ ਚੰਗਾ ਜੀ। ਚੱਲੀਏ ਅੱਗੇ ਆਪਾਂ। ਯੈਸ ਸਰ। ਯੈਸ ਸਰ। ਮੇਰੇ ਖਿਆਲ ਨਾਲ ਕੁਐਸਚਨ ਕਾਫੀ ਸੌਖਾ ਹੋ ਗਿਆ ਹੁਣ। ਹਾਂਜੀ ਪੁੱਛੋ ਜੀ। ਯੈਸ ਸਰ। ਨੈਕਸਟ ਆਪਾਂ ਜਾਣੇ ਫਿਰ ਟ੍ਰਿਪਲ ਇੰਟੈਗਰਲ ਵੇਖ ਲਈ ਕੀ ਹੁੰਦਾ ਆਪਣੇ ਕੋਲ। ਸਰ ਡਬਲ ਦੇ ਵਿੱਚ ਇਹ ਆਰਡਰ ਆਫ ਇੰਟੀਗ੍ਰੇਸ਼ਨ ਚੇਂਜ ਕਰਨਾ ਉਹ ਵੀ ਇੱਕ ਡਬਲ ਚ ਹੀ ਹੈ ਨਾ। ਹਾਂਜੀ ਬਿਲਕੁਲ ਜੀ ਹੈਗਾ। ਠੀਕ ਹੈ, ਟ੍ਰਿਪਲ ਚ ਵੀ ਹੈਗਾ, ਕਰ ਸਕਦੇ ਆਪਾਂ। ਕੋਈ ਨਹੀਂ ਕਰਾਂਗੇ ਆਪਾਂ, ਪਲੀਜ਼ ਕੋਈ ਨਹੀਂ ਕਰਾਂਗੇ, ਵੀ ਕਰਨਾ ਆਪਾਂ। ਹਾਲਾਂਕਿ ਸਵਾਲ ਦਾ ਕਦੀ ਨਹੀਂ ਹੁੰਦਾ ਬਟ ਸਟਿਲ ਵੀ ਵਿਲ ਡੂ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ। ਓਕੇ, ਨੈਕਸਟ ਇਜ਼ ਇਵੈਲੂਏਸ਼ਨ ਆਫ ਟ੍ਰਿਪਲ ਇੰਟੀਗਰਲ। ਠੀਕ ਹੈ, ਤੇ ਮੈਂ ਜ਼ਿਆਦਾ ਜ਼ੋਰ ਨਹੀਂ ਦੇਣਾ ਟ੍ਰਿਪਲ ਇੰਟੈਗਰਲ ਤੇ, ਕਿ ਇਹਦੀ ਇਵੈਲੂਏਸ਼ਨ ਜਿਹੜੀ ਨਾ ਡਬਲ ਵਰਗੀ ਸੇਮ ਹੀ ਆ। ਠੀਕ ਹੈ, ਤੇ ਕੋਈ ਬਹੁਤਾ ਫਰਕ ਨਹੀਂ ਹੈਗਾ। ਓਕੇ, ਇਹਦੇ 'ਚ ਫਾਰਮੂਲਾ ਕੋਈ ਲਿਖਾ ਦਿੰਦਾ ਮੈਂ ਆਪਣੇ ਕੋਲ। ਉੱਥੇ ਆਪਾਂ ਦੇਖੋ, ਆਪਾਂ ਸਿੰਗਲ ਇੰਟੈਗਰਲ 'ਚ ਆਪਾਂ ਇੰਟਰਵਲ ਤੇ ਕਰਦੇ ਇੰਟੀਗ੍ਰੇਸ਼ਨ। ਠੀਕ ਹੈ ਜੀ। ਡਬਲ ਇੰਟੈਗਰਲ 'ਚ ਆਪਾਂ ਸਰਫੇਸ ਏਰੀਆ ਤੇ ਇੰਟੀਗ੍ਰੇਸ਼ਨ ਕਰਦੇ ਹਾਂ, ਆਪਣੇ ਕੋਲ ਡੋਮੇਨ ਸਰਫੇਸ ਏਰੀਆ ਹੁੰਦੀ ਆ। ਟ੍ਰਿਪਲ 'ਚ ਆਪਣੇ ਕੋਲ ਜਿਹੜੀ ਕੀ ਹੁੰਦੀ ਹੈ ਜੀ, ਵੋਲਿਊਮ ਹੋ ਜਾਂਦੀ ਆ, ਜਿਹੜਾ ਡੋਮੇਨ ਹੋਵੇ। ਸੋ ਜਿਹਦੇ ਉੱਪਰ ਆਪਾਂ ਇੰਟੀਗ੍ਰੇਸ਼ਨ ਕਰਨੀ ਆਪਣੇ ਕੋਲ 3 ਕੋਆਰਡੀਨੇਟਸ ਵਿੱਚ ਜਾਏਗਾ ਆਪਣੇ ਕੋਲ। ਠੀਕ ਹੈ, ਇਦਾਂ ਆਪਣੇ ਕੋਲ ਏਰੀਆ। ਸੋ ਇਸ ਆਪਣੇ ਕੋਲ ਇੰਟੀਗ੍ਰੇਸ਼ਨ ਆਪਣੇ ਕੋਲ ਹੁੰਦੀ ਹੈ ਟ੍ਰਿਪਲ ਇੰਟੀਗਰਲ। ਆਪਾਂ ਇਦਾਂ ਪਾਉਂਦੇ ਓਵਰ ਦ ਵੋਲਿਊਮ v ਕਿਸੇ ਫੰਕਸ਼ਨ ਦੀ। ਇਹ ਫੰਕਸ਼ਨ 3 ਵੇਰੀਏਬਲਸ ਦਾ ਜਿੱਥੇ ਆਪਣੇ ਕੋਲ dv ਲਿਖ ਲਓ ਇਹਨੂੰ। ਦਿਸ ਵਿਲ ਬੀ ਇਕੁਅਲ ਟੂ z ਕਿੱਥੋਂ ਵੇਰੀ ਕਰਦਾ, z1 ਤੋਂ ਲੈ ਕੇ z2 ਤੱਕ। ਠੀਕ ਹੈ ਜੀ। y ਕਿੱਥੇ ਵੇਰੀ ਕਰਦਾ ਆਪਣਾ, y1 ਤੋਂ ਲੈ ਕੇ
y2 ਤੱਕ ਐਂਡ x ਕਿੱਥੋਂ ਵੇਰੀ ਕਰਦਾ ਆਪਣਾ ਜੀ a ਤੋਂ ਲੈ ਕੇ b ਤੱਕ। ਠੀਕ ਹੈ, ਹਮੇਸ਼ਾ ਆਪਣਾ ਇਦਾਂ ਹੈਗਾ ਜੀ ਕਿ z ਦੀਆਂ ਜੋ ਲਿਮਿਟਸ ਨੇ x y ਚ ਹੋਣਗੀਆਂ, y ਦੀਆਂ ਲਿਮਿਟਸ ਕੱਲੇ x ਵਿੱਚ ਹੋਣਗੀਆਂ ਤੇ x ਦੀ ਲਿਮਿਟ ਕਨਸਟੈਂਟਸ ਹੋਣਗੀਆਂ। ਠੀਕ ਹੈ, ਮਤਲਬ ਜਿਹੜਾ ਪਹਿਲਾ ਉਹਦੀਆਂ ਜੋ ਲਿਮਿਟਸ ਨੇ ਬਾਕੀ ਦੋ ਵੇਰੀਏਬਲਸ, ਜਿਹੜਾ ਦੂਜਾ ਹੈ ਉਹਦੀ ਲਿਮਿਟ ਜਿਹੜਾ ਇੱਕ ਵੇਰੀਏਬਲ ਬਚ ਗਿਆ ਉਹਦੇ ਵਿੱਚ ਜਿਹੜਾ ਲਾਸਟ ਬਚ ਗਿਆ ਉਹਦੀ ਲਿਮਿਟਸ ਕਨਸਟੈਂਟ ਹੋਣਗੀਆਂ। ਠੀਕ ਹੈ ਜੀ, ਸੋ ਉਹਦੇ ਇਵੈਲੂਏਸ਼ਨ ਬਿਲਕੁਲ ਡਬਲ ਇੰਟੈਗਰਲ ਵਰਗੀ ਆ, ਬਹੁਤਾ ਕੋਈ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ। ਸੋ ਇਹਦੇ ਜੈਕੋਬੀਅਨ ਉੱਪਰ ਆ ਲੈਂਦੇ, ਜੈਕੋਬੀਅਨ ਦਾ ਫਾਰਮੂਲਾ ਲਿਖ ਲੈਂਦੇ ਆਪਾਂ। ਠੀਕ ਹੈ, ਸਪੋਜ਼ ਆਪਣੇ ਕੋਲ ਤਿੰਨ ਵੇਰੀਏਬਲ ਸੀਗੇ x, ਠੀਕ ਹੈ ਜੀ, ਤੇ y ਤੇ z। ਇਹਨਾਂ ਨੂੰ ਆਪਾਂ ਤਿੰਨ ਨਵੇਂ ਚ ਆਪਾਂ ਕਨਵਰਟ ਕਰਤਾ UVW ਦੇ ਵਿੱਚ। ਠੀਕ ਹੈ ਜੀ, ਸੋ ਇਸ ਕੇਸ ਆਪਣਾ ਜੈਕੋਬੀਅਨ ਹੁੰਦਾ ਹੈ ਕਿੰਨਾ ਜੀ, ਠੀਕ ਹੈ। ਇਦਾਂ ਰੱਖ ਲਓ, ਹੁਣ ਯਾਦ ਤਾਂ ਨਾ ਭੁੱਲ ਜਾ, ਭੁਲੇਖਾ ਲੱਗਦਾ ਤਾਂ ਪਹਿਲਾਂ x ਲਿਖ ਲਓ ਇੱਥੇ। ਠੀਕ ਹੈ, ਫਿਰ u ਨਾਲ ਪਹਿਲਾਂ ਕਰਤਾ, ਫਿਰ v ਨਾਲ ਕਰ ਦਿੱਤਾ, ਫਿਰ z ਨਾਲ ਕਰ ਦਿੱਤਾ, ਸੋ w ਨਾਲ ਕਰ ਦਿੱਤਾ। ਨੈਕਸਟ ਵਿੱਚ y ਪਹਿਲਾਂ u ਨਾਲ ਕੀਤਾ, ਫਿਰ v ਨਾਲ ਕੀਤਾ, ਫਿਰ w ਨਾਲ। ਨੈਕਸਟ ਵਿੱਚ z ਪਹਿਲਾਂ u ਨਾਲ, ਫਿਰ v ਨਾਲ, ਫਿਰ w ਨਾਲ। ਠੀਕ ਹੈ ਜੀ, ਤਾਂ ਤੁਹਾਨੂੰ ਯਾਦ ਰੱਖਣ ਥੋੜੀ ਆਸਾਨੀ ਹੋ ਜਾਏਗੀ। ਜੈਕੋਬੀਅਨ ਦੋ ਫਾਰਮੂਲਾ ਫਿਰ ਇੱਥੇ ਵੀ ਉਹੀ ਹੋਲਡ ਕਰਦਾ ਜੀ ਆਪਣੇ ਕੋਲ, ਕਿ ਅਗਰ ਆਪਾਂ ਇਧਰੋਂ ਇੱਧਰ ਜਾਂਦੇ ਹਾਂ, x y z ਨੂੰ ਅਗਰ ਆਪਾਂ UVW ਵਿੱਚ ਐਕਸਪ੍ਰੈਸ ਕੀਤਾ, ਉੱਥੋਂ ਜੋ ਜੈਕੋਬੀਅਨ ਕੱਢਿਆ ਉਹਨੂੰ ਮਲਟੀਪਲਾਈ ਕਰੀਏ, ਆਪਾਂ ਉਲਟਾ ਕਰਾਉਣਾ ਹੈ ਕਿ UVW ਨੂੰ ਅਗਰ ਆਪਾਂ x y z ਵਿੱਚ ਐਕਸਪ੍ਰੈਸ ਕਰਨਾ ਹੋਏ, ਜਿਹੜਾ ਉੱਥੋਂ ਆਪਣਾ ਜੈਕੋਬੀਅਨ ਹੁੰਦਾ, ਦੋਵਾਂ ਦੀ ਪ੍ਰੋਡਕਟ ਕਰਦੇ ਹਮੇਸ਼ਾ ਆਨਸਰ ਕਿੰਨਾ ਹੁੰਦਾ ਹੈ 1, ਮਤਲਬ ਦੋਨੋਂ ਆਪਣੇ ਇੱਕ ਦੂਜੇ ਦਾ ਕੀ ਨੇ, ਰੈਸੀਪ੍ਰੋਕਲ। ਠੀਕ ਹੈ ਜੀ, ਓਕੇ। ਨੈਕਸਟ ਜੈਕੋਬੀਅਨ ਦੋ ਹੀ ਹੋਰ ਯਾਦ ਰੱਖਣੇ ਆਪਾਂ, ਜੈਕੋਬੀਅਨ ਫॉर ਸਿਲੈਂਡਰੀਕਲ ਪੋਲਰ ਕੋਆਰਡੀਨੇਟਸ। ਠੀਕ ਹੈ, ਸਿਲੈਂਡਰੀਕਲ ਪੋਲਰ ਕੋਆਰਡੀਨੇਟ ਕੀ ਹੁੰਦੇ ਆ ਕਿ ਇਹ ਚ ਆਪਾਂ x ਨੂੰ ਪੁੱਟ ਕਰ ਦਿੰਦੇ r cos ਥੀਟਾ, ਠੀਕ ਹੈ ਜੀ, y ਨੂੰ ਪੁੱਟ ਕਰ ਦਿੰਦੇ ਆਪਾਂ r sin ਥੀਟਾ, z ਨੂੰ ਆਪਾਂ z ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਸਿਲੈਂਡਰੀਕਲ ਪੋਲਰ ਕੋਆਰਡੀਨੇਟਸ। ਠੀਕ ਹੈ ਜੀ, ਸੋ ਦਾ ਜੈਕੋਬੀਅਨ ਸਿੱਧਾ ਯਾਦ ਰੱਖ ਲਓ, that ਜੈਕੋਬੀਅਨ ਕਿੰਨਾ ਹੁੰਦਾ ਜੀ, ਤੇ ਜੈਕੋਬੀਅਨ ਸੇਮ ਹੁੰਦਾ ਜੋ ਆਪਣੇ ਕੋਲ ਪਿੱਛੇ ਆਇਆ ਸੀਗਾ, ਉਹੀ r ਹੀ ਹੁੰਦਾ। ਠੀਕ ਹੈ, ਕੱਢ ਕੇ ਵੇਖੋਗੇ ਤੁਹਾਡੇ ਕੋਲ r ਹੀ ਆ ਜਾਏਗਾ। ਨੈਕਸਟ ਦੇਖ ਲਓ, ਇੱਕ ਜੈਕੋਬੀਅਨ ਫॉर spherical polar coordinates। ਸੋ ਇੱਕ ਕੋਆਰਡੀਨੇਟਸ ਕੀ ਹੁੰਦੇ ਆਪਣੇ ਕੋਲ, ਸਫੈਰੀਕਲ ਪੋਲਰ ਹੁੰਦੇ ਨੇ, x = r sin θ cos φ, y = r sin θ sin φ,
ਐਂਡ z ਆਪਣੇ ਕੋਲ ਹੁੰਦਾ ਹੈ ਜੀ r cos ਥੀਟਾ। ਠੀਕ ਹੈ, ਜਿਹੜਾ ਜੈਕੋਬੀਅਨ ਆਪਣੇ ਕੋਲ ਹੁੰਦਾ ਹੈ ਹਾਂਜੀ ਕੀ ਹੁੰਦਾ ਯਾਦ ਹੈ ਕਿਸੇ ਨੂੰ? ਦਿਸ ਇਜ਼ r ਆਰ ਸਕੁਅਰ, ਸਕੁਅਰ sin ਸ਼ਾਇਦ। ਬਿਲਕੁਲ r ਸਕੁਅਰ sin phi, ਸੌਰੀ r ਸਕੁਅਰ sin ਥੀਟਾ। ਓਕੇ ਸਰ। r ਸਕੁਅਰ sin ਥੀਟਾ ਉਹ ਡਿਪੈਂਡ ਕਰਦਾ ਥੀਟਾ ਫਾਈ ਕਿੰਨੂੰ ਯੂਜ਼ ਕਰਨ ਦਾ, ਤੁਸੀਂ ਇੱਥੋਂ ਵੇਖ ਲੈਣਾ। ਜਿਹੜਾ z ਵਾਲਾ ਉਹਨੂੰ ਲਾਉਣਾ ਸੀ ਇੱਥੇ, ਠੀਕ ਹੈ। ਅਗਰ ਇੱਥੇ ਨੇ ਫਾਈ ਯੂਜ਼ ਕੀਤਾ ਤੁਸੀਂ ਤੇ ਫਾਈ ਕਰ ਲਿਓ, ਥੋੜਾ ਧਿਆਨ ਨਾਲ ਦੇਖ ਲਿਓ ਉਹਨੇ ਕਿੱਥੇ ਕੀ ਯੂਜ਼ ਕੀਤਾ ਹੋਇਆ। ਕੋਈ ਬੁੱਕ ਨੂੰ ਥੀਟਾ ਫਾਈ ਦਾ ਰੋਲ ਜਿਹੜਾ ਇੰਟਰਚੇਂਜ ਕਰ ਦਿੰਦੇ ਨੇ ਇਹ ਕਿਤਾਬਾਂ, ਠੀਕ ਹੈ ਜੀ। ਇੱਥੇ ਜ਼ਰਾ ਧਿਆਨ ਨਾਲ ਵੇਖ ਲਿਓ, ਜਿਹੜਾ ਇੱਥੇ ਯੂਜ਼ ਕੀਤਾ ਉਹੀ ਤੁਸੀਂ ਇੱਥੇ ਯੂਜ਼ ਕਰ ਦੇਣਾ ਇੱਥੇ। ਅਗਰ ਇੱਥੇ ਫਾਈ ਕੀਤਾ ਤੁਸੀਂ ਫਾਈ ਕਰਦੇ, ਸੋ ਇਹ ਯਾਦ ਰਹਿਣਗੇ ਜੀ। ਸੋ ਯੈਸ ਫਿਰ ਸਰ। ਇੱਕ ਛੋਟਾ ਜਿਹਾ ਫਿਰ ਹੋਰ ਲਿਖ ਲਓ ਨਾਲ। ਸਪੋਜ਼ ਸਾਡੇ ਕੋਲ ਇੰਟੈਗਰਲ ਇਹ ਹੈ ਜੀ, ਠੀਕ ਹੈ। ਮੈਂ ਨਾਲ ਉਹ ਲਿਖਿਆ ਨਹੀਂ ਹੁਣ ਕਿ z2 ਜਿਹੜਾ z1 ਜਿਹੜੇ ਨੇ ਉਹ yz ਦੇ ਫੰਕਸ਼ਨ ਹੈ, ਸੌਰੀ xy ਦਾ ਫੰਕਸ਼ਨ ਹੈ, y1 y2 x ਦਾ ਫੰਕਸ਼ਨ ਹੈ ਤੇ x1 x2 ਕਨਸਟੈਂਟ ਹੈ, ਉਹ ਅੰਡਰਸਟੂਡ ਹੈ। ਠੀਕ ਹੈ, ਮੈਂ ਲਿਖ ਨਹੀਂ ਰਿਹਾ ਬਾਰ-ਬਾਰ। ਸਪੋਜ਼ ਆਪਾਂ x ਨੂੰ ਪੁੱਟ ਕਰਦੇ ਹਾਂ ਕੁਝ g of uv w g1 ਲਿਖ ਲਓ, y ਨੂੰ ਆਪਾਂ ਪੁੱਟ ਕਰਦੇ ਹਾਂ ਸਮਥਿੰਗ g2 uvw, z ਨੂੰ ਪੁੱਟ ਕਰਦੇ ਹਾਂ ਆਪਾਂ g3 uvw। ਸੋ ਆਪਣਾ ਇੰਟੈਗਰਲ ਕਨਵਰਟ ਹੋ ਕੀ ਹੋ ਜਾਏਗਾ, ਕੀ ਹੋ ਜਾਏਗਾ, ਇਹ ਬਣ ਜਾਏਗਾ ਆਪਣੇ ਕੋਲ, ਬਣ ਜਾਏਗਾ f। ਠੀਕ ਹੈ, x ਦੀ ਜਗ੍ਹਾ ਤੇ ਆ ਜਾਏਗਾ g1, ਠੀਕ ਹੈ, g2 g3, ਇਹ ਸਾਰੇ uvw ਦੇ ਫੰਕਸ਼ਨ ਨੇ। ਠੀਕ ਹੈ, ਮੈਂ ਬਾਰ-ਬਾਰ ਲਿਖਿਆ ਨਹੀਂ ਨਾਲ। ਸੋ ਇੱਥੇ ਆਪਣੇ ਕੋਲ ਆ ਜਾਏਗਾ du dv and dw and u varies from u1 to u2, v1 to v2 and v3, sorry w1 to w2। ਠੀਕ ਹੈ, ਆਰਡਰ ਤੁਸੀਂ ਚੇਂਜ ਕਰ ਸਕਦੇ ਹੋ ਆਪਣੀ ਕਨਵੀਨੀਅੰਸ ਦੇ ਅਕੋਰਡਿੰਗਲੀ। ਠੀਕ ਹੈ ਜੀ, ਨੈਕਸਟ ਆਪਾਂ ਚੱਲਦੇ ਹਾਂ ਇਵੈਲੂਏਸ਼ਨ ਆਫ ਏਰੀਆ। ਸਰ ਇੱਥੇ ਵੀ ਜੈਕੋਬੀਅਨ ਨਹੀਂ ਆਏਗਾ ਲਾਸਟ ਚ? ਓਕੇ ਓਕੇ ਓਕੇ, ਆਮ ਸੌਰੀ ਸੌਰੀ ਸੌਰੀ, ਠੀਕ ਹੈ ਜੀ, ਓਕੇ ਆਏਗਾ, ਬਿਲਕੁਲ ਜੈਕੋਬੀਅਨ ਆਏਗਾ। ਥੈਂਕ ਯੂ ਜੀ, ਬਿਲਕੁਲ ਜੈਕੋਬੀਅਨ ਆਏਗਾ ਜੀ। ਠੀਕ ਹੈ, ਬਿਲਕੁਲ ਆਏਗਾ ਜੈਕੋਬੀਅਨ। ਸਰ du dv dw ਆਏਗਾ ਜਾਂ dw dv du ਆਏਗਾ? ਤੁਸੀਂ ਜਿੱਦਾਂ ਮਰਜ਼ੀ ਉਹ ਆਰਡਰ ਚੇਂਜ ਕਰ ਸਕਦੇ ਹਾਂ ਆਪਾਂ। ਠੀਕ ਹੈ, ਆਰਡਰ ਲਿਮਿਟਸ ਜੋ ਤੁਸੀਂ ਆਰਡਰ ਰੱਖੋਗੇ ਉਹਦੇ ਵਿੱਚ ਚੱਕਣੇ, ਤੁਸੀਂ ਜੋ ਤੁਸੀਂ ਆਰਡਰ ਰੱਖਣਾ ਉਹਦੇ ਅਕੋਰਡਿੰਗਲੀ ਲਿਮਿਟਸ ਆ ਜਾਣਗੀਆਂ। ਠੀਕ ਹੈ, ਸਰ ਕੋਈ ਨਹੀਂ ਲਿਮਿਟਸ ਕਿ ਸਰ ਵੇਰੀਏਬਲਸ ਹਾਂਜੀ ਕੀ? ਸਰ ਲਿਮਿਟਸ ਵੀ ਦੱਸ ਦਿਓ ਇਹਨਾਂ ਦੀਆਂ। ਲਿਮਿਟਸ ਉਹ ਜੋ ਆਪਾਂ ਨੇ ਦਿੱਤਾ ਹੋਗਾ ਉਹਦੇ ਅਕੋਰਡਿੰਗ ਆਪਾਂ ਨੂੰ ਕੱਢਣੀਆਂ ਪੈਣਗੀਆਂ। ਜੇ ਆਪਣੇ ਕੋਲ ਅੱਛੀ ਸੀ ਨਾ ਸਰ ਆਪਣੇ ਕੋਲ ਨਹੀਂ, ਫੰਕਸ਼ਨ, ਹਾਂਜੀ ਟ੍ਰਿਪਲ ਇੰਟੈਗਰਲ ਚ ਜਿਹੜੇ ਤੁਸੀਂ ਕੋਆਰਡੀਨੇਟਸ ਲਿਖਵਾਏ ਹੈ ਹਾਂਜੀ, ਸਰ ਉਹਨਾਂ ਦੀ ਲਿਮਿਟਸ। ਇਹਦੇ ਕਹਿੰਦੇ ਇਹਦੀ, ਜਿਵੇਂ ਜਿਵੇਂ ਇਹ z2 ਲਿਖਿਆ ਹੋਇਆ ਆਪਾਂ ਇੱਥੇ, ਸਰ ਨਹੀਂ ਸਰ, ਜਿਹੜੇ ਤੁਸੀਂ ਇਹਦੀ ਲਿਮਿਟਸ। ਸਫੈਰਿਕਲ ਪੋਲਰ ਕੋਆਰਡੀਨੇਟਸ ਲਿਖਵਾਏ। ਓਕੇ ਜੀ, ਓਕੇ ਓਕੇ, ਠੀਕ ਹੈ, ਉਹਨਾਂ ਦੀ ਕਹਿ ਰਹੇ ਠੀਕ। ਸੋ ਇੱਥੇ ਆਪਣੇ ਕੋਲ ਹੁੰਦਾ ਹੈ r from 0 to a, ਜੋ ਵੀ ਰੇਡੀਅਸ ਆਪਣਾ। ਠੀਕ ਹੈ, ਅਗਰ ਆਪਾਂ ਇਹਨੂੰ ਜਿਹੜੇ ਆਪਣੇ ਕਨਵਰਟ ਦੇ ਵਿੱਚ ਕਰਦੇ ਹਾਂ, ਜਿਹੜਾ ਜੋ ਆਪਣਾ ਸਰਕਲ ਹੈ
ठीक है। फिर अपने को x स्क्वायर प्लस वाई स्क्वायर इक्वल टू z स्क्वायर ਹੁੰਦਾ ना। यस सर। ठीक है। r from 0 to a, ठीक है जी। थीटा from 0 to pi and phi from 0 to 2 pi, ठीक है लिमिट्स। ओके जी। area using double integral, ठीक है। ਸੌਖਾ ਜਿਹਾ ਕੰਮ ਹੈ ਜੀ। area using double integral ਆਪਣੇ ਕੋਲ ਹੁੰਦਾ ਜੀ a dy dx ਕਰ ਲਓ, ਠੀਕ ਹੈ, ਜਾਂ dx dy ਕਰ ਲਓ, ਜੋ ਮਰਜ਼ੀ ਕਰ ਲਓ, ਠੀਕ ਹੈ। ਧਿਆਨ ਨਾਲ ਵੇਖੋਗੇ ਨਾ, ਅਗਰ ਇਹਦੀ ਇੰਟੀਗ੍ਰੇਸ਼ਨ ਕਰਾਂਗੇ ਤੇ y ਬਣ ਜਾਣਾ। ਸੋ ਆਪਣੇ ਕੋਲ ਇਹੀ ਹੈ y dx, ਤੇ ਆਪਾਂ ਨੂੰ ਪਤਾ ਏਰੀਆ ਹੁੰਦਾ, तो ਸਿੱਧਾ ਤੁਸੀਂ ਸਿੰਗਲ ਵਾਲਾ ਲਾ ਲਓ, ਬੈਟਰ ਹੋਏਗਾ, ਠੀਕ ਹੈ ਜੀ। ਤੁਸੀਂ ਅਗਰ ਇਹਨੂੰ ਕਨਵਰਟ ਕਰਨਾ ਹੈ ਪੋਲਰ ਕੋਆਰਡੀਨੇਟਸ ਵਿੱਚ, ਤਾਂ ਆਪਣੇ ਕੋਲ ਏਰੀਆ ਬਣ ਜਾਏਗਾ ਦਿਸ ਇਜ਼ r dr d ਥੀਟਾ, ਠੀਕ ਹੈ ਜੀ। ਤੋ ਜਿੱਦਾਂ ਮਰਜ਼ੀ ਕਰ ਲਓ, ਤੁਸੀਂ ਕਰ ਸਕਦੇ। नेक्स्ट वॉल्यूम, यूजिंग ट्रिपल इंटीग्रल। चलो सिंपल सा फंडा जी अपने को वॉल्यूम का ये फार्मूला। सर जॉइन रिक्वेस्ट चाहिए। जॉइन रिक्वेस्ट आई है जी, एक मिनट रुक जाओ, देखता हूं। So v is equal to dx dy dz, ट्रिपल इंटीग्रल ओवर द वॉल्यूम v, ਜਿਹਦੇ ਵੋਲਿਊਮ ਆਪਾਂ ਕੱਢਣਾ ਹੈ, ਜਿਹੜੇ ਏਰੀਆ ਆਪਾਂ ਕੱਢਣਾ ਦੀ ਵੋਲਿਊਮ, ਠੀਕ ਹੈ ਜੀ। ਸੋ ਅਗਰ ਤੁਸੀਂ ਇਹਨੂੰ ਕਰਨਾ ਚਾਹੁੰਦੇ ਟ੍ਰਿਪਲ ਇੰਟੀਗਰਲਸ ਕਨਵਰਟ ਕਰਨਾ ਚਾਹੁੰਦੇ, ਤੁਹਾਡੇ ਕੋਲ ਹੋ ਜਾਏਗਾ, ਨਾਲ ਤੁਸੀਂ ਲਾ ਲੈਣਾ ਇਹਦਾ ਜੈਕੋਬੀਅਨ ਨਾਲ ਅਟੈਚ ਕਰ ਲੈਣਾ। ठीक है जी। नेक्स्ट अपने को दो तीन फॉर्मूले ने जी, एक अपना अपना सेंटर ऑफ ग्रेविटी, सेंटर ऑफ मास, हालांकि इन दोनों का फॉर्मूला सेम होता है, ठीक है जी। थोड़ा ਜਿਹਾ ਬੇਸਿਕ ਡਿਫਰੈਂਸ ਵਿੱਚ ਪਾਦਾ, ਕੋਈ ਫਰਕ ਨਹੀਂ ਹੈਗਾ। ਨੈਕਸਟ ਆਪਾਂ ਕਰਨਾ ਜੀ ਇੱਕ ਮੂਵਮੈਂਟ ਆਫ ਇਨਰਸ਼ੀਆ। ਇਹਦੇ ਫਾਰਮੂਲੇ ਲਿਖਣੇ ਦੇ ਉੱਪਰ ਸਵਾਲ ਕਦੀ ਬੇਸ ਨਹੀਂ ਆਇਆ, ਸਿਰਫ ਇੱਕ ਸਵਾਲ ਆਇਆ ਅੱਜ ਤੱਕ ਸੈਂਟਰ ਆਫ ਗ੍ਰੈਵਿਟੀ ਦਾ, ਉਹ ਵੀ ਇਸ ਫਾਰਮੂਲੇ ਤੋਂ ਬਿਨਾਂ ਹੀ ਹੋ ਜਾਂਦਾ ਸੀਗਾ, ਠੀਕ ਹੈ। ਸੋ ਜਸਟ ਫਾਰਮੂਲਾ ਨੋਟ ਕਰ ਲਓ, ਇਨ ਕੇਸ ਆਪਾਂ ਨੂੰ ਸਵਾਲ ਕਰਨਾ ਪੈ ਜਾਏ। ਅਗਰ ਮੇਰੀ ਤਾਂ ਸਲਾਹ ਹੀ, ਅਗਰ ਫਾਰਮੂਲੇ ਤੋਂ ਬਿਨਾਂ ਸਵਾਲ ਹੋ ਜਾਏ ਪੇਪਰ, ਤੁਹਾਨੂੰ ਕਰ ਲੈਣਾ, ਫਾਰਮੂਲੇ ਦੇ ਨਾਲ ਕਰਨਾ ਪੈਂਦਾ, ਤੁਹਾਨੂੰ ਲਾਸਟ ਦੇ ਰੱਖ ਲਓ, ਹੁੰਦਾ ਤਾਂ ਕਰ ਲਾਂਗੇ, ਨਹੀਂ ਛੱਡ ਦਿਆਂਗੇ, ਠੀਕ ਹੈ ਜੀ। ਸੋ ਫਾਰਮੂਲਾ ਨੋਟ ਕਰ ਲਓ for center of gravity, ठीक है। फॉर्मूला ਆਪਾਂ ਲਿਖ ਰਹੇ ਹਾਂ ਸੈਂਟਰ ਆਫ ਗ੍ਰੈਵਿਟੀ ਦਾ, ਲੇਕਿਨ ਅਗਰ ਆਪਾਂ ਨੂੰ ਸੈਂਟਰ ਆਫ ਮਾਸ ਪੁੱਛਿਆ ਹੋਵੇ ਤਾਂ ਵੀ ਫਾਰਮੂਲਾ ਸੇਮ ਹੈ, ਫਾਰਮੂਲੇ 'ਚ ਕੋਈ ਫਰਕ ਨਹੀਂ ਹੈਗਾ ਜੀ। ਜੀ ਡੈਂਸਿਟੀ ਫੰਕਸ਼ਨ ਆਪਾਂ ਨੂੰ ਗਿਵਨ ਹੋਊਗਾ ਕੁਐਸਚਨ ਦੇ ਵਿੱਚ, ਰੀਜ਼ਨ ਵੀ ਗਿਵਨ ਹੋਊਗਾ ਆਪਾਂ ਨੂੰ।
ਸਰ ਤੁਹਾਡੀ ਆਵਾਜ਼ ਆ ਰਹੀ ਸੀ ਬਟ ਇਹ ਸਕਰੀਨ ਨਹੀਂ ਚੱਲਦੀ ਵੀ। ਹਾਂਜੀ ਤੁਸੀਂ ਮਤਲਬ ਕੰਟੀਨਿਊਸਲੀ ਡਿਸਟ੍ਰੀਬਿਊਟਿਡ ਮਾਸ ਵਿਦ ਡੈਂਸਲ ਲਿਖਿਆ, ਉਸ ਤੋਂ ਅੱਗੇ ਕੁਝ ਲਿਖਿਆ ਹੈ ਸਕਰੀਨ ਤੇ ਕਿ ਹਾਂਜੀ ਲਿਖਿਆ ਹੋਇਆ ਜੀ। ਮੈਂ ਮੇਰੀ ਸਕਰੀਨ ਚੱਲ ਰਹੀ ਹੈ, ਸਾਹਮਣੇ ਵਾਲੀ ਸਕਰੀਨ ਦੇ ਪਰ ਤੁਸੀਂ ਇੱਕ ਵਾਰ ਆਪਣਾ ਨੈਟਵਰਕ ਚੈੱਕ ਕਰੋ ਜ਼ਰਾ, ਠੀਕ ਹੈ? ਫਿਰ ਦੱਸਿਓ ਮੈਨੂੰ ਇੱਕ ਵਾਰ, ਇੱਕ ਵਾਰ ਜ਼ਰਾ ਠੀਕ ਹੈ ਚੈੱਕ ਸਰ। ਕਰੋ। ਮੇਰੇ ਸਾਹਮਣੇ ਸਕਰੀਨ ਤੇ ਮੇਰਾ ਚੱਲ ਰਿਹਾ ਪਿਆ, ਚੱਲਦਾ ਪਿਆ। ਇਹ ਫਾਰਮੂਲਾ ਜੀ ਆਪਣੇ ਕੋਲ x ਬਾਰ ਦਾ। सर ये पी है या रो है? रो रो ਪੇਪਰ ਅਗਰ ਸਵਾਲ ਲਈ ਫਾਰਮੂਲਾ ਲਗਾਉਣ ਦੀ ਲੋੜ ਪੈ ਰਹੀ ਆ, ਤੁਸੀਂ ਸਕਿਪ ਕਰ ਸਕਦੇ ਹੋ ਅਗਰ ਸਵਾਲ ਤੋਂ ਬਿਨਾਂ ਨਹੀਂ ਹੁੰਦਾ ਤੇ, ਠੀਕ ਹੈ ਜੀ? ਅਦਰਵਾਈਜ਼ ਸਵਾਲ ਕਿਸੇ ਨਾ ਕਿਸੇ ਛੋਟੇ ਤਰੀਕੇ ਨਾਲ ਆਪਣਾ ਹਮੇਸ਼ਾ ਹੋ ਜਾਂਦਾ ਹੁੰਦਾ ਹੈ। ਠੀਕ ਹੈ ਜੀ? ਫਾਰਮੂਲਾ ਜੀ ਆਪਣੇ ਕੋਲ ਸੈਂਟਰ ਆਫ ਗ੍ਰੈਵਿਟੀ ਕੱਢਣ ਦਾ, ਅਗਰ ਸੈਂਟਰ ਆਫ ਮਾਸ ਪੁੱਛ ਲੈ ਫਾਰਮੂਲਾ ਤੁਸੀਂ ਸੇਮ ਲਾਉਣਾ ਹੈ ਜੀ, ਫਾਰਮੂਲਾ ਚੇਂਜ ਨਹੀਂ ਕਰਨਾ। ਨੈਕਸਟ ਇਜ਼ ਫਾਰਮੂਲਾ ਫॉर मूवमेंट ऑफ इनर्शिया। ਸਰ ਉੱਪਰ ਦਿਖਾ ਦਿਓ ਮਾੜਾ ਜਿਹਾ ਕੀ ਲਿਖਿਆ ਗਿਆ, ਥੋੜਾ ਹੋਰ ਉੱਪਰ। ਇਹਨਾਂ ਨੂੰ x ਬਾਰ ਕਿਉਂ ਲਿਖਤਾ ਹੈ? जस्ट पॉइंट लिखना है, x1 y1 z1 लिख लो, x डैश y डैश z डैश कुछ लिख लो, भगवान का नाम देता है कुछ ਤੇ ਰੋ ਡੈਂਸਿਟੀ ਤੇ रो डेंसिटी अपन को गिवन होएगा। ਠੀਕ ਹੈ ਸਰ। x is moment of inertia, सर वो पीछे रो की है ना? डेंसिटी फंक्शन अपन क्वेश्चन से गिवन होएगा, डेंसिटी फंक्शन रो कि x, y, z ਦੇ ਉੱਪਰ ਡੈਂਸਿਟੀ ਕੀ ਹੈਗੀ, ਡੈਂਸਿਟੀ ਹੁੰਦਾ ਨਾ ਮਾਸ ਬਾਈ ਵੋਲਿਊਮ, ਉਹ ਦਿੱਤਾ ਹੋਏਗਾ ਆਪਣੇ ਕੁਐਸਚਨ ਦੇ ਵਿੱਚ, ਆਪਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ओके सर। ਠੀਕ ਹੈ, ਹਾਲਾਂਕਿ ਇਹਦੇ ਉੱਪਰ ਬੇਸਡ ਕਦੀ ਕੁਐਸਚਨ ਅਜੇ ਤੱਕ ਆਇਆ ਨਹੀਂ ਹੈ ਪੇਪਰ ਵਿੱਚ। ਨੈਕਸਟ ਇਜ਼ ਮੂਵਮੈਂਟ ਆਫ ਇਨਰਸ਼ੀਆ। ਕੀ ਹੁੰਦਾ ਹੈ ਮੂਵਮੈਂਟ ਆਫ ਇਨਰਸ਼ੀਆ? ਹੁੰਦਾ ਹੈ ਮੰਨ ਲਓ ਆਪਣੇ ਕੋਲ ਕੋਈ ਇੱਕ ਬੋਡੀ ਆ, ਠੀਕ ਹੈ, ਜੋ ਇਸ ਐਕਸਿਸ ਦੇ ਅਰਾਊਂਡ ਰਿਵੋਲਵ ਕਰਦੀ ਪਈ ਹੈ, ਠੀਕ ਹੈ? तो ਅਗਰ ਬੋਡੀ ਦਾ ਮਾਸ m ਹੈ, ਠੀਕ ਹੈ, ਉਹਨੂੰ ਅਗਰ ਆਪਾਂ ਇਸ ਰੇਡੀਅਸ ਨਾਲ ਮਲਟੀਪਲਾਈ ਕਰ ਦਿਆਂਗੇ, ਰੇਡੀਅਸ ਸਕੁਅਰ ਨਾਲ ਮਲਟੀਪਲਾਈ ਕਰ ਦਿਆਂਗੇ, ਜਿਹੜੀ ਇਹ ਕੁਆਂਟੀਟੀ ਹੁੰਦੀ ਹੈ m r ਸਕੁਅਰ, ਨੂੰ ਆਪਾਂ ਕਹਿੰਦੇ ਆ ਮੂਵਮੈਂਟ ਆਫ ਇਨਰਸ਼ੀਆ ਅਬਾਊਟ ਦਿਸ ਐਕਸਿਸ। ਠੀਕ ਹੈ ਜੀ? ਫਿਜ਼ਿਕਸ ਦਾ ਕਨਸੈਪਟ ਹੈ, ਬਹੁਤਾ ਡੀਪ ਜਾਣ ਦੀ ਲੋੜ ਨਹੀਂ ਹੈ। ਤਾਂ ਫਸਟ ਫਾਰਮੂਲਾ ਯਾਦ ਰੱਖਣਾ ਹੈ ਆਪਾਂ, ਮੂਵਮੈਂਟ ਆਫ ਇਨਰਸ਼ੀਆ ਇਜ਼ ਇਕੁਅਲ ਟੂ, ਯਾਦ ਇਹ ਵਾਲਾ ਫਾਰਮੂਲਾ ਯਾਦ ਰੱਖਣਾ ਹੈ, ਇਜ਼ ਇਕੁਅਲ ਟੂ m r ਸਕੁਅਰ। ਠੀਕ ਹੈ ਜੀ? m r ਸਕੁਅਰ ਨੂੰ ਯਾਦ ਰੱਖਣਾ ਹੈ, ਇਹ ਤਾਂ ਆਪਣਾ ਮੂਵਮੈਂਟ ਆਫ ਇਨਰਸ਼ੀਆ ਦਾ ਨਿਕਲ ਆਏਗਾ। ਕਿਉਂਕਿ ਮੂਵਮੈਂਟ ਆਫ ਇਨਰਸ਼ੀਆ ਦੋ r ਸਕੁਅਰ ਹੋ ਸਕਦਾ, r ਕਿਊਬ ਵਿੱਚ ਵੀ ਹੋ ਸਕਦਾ ਹੈ। ਨੰਬਰ 1 ਇਨ r ਸਕੁਅਰ, ਅਬਾਊਟ x ਐਕਸਿਸ ਦਾ ਫਾਰਮੂਲਾ ਇਹ ਹੁੰਦਾ ਜੀ। in r cube
ਕਿ ਇਹਨੂੰ IX ਨਾਲ ਡਿਨੋਟ ਕਰ ਦਿੰਦੇ, ਠੀਕ ਹੈ, ਇਹਨੂੰ VX ਨਾਲ ਡਿਨੋਟ ਕਰ ਦਿੰਦੇ, ਅਸੀਂ ਲਿਖ ਲਓ ਇੱਥੇ IX, ਇਹਨੂੰ IY ਨਾਲ ਡਿਨੋਟ ਕਰ ਦਿੰਦੇ, ਲਿਖ ਲਓ ਇੱਥੇ IX। ये जस्ट फॉर्मूले याद रखने हैं, हालांकि ਇਹਦੇ ਉੱਪਰ ਸਵਾਲ ਬੇਸ ਕਦੀ ਨਹੀਂ ਹੁੰਦਾ, ਉਹਦਾ ਸਿੱਧਾ ਫਾਰਮੂਲਾ ਪੁੱਛ ਲਿਆ ਜਿੰਨਾ ਕਦੀ, ਠੀਕ ਹੈ, ਅਗਰ ਅਦਰਵਾਈਜ਼ ਕੋਈ ਸਵਾਲ ਆਇਆ ਸਿੱਧੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਹੁੰਦਾ ਹੋਏਗਾ, ਨਹੀਂ ਹੁੰਦਾ ਹੈਗਾ ਤਾਂ ਆਪਾਂ ਛੱਡ ਦੇਣਾ ਸਵਾਲ ਨੂੰ, ਠੀਕ ਹੈ। ਜਸਟ ਮੈਂ ਫਾਰਮੂਲੇ ਲਿਖਾਤੇ ਕਿ ਸਿੱਧਾ ਬਾਈ ਚਾਂਸ ਅਗਰ ਫਾਰਮੂਲਾ ਪੁੱਛ ਲਿਆ ਆਪਾਂ ਨੂੰ ਤੁਹਾਨੂੰ ਫਾਰਮੂਲਾ ਪਤਾ ਹੋਏ, ਠੀਕ ਹੈ ਜੀ, ਸਿਰਫ ਬੇਸਿਕਲੀ, ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ ਆਪਣੇ ਕਰਨ ਦਾ ਬਹੁਤਾ। ਸਰ ਸੈਂਟਰ ਆਫ ਗ੍ਰੈਵਿਟੀ ਦੇ ਕੁਐਸਚਨ ਫਾਰਮੂਲਾ ਨਾਲ ਕਰਨੇ ਹੈ? ਨਹੀਂ ਨਹੀਂ, ਫਾਰਮੂਲਾ ਨਾਲ ਕਰਨਾ ਨਹੀਂ, ਇੱਕ ਅੱਜ ਤੱਕ ਇੱਕੋ ਕੁਐਸਚਨ ਆਇਆ ਹੈ, ਉਹ ਫਾਰਮੂਲੇ ਤੋਂ ਬਿਨਾ ਹੁੰਦਾ ਪਿਆ ਸੀਗਾ, ਇਦਾਂ ਦਾ ਰੀਜਨ ਸੀਗਾ, ਕੋਈ ਕੁਐਸਚਨ ਐਗਜ਼ੈਕਟਲੀ ਨਹੀਂ ਯਾਰ, ਮੈਂ ਦੱਸ ਦਿੰਦਾ। ਸੈਂਟਰ ਆਫ ਗ੍ਰੈਵਿਟੀ ਦਾ ਕਿਸੇ ਵੀ ਕਰਵ ਦਾ ਸੈਂਟਰ ਹੋਇਆ ਨਾ, ਤਾਂ ਆਪਾਂ ਸੈਂਟਰ ਕੱਢ ਦਾਂਗੇ ਤਾਂ ਆਨਸਰ ਸਿੱਧਾ ਨਹੀਂ ਪਏਗਾ। ਬਿਲਕੁਲ ਬਿਲਕੁਲ, ਕਰਵ ਦਾ ਸੈਂਟਰ ਕੱਟ ਕਿਦਾਂ ਕੱਢੋਗੇ, ਸਰਕਲ ਦਾ ਤੇ ਕੱਢ ਲਿਆ, ਇਲਿਪਸ ਦਾ ਕੱਢ ਲਿਆ, ਬਾਕੀ ਕਰਵ ਤੇ ਡਿਪੈਂਡ ਕਰਦਾ ਹੈ ਨਾ, ਕਰਵ ਤੇ ਡਿਪੈਂਡ ਕਰਦਾ ਹੈ, ਕਰਵ ਦੀ ਡੈਂਸਿਟੀ ਤੇ ਡਿਪੈਂਡ ਕਰਦਾ ਹੈ ਕਿਦਾਂ ਦਾ। ਤੋ ਕੁਐਸਚਨ ਜਿਹੜਾ ਹੁੰਦਾ ਬਹੁਤ ਬੇਸਿਕ ਹੁੰਦਾ ਹੈ। ਇੱਕ ਵਾਰੀ ਇਦਾਂ ਦਾ ਕੁਐਸਚਨ ਆਇਆ ਜੀ, ਇਹਦਾ ਪੁੱਛਿਆ ਨੇ, ਠੀਕ ਹੈ ਜੀ, ਇਦਾਂ ਮਤਲਬ ਇਸ ਏਰੀਆ ਦਾ ਕਹਿੰਦਾ ਜਿਹੜਾ ਡੈਂਸਿਟੀ ਸੇਮ ਹੈ ਜੀ ਹਰ ਜਗ੍ਹਾ ਦੇ ਉੱਪਰ, ਠੀਕ ਹੈ ਜੀ, ਡੈਂਸਿਟੀ ਸੇਮ ਹੈ ਤੇ ਬਾਹਰ ਕੋਈ ਚੱਕਰ ਨਹੀਂ ਪੈਂਦਾ, ਡੈਂਸਿਟੀ ਤੋਂ ਇਹਨੂੰ ਬਾਹਰ ਕੱਢੋ ਕਨਸਟੈਂਟ ਕੱਢ ਕੇ ਕੈਨਸਲ ਹੀ ਹੋ ਜਾਂਦਾ ਵੈਸੇ ਤੇ, ਠੀਕ ਹੈ ਜੀ, ਕੋਈ ਏਡਾ ਸੀਨ ਨਹੀਂ ਹੁੰਦਾ ਇੱਥੇ ਆਪਣੇ ਕੋਲ। ਇਹਦਾ ਪੁੱਛਿਆ ਸੀਗਾ ਉਹਨੇ, ਆਪਸ਼ਨਸ ਪਤਾ ਕੀ ਦਿੱਤੀਆਂ ਸੀ, ਜਿਹੜੀ ਤੁਸੀਂ ਗੱਲ ਕਹਿੰਦੇ ਬਿਲਕੁਲ ਉਹੀ ਯੂਜ਼ ਨੇ। ਇੱਕ ਆਪਸ਼ਨ ਦਿੱਤੀ ਇਹ ਵਾਲੀ, ਇੱਕ ਉਹਨੇ ਆਪਸ਼ਨ ਦਿੱਤੀ ਇਹ ਵਾਲੀ, ਇਹ ਆ, ਇੱਕ ਉਹਨੇ ਦਿੱਤੀ ਆਪਸ਼ਨ ਇਹ ਵਾਲੀ, ਇੱਕ ਵਿੱਚ ਕੋਈ ਪੁਆਇੰਟ ਦਿੱਤਾ ਸੀਗਾ, ਪਤਾ ਨਹੀਂ ਕਿਹੜਾ ਪੁਆਇੰਟ, ਮੈਨੂੰ ਯਾਦ ਨਹੀਂ ਹੁਣ, ਠੀਕ ਹੈ ਨਾ। ਕਹਿੰਦਾ ਇਹਨਾਂ ਚਾਰ ਆਪਸ਼ਨ ਦਿੱਤੀਆਂ, ਕਿਹੜਾ ਸੈਂਟਰ ਆਫ ਗ੍ਰੈਵਿਟੀ ਆ, ਸੈਂਟਰ ਆਫ ਗ੍ਰੈਵਿਟੀ ਐਟਲੀਸਟ ਕਨਵੈਕਸ ਬਾਡੀ ਹੋਵੇ। ਕਨਵੈਕਸ ਬਾਡੀ ਸਮਝਦੇ ਹੋ ਨਾ ਕੀ ਹੁੰਦੀ ਆ, ਕਨਵੈਕਸ ਬਾਡੀ ਦਾ ਸੈਂਟਰ ਆਫ ਗ੍ਰੈਵਿਟੀ ਹਮੇਸ਼ਾ ਬਾਡੀ ਦੇ ਅੰਦਰ ਲਾਈ ਕਰਦਾ ਹੈ, ਬਾਹਰ ਨਹੀਂ ਲਾਈ ਕਰਦਾ, ਠੀਕ ਹੈ, ਮਤਲਬ ਇੰਟੀਰੀਅਰ ਚ ਲਾਈ ਕਰਦਾ ਹੈ। ਇਹ ਪੁਆਇੰਟ ਬਾਉਂਡਰੀ ਤੇ ਬੈਠੇ ਨਹੀਂ ਹੋ ਨਹੀਂ ਸਕਦਾ, ਇਹ ਪੁਆਇੰਟ ਬਾਹਰ ਬੈਠੇ, ਇੱਕ ਆਪਸ਼ਨ ਬਚ ਗਈ, ਇਹ ਆਨਸਰ ਸੀ ਆਪਣਾ, ਠੀਕ ਹੈ। ਮੈਂ ਗੱਲ ਤੁਹਾਨੂੰ ਦਿਖਾ ਦਾਂ ਕੁਐਸਚਨ ਕਿਹੜਾ ਹੈ, ਬੜਾ ਈਜ਼ੀ ਕੁਐਸਚਨ ਸੀਗਾ, ਠੀਕ ਹੈ ਜੀ। ਉਸ ਬਿਨਾ ਉਹਦਾ ਕੁਐਸਚਨ ਇੰਪੋਰਟੈਂਟ ਹੀ ਲਿਖਾ ਦਿਓ, ਬਸ ਫਾਰਮੂਲਾ ਅਪਲਾਈ ਕਰਨ ਦੀ ਜ਼ਰੂਰਤ ਹੀ ਨਾ ਪਵੇ ਆਪਾਂ ਨੂੰ ਇਸ ਤਰ੍ਹਾਂ ਕੋਈ, ਕਿਉਂਕਿ ਸਿਰਫ ਇੱਕੋ ਕੁਐਸਚਨ ਆਇਆ ਹੈ, ਇੰਪੋਰਟੈਂਟ ਕੁਝ ਨਹੀਂ ਹੈ ਅੱਜ ਤੱਕ, ਇਸ ਵਾਰ ਇੱਕੋ ਸਵਾਲ ਆਇਆ ਬਸ, ਠੀਕ ਹੈ। ਉਹ ਬਸ ਇਹ ਇੰਨਾ ਯੂਜ਼ ਕਰਦੇ ਜਿਹੜਾ ਸੈਂਟਰ ਆਫ ਗ੍ਰੈਵਿਟੀ ਜਾਂ ਕਨਵੈਕਸ ਬਾਡੀ ਦਾ ਬਾਡੀ ਦੇ ਇੰਟੀਰੀਅਰ ਹੁੰਦਾ, ਬਾਹਰ ਨਹੀਂ ਜਾਂਦਾ ਕਦੀ, ਸਵਾਲ ਹੀ ਕਦੀ ਨਹੀਂ ਆਇਆ ਸੈਂਟਰ ਆਫ ਗ੍ਰੈਵਿਟੀ ਦਾ ਹੋਰ ਕੋਈ, ਠੀਕ ਹੈ ਜੀ। तो मैं बड़ा इंपॉर्टेंट टॉपिक है भी नहीं है, मतलब अपने पेपर पॉइंट ऑफ व्यू तो है, बट स्टिल ਤੁਸੀਂ ਇਹਦੇ ਫਾਰਮੂਲੇ ਜਿਹੜਾ ਤੁਸੀਂ ਯਾਦ ਰੱਖਣੇ ਹੈ, ਠੀਕ ਹੈ ਜੀ। this is IY, this is IZ, okay ਜੀ। नेक्स्ट चेक करें अपने को रहेगा आई थिंक ऑर्डर ऑफ चेंज ऑफ ऑर्डर ऑफ वेरिएबल्स ना, ओके ਸਰ ਕਨਵੈਕਸ ਬਾਡੀ ਦੱਸ ਦੋ। ਕਨਵੈਕਸ ਬਾਡੀ ਕੀ ਹੁੰਦੀ ਆ ਜੀ, ਇਦਾਂ ਦੀ ਇੱਕ ਤੇ ਆ, ਇੱਕ ਧਿਆਨ ਨਾਲ ਵੇਖੋ, ਇੱਕ ਆ ਬਾਡੀ ਹੈ, ਠੀਕ ਹੈ, ਇੱਕ ਤੁਹਾਡੇ ਕੋਲ ਆ ਬਾਡੀ ਹੈ, ਠੀਕ ਹੈ। ਹੁਣ ਇਦਾਂ ਦੀ ਡਰਾ ਕਰ ਲਓ, ਇਹ ਚ ਕੀ ਹੈ ਕਿ ਤੁਸੀਂ ਕੋਈ ਵੀ 2 ਪੁਆਇੰਟ ਚੁੱਕੋ, ਕੋਈ ਵੀ 2 ਪੁਆਇੰਟ, ਠੀਕ ਹੈ ਜੀ, ਉਹਨਾਂ ਦੋਨਾਂ ਨੂੰ ਜੁਆਇਨ ਕਰਨ ਵਾਲਾ ਲਾਈਨ ਸੈਗਮੈਂਟ ਜਿਹੜਾ ਹੈ ਉਹ ਐਗਜ਼ੈਕਟਲੀ ਬਾਡੀ ਦੇ ਅੰਦਰ ਹੀ ਲਾਈ ਕਰਦਾ, ਬਾਹਰ ਨਹੀਂ ਜਾਂਦਾ। ਪਰ ਇਹਦੇ ਵਿੱਚ ਤੁਹਾਨੂੰ ਇਦਾਂ ਦੇ ਪੁਆਇੰਟ 2 ਮਿਲ ਜਾਣਗੇ, ਠੀਕ ਹੈ ਜੀ, ਸੋ ਦੈਟ ਜਿਹਨਾਂ ਨੂੰ ਜੁਆਇਨ ਕਰਨ ਵਾਲਾ ਲਾਈਨ ਸੈਗਮੈਂਟ ਜਿਹੜਾ ਹੈਗਾ ਬਾਡੀ ਤੋਂ ਬਾਹਰ ਜਾਂਦਾ ਹੋਏਗਾ। ਅਗਰ ਕਿਸ ਹਰੇਕ ਕੋਈ ਵੀ 2 ਪੁਆਇੰਟ ਚੁੱਕੋ, ਉਹਨਾਂ ਦੋਨਾਂ ਨੂੰ ਜੁਆਇਨ ਕਰਨ ਵਾਲਾ ਲਾਈਨ ਸੈਗਮੈਂਟ ਬਾਡੀ ਦੇ ਬਿਲਕੁਲ ਅੰਦਰ ਹੀ ਲਾਈ ਕਰੇ, ਉਹਨੂੰ ਆਪਾਂ ਕਹਿੰਦੇ ਕਨਵੈਕਸ ਬਾਡੀ, ਠੀਕ ਹੈ। ਜੇ ਅਗਰ ਇਦਾਂ ਨਹੀਂ ਹੁੰਦਾ ਉਹਨੂੰ ਆਪਾਂ ਕਹਿ ਦਿੰਦੇ ਨਾਨ ਕਨਵੈਕਸ ਬਾਡੀ। ਨਾਨ ਕਨਵੈਕਸ ਬਾਡੀ ਦਾ ਜੋ ਸੈਂਟਰ ਆਫ ਗ੍ਰੈਵਿਟੀ ਆ ਉਹ ਬਾਹਰ ਜਾ ਸਕਦਾ ਹੈ, ਕਨਵੈਕਸ ਬਾਡੀ ਦਾ ਸੈਂਟਰ ਆਫ ਗ੍ਰੈਵਿਟੀ ਬਾਡੀ ਦੇ ਅੰਦਰ ਹੀ ਰਹਿੰਦਾ ਹੈ, ਠੀਕ ਹੈ ਜੀ। ਓਕੇ ਸਰ। ਸਰ ਅੱਜ ਬਸ ਕਰੋ, ਬਸ ਛੋਟਾ ਜਿਹਾ ਟੌਪਿਕ ਰਹਿ ਗਿਆ, ਇੰਡੀਕੇਸ਼ਨ ਖਤਮ ਕਰ ਦਿੰਦੇ, ਮੈਂ ਤਾਂ ਕਹਿੰਦਾ ਚਲੋ ਫਿਰ ਉਹਨੂੰ ਕੱਲ ਕਰ ਲਾਂਗੇ, ਠੀਕ ਹੈ। ਛੋਟਾ ਜਿਹਾ ਰਹਿ ਗਿਆ ਆਪਣੇ ਕੋਲ, ਚੇਂਜ ਆਫ ਵੇਰੀਏਬਲਸ, ਉਹਨੂੰ ਕੱਲ ਕਰ ਲਾਂਗੇ ਆਪਾਂ। ਕੱਲ ਪਲੀਜ਼ ਡਾਊਟਸ ਜ਼ਰੂਰ ਲੈ ਕੇ ਆਓ ਆਪਣੇ ਸਾਰੇ, ਕੱਲ ਆਪਾਂ ਇੰਟੀਗ੍ਰੇਸ਼ਨ ਨੂੰ ਖਤਮ ਕਰਨਾ ਹੈ ਜੋ ਵੀ ਹੈਗਾ,
ਡਾਊਟਸ ਕਲੈਕਟ ਕਰ ਲਿਓ ਆਪਣੇ ਸਾਰੇ। ਠੀਕ ਹੈ ਜੀ, ਡੀਪੀਪੀ 2 ਮਿਲ ਗਈਆਂ, ਇੱਕ ਤੁਹਾਨੂੰ ਅੱਜ ਹੋਰ ਮਿਲ ਜਾਏਗੀ, ਤੇ 3 ਡੀਪੀਪੀ, ਤੇ ਜੋ ਤੁਹਾਡੇ ਅਲੱਗ ਡਾਊਟਸ ਨੇ ਉਹ ਡੀਪੀਪੀ ਤੋਂ ਇਲਾਵਾ ਵੀ ਇੰਟੀਗ੍ਰੇਸ਼ਨ ਦੇ ਸਾਰੇ ਇਕੱਠੇ ਕਰੋ। ਆਪਾਂ ਕੱਲ ਇੰਟੀਗ੍ਰੇਸ਼ਨ ਖਤਮ ਕਰਨੀ ਹੈ, ਨੈਕਸਟ ਟਾਪਿਕ ਦੇ ਉੱਪਰ ਮੂਵ ਕਰਨਾ ਹੈ ਆਪਾਂ। ਸਰ ਕੱਲ ਤਾਂ ਹੋਲੀ ਹੈ, ਕਲਾਸ ਲੱਗੇਗੀ? ਬਿਲਕੁਲ, ਆਪਾਂ ਕਿਹੜੀ ਹੋਲੀ ਖੇਡਣੀ ਹੈ, ਛੋਟੇ ਬੱਚੇ ਥੋੜੀ ਆ ਆਪਾਂ। ਫਿਰ ਵੀ ਇਹੋ ਜਿਹੀ ਹੋਲੀ ਖੇਡਣੀ ਵੀ ਹੈ, ਸ਼ਾਮ ਨੂੰ ਖੇਡਦੇ ਆਪਾਂ, ਕਲਾਸ ਕਿਹੜੀ ਸਵੇਰੇ ਆਪਣੀ। ਠੀਕ ਹੈ ਜੀ, ਕਲਾਸ ਲਗਾਵਾਂਗੇ ਆਪਾਂ, ਕਿਉਂਕਿ ਨਵੀਂ ਸਰਕਾਰ ਹੈ ਜੀ, ਪੇਪਰ ਪਹਿਲਾਂ ਹੋ ਸਕਦਾ ਹੈ। ਪਹਿਲਾਂ ਠੰਡੇ ਬਸਤੇ ਗੱਲ ਪਈ ਸੀ ਕਿ ਪਤਾ ਨਹੀਂ ਪੇਪਰ ਕਦੋਂ ਹੋਣਾ ਹੈ ਕਦੋਂ ਨਹੀਂ ਹੋਣਾ, ਹੁਣ ਇੰਨੀ ਗੱਲ ਪੱਕਾ ਕਿ ਪੇਪਰ ਹੋ ਜਾਣਾ ਹੈ, ਪੇਪਰ ਨਹੀਂ ਰਹਿੰਦਾ ਹੁਣ। ਪਹਿਲਾਂ ਤੇ ਵੀ ਲੋਕਾਂ ਨੂੰ ਸ਼ੰਕਾ ਸੀ, ਕਈ ਲੋਕ ਤਿਆਰੀ ਨਹੀਂ ਕਰ ਰਹੇ ਕਿ ਪਤਾ ਨਹੀਂ ਪੇਪਰ ਹੋਣਾ ਕਿ ਨਹੀਂ ਹੋਣਾ, ਪੇਪਰ ਹੁਣ ਪੱਕਾ ਹੋ ਕੇ ਰਹੇਗਾ। ਠੀਕ ਹੈ, ਸੋ ਇਸ ਲਈ ਆਪਾਂ ਨੂੰ ਬਹੁਤ ਠੰਡੇ ਨਹੀਂ ਪੈਣਾ, ਆਪਾਂ ਤਿਆਰੀ ਵੱਲ ਧਿਆਨ ਦਿਓ, ਜਿਹੜਾ ਆਪਣਾ ਮੇਨ ਕੰਮ ਹੈ। ਠੀਕ ਹੈ ਜੀ, ਓਕੇ ਸਰ। ਮਿਲਦੇ ਹਾਂ ਜੀ ਫਿਰ ਕੱਲ ਆਪਾਂ।